ਧਨਾਸਰੀ ਮਹੱਲਾ ਪਹਿਲਾ। ਸਹਿਜ ਮਿਲੈ ਮਿਲਿਆ ਪਰਵਾਣਾ, ਨਾ ਤਿਸ ਮਰਨ ਨਾ ਆਵਣ ਜਾਣਾ। ਠਾਕੁਰ ਮਹਿ ਦਾਸ ਦਾਸ ਮਹਿ ਸੋਈ, ਜਹ ਦੇਖਾ ਤਹ ਅਵਰ ਨਾ ਕੋਈ। ਸਹਿਜ ਮਿਲੈ ਮਿਲਿਆ ਪਰਵਾਣਾ, ਨਾ ਤਿਸ ਮਰਨ ਨਾ ਆਵਣ ਜਾਣਾ। ਠਾਕੁਰ ਮਹਿ ਦਾਸ ਦਾਸ ਮਹਿ ਸੋਈ, ਜਹ ਦੇਖਾ ਤਹ ਅਵਰ ਨਾ ਕੋਈ। ਗੁਰਮੁਖ ਭਗਤ ਸਹਿਜ ਘਰ ਪਾਈਆ, ਬਿਨ ਗੁਰ ਭੇਟੇ ਮਾਰੇ ਆਈਆ ਜਾਈਆ। ਗੁਰਮੁਖ ਭਗਤ ਸਹਿਜ ਘਰ ਪਾਈਆ, ਬਿਨ ਗੁਰ ਭੇਟੇ ਮਰ ਆਈਆ ਜਾਈਆ। ਰਹਾਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। परम सन्मानयोग जुगो जुग अटल, गुरुद्वारा मंजी साहिब दीवान हाल विखे सतगुरां दे ਅੰਮ੍ਰਿਤ ਬਚਨਾਂ ਦਾ ਕੀਰਤਨ ਆਪ ਜੀ ਨੇ ਸਰਵਣ ਕੀਤਾ। ਹਜ਼ੂਰ ਨੇ ਅੱਜ ਸ਼੍ਰੀ ਹਰਿਮੰਦਰ ਸਾਹਿਬ ਜੀ ਵਿਖੇ ਜੋ ਪਾਵਨ ਪਵਿੱਤਰ ਸ਼ਬਦ ਹੁਕਮ ਰੂਪ ਵਿੱਚ ਬਖਸ਼ਿਸ਼ ਕੀਤਾ ਹੈ, ਇਹ ਅੰਮ੍ਰਿਤ ਬਚਨ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਨੇ। ਅਸ਼ਟਪਦੀ ਹਜ਼ੂਰ ਦੀ ਹੈ। ਆਓ ਇਸ ਅੰਮ੍ਰਿਤ ਸ਼ਬਦ ਦੇ ਅੱਖਰੀ ਅਰਥ ਸਮੇਂ ਅਨੁਸਾਰ ਆਪਾਂ ਕਰ ਸਕੀਏ। ਜਿਵੇਂ ਆਪ ਸੰਗਤ ਭਲੀ ਭਾਂਤ ਜਾਣੂ ਹੋ, ਕੱਲ ਵੀ ਅਰਜ਼ ਕੀਤੀ ਸੀ, ਤਵਾਰੀਖ ਅਨੁਸਾਰ ਇਤਿਹਾਸ ਅਨੁਸਾਰ ਇੱਕ ਸਦੀ ਪਹਿਲਾਂ ਵਾਪਰਿਆ ਨਨਕਾਣਾ ਸਾਹਿਬ ਜੀ ਦਾ ਸਾਕਾ। ਇਹ 4 ਦਿਨ ਉਸ ਸਾਕੇ ਨਾਲ ਹੀ ਸੰਬੰਧਿਤ ਨੇ। ਜੇ 12 ਮਾਹ ਅਨੁਸਾਰ ਦੇਸੀ ਮਹੀਨੇ ਦੀ ਗੱਲ ਕਰਾਂ, 10 ਫੱਗਣ ਨੂੰ ਇਹ ਸਾਕਾ ਵਾਪਰਿਆ, 11 ਫੱਗਣ ਨੂੰ ਚਾਬੀਆਂ ਕਮੇਟੀ ਨੂੰ ਦਿੱਤੀਆਂ ਗਈਆਂ, 11 ਔਰ 12 ਨੂੰ ਡੀਸੀ ਔਰ ਕਮਿਸ਼ਨਰ ਆਉਂਦੇ ਨੇ, ਗਵਰਨਰ ਆਉਂਦਾ ਹੈ, ਔਰ 13 ਫੱਗਣ ਨੂੰ ਉਹਨਾਂ ਸ਼ਹੀਦਾਂ ਦੇ ਅੱਧ ਸੜੀਆਂ ਲਾਸ਼ਾਂ, ਟੁਕੜੇ ਮਾਸ ਦੇ, ਖੱਡੀਆਂ ਕੱਟੀਆਂ ਹੋਈਆਂ, ਉਹਨਾਂ ਦਾ ਸੰਸਕਾਰ ਕੀਤਾ ਜਾਂਦਾ ਹੈ ਸ਼ਾਮ ਨੂੰ। ਜੇ ਅੰਗਰੇਜ਼ੀ ਮਹੀਨੇ ਅਨੁਸਾਰ ਦੇਖਾਂ ਤੇ ਮੈਂ ਕੱਲ ਵੀ ਅਰਜ਼ ਕੀਤੀ ਕਿ ਉਸ ਵਕਤ 20 ਫਰਵਰੀ
ਫਰਵਰੀ, ਉਸ ਦਿਨ 20 ਫਰਵਰੀ ਸੀ ਤਾਰੀਖ ਜਿਸ ਦਿਨ ਇਹ ਸਾਕਾ ਵਾਪਰਿਆ। 21 ਨੂੰ ਚਾਬੀਆਂ ਦਰਵਾਜ਼ਾ ਖੋਲਿਆ ਸੰਧਿਆ ਨੂੰ, 22 ਨੂੰ ਸੰਗਤ ਨੇ ਦਰਸ਼ਨ ਕੀਤੇ ਉਹਨਾਂ ਸ਼ਹੀਦਾਂ ਦੇ ਸ਼ਰੀਰ ਦੇ, 23 ਨੂੰ ਗਵਰਨਰ, ਔਰ ਸ਼ਾਮ ਵੇਲੇ ਇੱਕੋ ਵੱਡੀ ਚਿਖਾ ਚਿਣ ਕੇ ਸੰਸਕਾਰ ਕੀਤਾ ਗਿਆ। ਮੈਂ ਆਪ ਨੂੰ ਬੇਨਤੀ ਕੀਤੀ ਸੀ ਉਸ ਵਕਤ 20 ਫਰਵਰੀ, 21, 22 ਔਰ 23 4 ਦਿਨ ਇਸ ਸਾਕੇ ਨਾਲ ਸੰਬੰਧਿਤ ਸਨ। ਪਰ ਜੋ ਇਸ ਅਸਥਾਨ ਦੀ ਮਰਿਆਦਾ ਹੈ, ਆਪਾਂ ਉਸ ਅਨੁਸਾਰ ਸ਼ਬਦ ਦੇ ਅਸ਼ਟਪਦੀ ਦੇ ਅੱਖਰੀ ਅਰਥ ਕਰਾਂਗੇ ਔਰ ਉਸ ਸਾਕੇ ਸੰਬੰਧੀ ਕੁਝ ਬੇਨਤੀਆਂ ਉਹਨਾਂ ਸ਼ਹੀਦਾਂ ਨੂੰ ਆਪਾਂ ਯਾਦ ਕਰ ਸਕੀਏ। ਬੜੇ ਸੰਖੇਪ ਜਿਹੇ ਸ਼ਬਦਾਂ ਵਿੱਚ ਮੈਂ ਅਰਜ਼ ਕਰਾਂਗਾ। ਉਂਝ ਜੇ ਇੱਕ ਇੱਕ ਸ਼ਹੀਦ ਹੋਏ ਸਿੱਖ ਦਾ ਜੀਵਨ ਔਰ ਉਸ ਦਾ ਅਸੀਂ ਵਿਚਾਰ ਕਰੀਏ ਤੇ ਕਾਫੀ ਜ਼ਿਆਦਾ ਸਮਾਂ ਚਾਹੀਦਾ, ਕਈ ਦਿਨਾਂ ਦਾ ਸਮਾਂ ਹੋਵੇ ਤਾਂ ਇੱਕ ਇੱਕ ਸਿੱਖ ਦੇ ਜੀਵਨ ਨੂੰ ਬਿਆਨ ਕੀਤਾ ਜਾ ਸਕਦਾ ਹੈ। ਪਰ ਆਪ ਕਿਰਪਾ ਕਰੋ, ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ, ਆਪ ਆਪਣੀ ਰਹਿਮਤ ਕਲਾ ਵਰਤਾਓ, ਆਪ ਵਿੱਚ ਵਰਤ ਕੇ ਹਜ਼ੂਰ ਆਪ ਹੀ ਵਿਚਾਰ ਕਰਾ ਲਵੋ। ਦੇਸ਼ ਪਰਦੇਸ਼ ਘਰਾਂ ਵਿੱਚ ਬੈਠੇ ਹੋਏ ਸਰਵਣ ਕਰ ਰਹੇ ਆਪ ਸਮੂਹ ਸੰਗੀ ਅਸੀਸ ਬਖਸ਼ੋ। ਪਿਆਰ ਅਦਬ ਸਹਿਤ ਉਚਾਰਨ ਕਰੋ ਜੀ, ਸਤਨਾਮ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪਹਿਲਾ। ਰਾਗ ਧਨਾਸਰੀ ਹੈ ਔਰ ਆਦ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ, ਉਹਨਾਂ ਨੇ ਆਪਣੀ ਰਸਨਾ ਤੋਂ ਇਸ ਅੰਮ੍ਰਿਤ ਬਚਨ ਨੂੰ ਉਚਾਰਨ ਕੀਤਾ ਹੈ। ਸਹਿਜ ਮਿਲਿਆ ਪਰਵਾਨ। ਹਜ਼ੂਰ ਇਸ ਅਸ਼ਟਪਦੀ ਦੇ ਆਰੰਭ ਵਿੱਚ ਬਖਸ਼ਿਸ਼ ਕਰਦੇ ਆ, ਜਿਹੜਾ ਸਹਿਜ ਦਾ ਲਫ਼ਜ਼ੀ ਅਰਥ ਹੈ ਆਤਮਕ ਅਡੋਲਤਾ, ਆਤਮਕ ਗਿਆਨ, ਕਿ ਅਸਲ ਵਿੱਚ ਪਰਮੇਸ਼ਵਰ ਨੂੰ ਉਹ ਹੀ ਮਿਲਿਆ ਹੋਇਆ ਪ੍ਰਵਾਨ ਹੈ ਜੋ ਆਤਮਕ ਅਵਸਥਾ ਵਿੱਚ, ਆਤਮਕ ਅਡੋਲਤਾ ਵਿੱਚ ਹੈ। ਕਈ ਗੁਰਮੁਖਾਂ ਨੇ ਇਹਦੇ ਅੱਖਰੀ ਅਰਥ ਇਹ ਵੀ ਕੀਤੇ ਆ ਕਿ ਜਿਹੜਾ ਆਤਮਕ ਗਿਆਨ ਨਾਲ ਉਸ ਪਾਰ ਬ੍ਰਹਮ ਪਰਮੇਸ਼ਵਰ ਨੂੰ ਮਿਲਿਆ ਹੈ, ਉਹ ਹੀ ਮਿਲਿਆ ਹੋਇਆ ਪ੍ਰਵਾਨ ਹੈ। ਉਂਝ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਸਹਿਜ ਅਵਸਥਾ ਦਾ ਜ਼ਿਕਰ ਵੀ ਹਜ਼ੂਰ ਨੇ ਬਹੁਤ ਵਾਰੀ ਕੀਤਾ ਹੈ। ਅਸਲ ਵਿੱਚ ਸਹਿਜ ਅਵਸਥਾ ਦੇ ਬਾਰੇ ਉੱਥੇ ਦੁੱਖ, ਸੁੱਖ, ਨੀਂਦ, ਭੁੱਖ ਕੁਛ ਵੀ ਨਹੀਂ ਵਾਪਰਦਾ। ਉਹ ਹਮੇਸ਼ਾ ਹੀ ਆਪਣੇ ਨਿਜ ਆਨੰਦ ਵਿੱਚ, ਆਪਣੇ ਆਤਮਕ ਆਨੰਦ ਵਿੱਚ ਹੀ ਰਹਿੰਦਾ ਹੈ, ਜਿਸ ਨੂੰ ਸਤਿਗੁਰਾਂ ਨੇ ਕਿਹਾ ਗੁਰਮੁਖ ਅੰਤਰ ਸਹਿਜ ਹੈ। ਮਨ ਚੜਿਆ ਦਸਵੇਂ ਆਕਾਸ਼, ਤਿੱਥੈ ਓਂਗ ਨ ਭੁੱਖ ਹੈ। ਹਰ ਅੰਮ੍ਰਿਤ ਨਾਮ ਸੁਖ ਵਾਸ, ਨਾਨਕ ਦੁਖ ਸੁਖ ਵਿਆਪਤ ਨਹੀਂ। ਜਿੱਥੈ ਆਤਮ ਰਾਮ ਪ੍ਰਗਾਸ, ਜਿੱਥੇ ਆਤਮ ਪ੍ਰਗਾਸ ਹੈ, ਜਿੱਥੇ ਦੁੱਖ ਸੁਖ ਨਹੀਂ ਵਿਆਪਦਾ, ਜਿੱਥੇ ਸੁਰਤ ਦਸਮ ਦਵਾਰ ਵਿੱਚ ਹੀ ਟਿਕੀ ਹੈ। ਹਜ਼ੂਰ ਕਹਿੰਦੇ ਨੇ ਜਿਹੜਾ ਉਸ ਅਵਸਥਾ ਵਿੱਚ ਮਿਲ ਗਿਆ ਹੈ, ਉਹ ਹੀ ਮਿਲਿਆ ਹੋਇਆ ਪ੍ਰਵਾਨ ਹੈ। ਨਾ ਤਿਸ ਮਰਨ ਨਾ ਆਵਣ ਜਾਣ। ਜਿਹੜਾ ਅੰਤਰ ਆਤਮੇ ਪਾਰ ਬ੍ਰਹਮ ਪਰਮੇਸ਼ਵਰ ਨਾਲ ਮਿਲਿਆ ਹੈ, ਨਾ ਉਸ ਦਾ ਜਨਮ ਹੈ, ਨਾ ਉਸ ਦੀ ਮੌਤ ਹੈ, ਨਾ ਉਸ ਦਾ ਆਉਣਾ ਹੈ ਔਰ ਨਾ ਉਸ ਦਾ ਜਾਣਾ ਹੈ। ਕਹਿਣ ਤੋਂ ਮੁਰਾਦ ਜਨਮ ਮਰਨ ਆਵਾ ਗਾਉਣ ਦੇ ਉਹ ਇਸ ਚੱਕਰ ਤੋਂ ਛੁੱਟ ਗਿਆ ਹੈ। ਠਾਕੁਰ ਮਹਿ ਦਾਸ, ਦਾਸ ਮਹਿ ਸੋਏ। ਹੁਣ ਪਰਮੇਸ਼ਵਰ ਦੀ ਕਿਰਪਾ ਨਾਲ ਠਾਕੁਰ ਮੈਂ ਦਾਸ, ਦਾਸ ਮੈਂ ਸੋਏ। ਉਹ ਜਿਹੜਾ ਦਾਸ ਹੈ, ਜਿਹੜਾ ਸਹਿਜ ਅਵਸਥਾ ਵਿੱਚ ਹੈ, ਜਿਹੜਾ ਅੰਤਰ ਆਤਮੇ ਟਿਕਿਆ ਹੈ, ਉਹ ਆਪਣੇ ਮਾਲਕ ਦੇ ਵਿੱਚ ਸਮਾਇਆ ਹੈ। ਠਾਕੁਰ ਵਿੱਚ ਦਾਸ ਸਮਾਇਆ ਹੈ
ਤੇ ਦਾਸ ਦੇ ਵਿੱਚ ਪਰਮਾਤਮਾ ਸਮਾਇਆ ਹੈ। ਇਉਂ ਕਹਿ ਲੋ ਸੇਵਕ ਤੇ ਸੁਆਮੀ, ਭਗਤ ਔਰ ਭਗਵੰਤ, ਇਹ ਆਪਸ ਵਿੱਚ ਅਭੇਦ ਨੇ। ਠਾਕੁਰ ਵਿੱਚ ਦਾਸ ਹੈ ਔਰ ਦਾਸ ਵਿੱਚ ਠਾਕੁਰ ਸਮਾਇਆ ਹੈ। ਜਹ ਦੇਖਾ ਤਹ ਅਵਰ ਨਾ ਕੋਈ। ਹੁਣ ਇਸ ਅਵਸਥਾ ਵਿੱਚ ਜਿਹੜਾ ਪਹੁੰਚੀ ਹੋਈ ਰੂਹ ਹੈ, ਉਹ ਜਿਸ ਪਾਸੇ ਝਾਤੀ ਮਾਰਦੀ ਦੇਖਦੀ ਹੈ, ਉਸ ਨੂੰ ਪਾਰ ਬ੍ਰਹਮ ਪਰਮੇਸ਼ਵਰ ਤੋਂ ਇਲਾਵਾ, ਪਰਮੇਸ਼ਵਰ ਵਾਹਿਗੁਰੂ ਜੀ ਦੀ ਜੋਤ ਤੋਂ ਬਿਨਾ ਹੋਰ ਦੂਜਾ ਕੋਈ ਨਹੀਂ ਦਿਸਦਾ। ਜਿਸ ਨੂੰ ਸਤਿਗੁਰੂ ਨੇ ਬਾਣੀ ਵਿੱਚ ਵੀ ਅਸੀਂ ਪੜ੍ਹਨੇ ਆ, ਜੈ ਜੈ ਪੇਖੋਂ ਤੈ ਹਜ਼ੂਰ, ਦੂਰ ਕਤੋਂ ਨਾ ਜਾਈ, ਰਵ ਰਿਹਾ ਸਰਬਤਰ ਮੈਂ ਮਨ ਸਦਾ ਧਿਆਈ। ਸੋ ਅੰਤਰ ਸੋ ਬਾਹਰ ਅਨੰਤ, ਘਟ ਘਟ ਵਿਆਪ ਰਿਹਾ ਭਗਵੰਤ। ਉਹ ਜਿੱਧਰ ਵੇਖਦਾ ਹੈ ਉਸ ਪਾਸੇ ਪਰਮਾਤਮਾ ਸੁਆਮੀ ਹੀ ਨਜ਼ਰ ਆਉਂਦਾ ਹੈ। ਗੁਰਮੁਖ ਭਗਤ ਸਹਿਜ ਘਰ ਪਾਈਆ। ਗੁਰਮੁਖ ਭਗਤ ਸਹਿਜ ਘਰ ਪਾਈਏ। ਇੱਥੇ ਗੁਰਮੁਖ ਦਾ ਲਫ਼ਜ਼ੀ ਅਰਥ ਕਰਾਂਗੇ ਗੁਰੂ ਦੇ ਸਨਮੁਖ ਹੋ ਕੇ। ਅੱਗੇ ਹੈ ਭਗਤ। ਭਗਤ ਦੇ ਤੱਤੇ ਨੂੰ ਇੱਥੇ ਸਿਆਰੀ ਹੈ। ਇਹਦਾ ਅਰਥ ਹੋ ਗਿਆ ਭਗਤੀ, ਸਿਮਰਨ ਦੁਆਰਾ, ਨਾਮ ਬਾਣੀ ਦੁਆਰਾ। ਤੇ ਜਿਹੜਾ ਸਤਿਗੁਰੂ ਨੇ ਕਿਹਾ ਹੈ ਕਿ ਜਿਹੜਾ ਸਹਿਜ ਅਵਸਥਾ ਵਿੱਚ ਹੈ ਉਸ ਦਾ ਮਿਲਿਆ ਹੀ ਪ੍ਰਵਾਨ ਹੈ। ਇੱਥੇ ਫਿਰ ਸਤਿਗੁਰੂ ਰਹਾਉ ਵਿੱਚ ਕਹਿੰਦੇ ਨੇ ਸਹਿਜ ਅਵਸਥਾ ਕਿਵੇਂ ਮਿਲਦੀ ਹੈ। ਗੁਰੂ ਦੇ ਸਨਮੁਖ ਹੋ ਜਿਸ ਨੇ ਪਾਰ ਬ੍ਰਹਮ ਪਰਮੇਸ਼ਵਰ ਦੀ ਭਗਤੀ ਕੀਤੀ। ਫਿਰ ਸੁਣਿਓ, ਗੁਰੂ ਦੇ ਰਾਹੀਂ, ਗੁਰੂ ਦੀ ਬਖਸ਼ਿਸ਼ ਨਾਲ ਜਿਨੇ ਪ੍ਰੇਮਾ ਭਗਤੀ ਕੀਤੀ, ਉਹਨੂੰ ਸਹਿਜ ਅਵਸਥਾ, ਸਹਿਜ ਘਰ ਮਿਲਿਆ ਹੈ। ਬਿਨ ਗੁਰ ਭੇਟੇ ਮਰ ਆਈਆ ਜਾਈਆ। ਪਰ ਜੇਕਰ ਕੋਈ ਕਹੇ ਆਪਣੇ ਖੌਮੇ ਨਾਲ ਮੈਂ ਗੁਰੂ ਤੋਂ ਬਿਨਾ ਇੱਥੇ ਪਹੁੰਚ ਗਿਆ, ਮਹਾਰਾਜ ਗੁਰੂ ਨਾਨਕ ਸਾਹਿਬ ਬਖਸ਼ਿਸ਼ ਕਰਦੇ ਆ, ਗੁਰੂ ਨੂੰ ਮਿਲਣ ਤੋਂ ਬਿਨਾ, ਗੁਰੂ ਧਾਰਨ ਕਰਨ ਤੋਂ ਬਿਨਾ ਇਨਸਾਨ ਮਰਦਾ ਹੈ, ਮਰ ਕੇ ਜੰਮਦਾ ਹੈ। ਇਸ ਦੀ ਭਟਕਣਾ ਕਦੀ ਵੀ ਨਹੀਂ ਮੁੱਕਦੀ। ਰਹਾਉ। ਇਹ ਦੋ ਤੁਕਾਂ ਰਹਾਉ ਦੀਆਂ ਸਨ। ਮੈਂ ਅਰਜ਼ ਕੀਤੀ ਪਹਿਲੇ ਪਦੇ ਵੀ ਦੱਸਿਆ ਸਹਿਜ ਮਿਲਿਆ ਉਹ ਹੀ ਪ੍ਰਵਾਨ ਹੋਵੇਗਾ। ਹੁਣ ਰਹਾਉ ਵਿੱਚ ਦੱਸਿਆ ਵੀ ਸਹਿਜ ਅਵਸਥਾ ਦੀ ਪ੍ਰਾਪਤੀ ਕੇਵਲ ਆਪਣੀ ਮੁਸ਼ੱਕਤ, ਆਪਣੀ ਮਿਹਨਤ, ਆਪਣੀ ਅਕਲ ਨਾਲ ਨਹੀਂ। ਗੁਰੂ ਦੇ ਰਾਹੀਂ ਪ੍ਰੇਮਾ ਭਗਤੀ ਜਿਹੜਾ ਕਰੇਗਾ ਉਹ ਅਸਲ 'ਚ ਸਹਿਜ ਨੂੰ ਪ੍ਰਾਪਤ ਕਰੇਗਾ। ਇਹ ਰਹਾਉ ਦੇ ਬਚਨ ਹਨ। ਸੋ ਗੁਰ ਕਰੋ ਜੇ ਸਾਜ ਦ੍ਰਿੜਾਵੈ। ਹਜ਼ੂਰ ਕਹਿੰਦੇ ਨੇ ਗੁਰੂ ਅਨੇਕਾਂ ਨੇ। ਮੈਂ ਬੇਨਤੀ ਕਰਾਂ, ਤੁਸੀਂ ਅੱਜ ਵੀ ਇਸ ਭਾਰਤ ਵਰਸ਼ ਵਿੱਚ ਦੇਖੋ, ਗੁਰੂ ਤੇਲੇ ਦੀ ਪਰੰਪਰਾ ਅਨੇਕਾਂ ਸੰਪਰਦਾਵਾਂ ਦੇ ਵਿੱਚ ਹੈ, ਜਿਹੜੀਆਂ ਅਨਮਤ ਦੀਆਂ ਵੀ ਨੇ। ਪਰ ਸਤਿਗੁਰੂ ਕਹਿੰਦੇ ਆ ਕਿ ਗੁਰੂ ਕੇਵਲ ਉਸਤਾਦ ਨਹੀਂ, ਉਸ ਗੁਰੂ ਨੂੰ ਧਾਰਨ ਕਰੋ ਜਿਹੜਾ ਸੱਚੇ ਨਾਮ ਨੂੰ ਦ੍ਰਿੜ ਕਰਾ ਦਿੰਦਾ ਹੈ। ਕਹਿਣ ਤੋਂ ਮੁਰਾਦ ਹਜ਼ੂਰ ਕਹਿੰਦੇ ਨੇ ਉਸ ਗੁਰੂ ਨੂੰ ਧਾਰਨ ਕੀਤਾ ਜੋ ਸੱਚ ਦ੍ਰਿੜ ਕਰਾਂਦਾ ਹੈ। ਸੱਚ ਦ੍ਰਿੜ ਕਰਾਉਣ ਤੋਂ ਮੁਰਾਦ ਜਿਹੜਾ ਪਰਮੇਸ਼ਵਰ ਦਾ ਨਾਮ ਧੁਰ ਹਿਰਦੇ ਵਿੱਚ ਟਿਕਾ ਦਿੰਦਾ ਹੈ, ਜਿਹਨੂੰ ਸਤਿਗੁਰੂ ਨੇ ਬਾਣੀ ਵਿੱਚ ਕਿਹਾ ਕਿ ਸਤਿਪੁਰਖ ਜਿਨ ਜਾਣਿਆ, ਸਤਿਗੁਰ ਤਿਸ ਕਾ ਨਾਉ, ਤਿਸ ਕੈ ਸੰਗ ਸਿੱਖ ਉਦਰੈ, ਨਾਨਕ ਹਰ ਗੁਣ ਗਾਹੋ। ਉਹ ਸਤਿਗੁਰੂ ਜਿਹੜਾ ਸੱਚ ਨੂੰ ਦ੍ਰਿੜ ਕਰਾ ਦੇਵੇ। ਗੁਰਬਾਣੀ ਮੁਤਾਬਕ ਮੈਂ ਆਪ ਨੂੰ ਬੇਨਤੀ ਕਰਦਾ ਜਾਵਾਂ ਕਿ ਸਤਿਗੁਰਾਂ ਨੇ ਜੋ ਗੁਰਮਤ ਦੀ ਮਰਿਆਦਾ ਸਾਨੂੰ ਦਿੱਤੀ ਹੈ, ਗੁਰੂ ਸ਼ਬਦ, ਗੁਰੂ ਵਾਲੇ ਬੰਨਾ, 9 ਪਾਤਸ਼ਾਹੀਆਂ ਤੱਕ ਚਰਨ ਪੌਲ ਦੇ ਕੇ ਗੁਰਮੰਤਰ, ਮੂਲ ਮੰਤਰ ਦ੍ਰਿੜ ਕਰਾਉਂਦੇ ਰਹੇ। 10ਵੇਂ ਸਤਿਗੁਰਾਂ ਨੇ ਇੱਕ ਬਖਸ਼ਿਸ਼ ਕੀਤੀ। ਪਿਛਲੇ ਦਿਨਾਂ 'ਚ ਵੀ ਮੈਂ ਅਰਜ਼ ਕੀਤੀ ਸੀ, ਹਜ਼ੂਰ ਨੇ ਵੈਸਾਖੀ ਵਾਲੇ ਦਿਨ ਸਤਿਗੁਰਾਂ ਨੇ ਅੰਮ੍ਰਿਤ ਦੀ ਦਾਤ ਤਿਆਰ ਕੀਤੀ। ਪੰਜਾਂ ਨੂੰ ਉਹ ਅੰਮ੍ਰਿਤ ਛਕਾਇਆ, ਉਹਨਾਂ ਨੂੰ ਖਾਲਸਾ ਪਦ ਦੀ ਬਖਸ਼ਿਸ਼ ਕੀਤੀ। ਉਹ ਕੇਵਲ ਬਾਹਰਮੁਖੀ ਲਿਬਾਸ ਹੀ ਨਹੀਂ, 5 ਕਕਾਰ ਦਿੱਤੇ, ਰਹਿਤ ਦਿੱਤੀ। ਸਤਿਗੁਰੂ ਨੇ ਪਰਮ ਪਦ, ਆਤਮ ਪਦ ਦੇ ਅਵਸਥਾ ਵਿੱਚ ਉਹਨਾਂ ਨੂੰ ਪਹੁੰਚਾਇਆ ਤੇ ਨਾਲ ਫਿਰ ਕਹਿ ਦਿੱਤਾ, ਅੱਜ ਤੋਂ ਬਾਅਦ ਜਿਨਨੇ ਗੁਰਮਤ ਅਨੁਸਾਰ ਨਾਮ ਤੋਂ ਦੀਕਸ਼ਿਤ ਹੋਣਾ ਹੈ, ਉਸ ਲਈ ਇਹ ਲਾਜ਼ਮੀ ਹੋਵੇਗਾ ਕਿ ਉਹਨੂੰ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਪੰਜਾਂ ਦੇ ਸਨਮੁਖ ਆਪਣਾ ਆਪ ਭੇਟ ਕਰਕੇ ਗੁਰੂ ਦੀ ਦੱਸੀ ਹੋਈ ਰਹਿਤ ਅਨੁਸਾਰ ਸਤਿਗੁਰੂ ਜੀ ਦੇ ਅੰਮ੍ਰਿਤ ਬਚਨ ਨੂੰ ਕਮਾਉਂਦਿਆਂ ਅੰਮ੍ਰਿਤ ਦੀ ਦਾਤ ਲਵੇ। ਕਈ ਵਾਰੀ ਅਸੀਂ ਕਹਿ ਦਿੰਦੇ ਹਾਂ ਮੈਂ ਰਹਿਤ ਸਾਰੀ ਰੱਖੀ,
ਪਰ ਅੰਮ੍ਰਿਤ ਨਹੀਂ ਛਕਿਆ। ਗੁਰੂ ਸਾਹਿਬ ਕਹਿੰਦੇ ਨੇ ਪਹਿਲੀ ਰਹਿਤ ਹੀ ਪ੍ਰਥਮ ਰਹਿਤ ਜੇ ਜਾਨ ਖੰਡੇ ਕੀ ਪੌਲ ਛਕੈ। ਪਹਿਲੀ ਰਹਿਤ ਹੀ ਹੈ ਕਿ ਖੰਡੇ ਦੀ ਪੌਲ ਲਵੇ। ਇਸ ਕਰਕੇ ਮੈਂ ਕਿਹਾ ਕਿ ਮਤਾਂ ਕੋਈ ਗੁਰੂ ਦੇ ਅਰਥ ਆਪਣੇ ਢੰਗ ਨਾਲ ਕਰੇ। ਹਜ਼ੂਰ ਕਹਿੰਦੇ ਨੇ ਉਹ ਗੁਰੂ ਜਿਹੜਾ ਸੱਚ ਨਾਮ ਨੂੰ ਦ੍ਰਿੜ ਕਰਾਂਦਾ ਹੈ। ਅਕਥ ਕਥਾਵੈ ਸ਼ਬਦ ਮਿਲਾਵੈ। ਜਿਸ ਪਰਮਾਤਮਾ ਨੂੰ ਕਥਿਆ ਨਹੀਂ ਜਾ ਸਕਦਾ, ਉਹ ਸਤਿਗੁਰੂ ਕਿਰਪਾ ਕਰੇ ਕਿ ਨਾ ਕਥੇ ਜਾਣ ਵਾਲੇ ਪਰਮਾਤਮਾ ਨੂੰ ਕਥਨਾ ਆ ਜਾਏ। ਹੁਣ ਇੱਥੇ ਫਿਰ ਬੇਨਤੀ ਸੁਣਿਓ, ਅਕਥ ਹੈ ਪਰ ਕਥਾਂਗੇ ਕਿਵੇਂ? ਇਹਦਾ ਮਤਲਬ ਇਹ ਵੇ ਜਿਹੜਾ ਅਕਥ ਹੈ ਉਹਨੂੰ ਕਥਨ ਦਾ ਅਰਥ ਅੰਤ ਨਹੀਂ ਪਾਣਾ। ਉਸ ਅਕਥ ਨੂੰ ਆਪਣੀ ਰਸਨਾ ਤੋਂ ਜਪਣਾ ਸ਼ੁਰੂ ਕਰ ਦੇ, ਆਪਣੀ ਰਸਨਾ ਤੋਂ ਬੋਲਣਾ ਸ਼ੁਰੂ ਕਰ ਦੇ। ਹੈ ਤਾਂ ਉਹ ਅਕਥ, ਉਹਨੂੰ ਉਹਦਾ ਕੋਈ ਅੰਤ ਨਹੀਂ ਪਾ ਸਕਦਾ, ਪਰ ਕਹਿਣ ਵਾਲੇ ਤੇਰੇ ਰਹੇ ਸਮਾਏ। ਉਸ ਪਰਮਾਤਮਾ ਨੂੰ ਜੋ ਅਕਥ ਹੈ ਉਹਨੂੰ ਸਿਮਰਨ ਕਰਨ ਦੀ ਦਾਤ ਬਖਸ਼ ਦੇਵੇ। ਹਰ ਕੇ ਲੋਗ ਅਵਰ ਨਹੀਂ ਕਾਰਾ। ਜਿਹੜੇ ਪਰਮਾਤਮਾ ਦੀ ਬਖਸ਼ਿਸ਼ ਨਾਲ ਨਾਮ ਸਿਮਰਨ ਵਿੱਚ ਜੁੜ ਗਏ ਉਹਨਾਂ ਨੂੰ ਹੋਰ ਕੋਈ ਕਾਰ ਹੈ ਹੀ ਨਹੀਂ। ਪਿਆਰਿਓ, ਊਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕੈ ਸਦ ਕਾਮ। ਉਹਨਾਂ ਦਾ ਇੱਕੋ ਕੰਮ ਹੈ, ਹਰ ਵਕਤ ਉਹ ਨਾਮ ਵਿੱਚ ਹੀ ਜੁੜਦੇ ਹਨ। ਸਾਚਾ ਠਾਕੁਰ ਸਾਚ ਪਿਆਰਾ। ਫਿਰ ਉਹਨਾਂ ਨੂੰ ਪਰਮਾਤਮਾ ਸੱਚਾ ਲੱਗਦਾ ਹੈ, ਚੰਗਾ, ਤੇ ਸੱਚਾ ਨਾਮ ਹੀ ਉਹਨਾਂ ਨੂੰ ਪਿਆਰਾ ਹੈ। ਤਨ ਮਹਿ ਮਨੁਆ ਮਨ ਮਹਿ ਸਾਚਾ। ਹੁਣ ਸਤਿਗੁਰੂ ਕਹਿੰਦੇ ਤਨ ਮੈਂ ਮਨੁਆ ਮਨ ਮੈਂ ਸਾਚਾ। ਕਿਉਂਕਿ ਮੈਂ ਇਤਿਹਾਸ ਦੀ ਵਿਚਾਰ ਕਰਨੀ, ਇਸ ਕਰਕੇ ਬੜੇ ਸੰਖੇਪ ਜਿਹੇ ਅੱਖਰੀ ਅਰਥ ਕਰ ਰਹੇ ਹਾਂ। ਹਜ਼ੂਰ ਕਹਿ ਰਹੇ ਨੇ ਤਨ ਵਿੱਚ ਮਨ ਤੇ ਮਨ ਵਿੱਚ ਸੱਚਾ ਪਰਮਾਤਮਾ। ਹੁਣ ਫਿਰ ਬੇਨਤੀ ਸੁਣਿਓ, ਮਨ ਦਾ ਤੇ ਕੋਈ ਸਵਰੂਪ ਹੀ ਨਹੀਂ। ਤਨ ਵਿੱਚ ਮਨ ਦਾ ਮਤਲਬ ਇਹ ਕਰੀਏ, ਅਰਥ ਇਹ ਨੇ, ਦਾਵਾ ਨਹੀਂ ਅਰਥ ਦਾ, ਕਿ ਜਿਹੜਾ ਮਨ ਤਨ ਤੋਂ ਬਾਹਰ ਭਟਕਦਾ ਪਿਆ ਹੈ ਸਾਡਾ ਤਨ। ਤੇ ਮਨ ਜਿਹੜਾ ਕਿਤੇ ਬਾਜ਼ਾਰ ਵਿੱਚ ਹੈ, ਕਿਤੇ ਹੋਰ ਥਾਂ ਤੇ ਹੈ, ਪਰਮਾਤਮਾ ਕਿਰਪਾ ਕੀਤੀ ਉਹ ਮਨਵਾ ਤਨ ਦੇ ਵਿੱਚ ਸਥਿਰ ਹੋ ਗਿਆ। ਉਹ ਮਨ ਭਟਕ ਨਹੀਂ ਰਿਹਾ, ਉਹ ਅੰਤਰ ਆਤਮਿਕ ਹੈ। ਫਿਰ ਬੇਨਤੀ, ਜਿਹੜਾ ਮਨ ਤਨ ਦੇ ਵਿੱਚ ਹੀ ਟਿਕ ਜਾਏ, ਆਪਣੇ ਅੰਦਰ ਹੀ ਟਿਕ ਜਾਏ, ਤੇ ਉਸ ਮਨ ਦੇ ਵਿੱਚ ਸੱਚੇ ਪਰਮਾਤਮਾ ਦਾ ਨਿਵਾਸ ਹੋਵੇ। ਉਹ ਸਾਚਾ ਮਿਲ ਸਾਚੇ ਰਾਚਾ। ਜਿਹੜਾ ਫਿਰ ਉਸ ਨਾਮ ਨੂੰ ਹਿਰਦੇ ਵਿੱਚ ਵਸਾ ਲੈਂਦਾ ਹੈ, ਨਾਮ ਵਿੱਚ ਰਚ ਜਾਂਦਾ ਹੈ, ਉਹ ਹੀ ਸੱਚਾ ਹੈ, ਉਹ ਹੀ ਸਥਿਰ ਰਹਿਣ ਵਾਲਾ ਹੈ। ਸੇਵਕ ਪ੍ਰਭ ਕਾ ਲਾਗਾ ਪਾਏ। ਹੁਣ ਪਰਮਾਤਮਾ ਦਾ ਸੇਵਕ ਜਿਹੜਾ ਹੈ ਉਹ ਆਪਣੇ ਪ੍ਰਭੂ ਦੇ ਚਰਨਾਂ ਨਾਲ ਜੁੜਦਾ ਹੈ। ਸਤਿਗੁਰ ਪੂਰਾ ਮਿਲਾ ਮਿਲਾਏ। ਸਤਿਗੁਰੂ ਸਮਰੱਥ ਪੂਰਾ ਜਿਹੜਾ ਆਪ ਪ੍ਰਭੂ ਵਿੱਚ ਮਿਲਿਆ ਹੋਇਆ ਹੈ, ਉਹ ਇਸ ਜਗਿਆਸੂ ਨੂੰ ਪਰਮਾਤਮਾ ਵਿੱਚ ਮਿਲਾ ਦਿੰਦਾ ਹੈ। ਆਪ ਦਿਖਾਵਾ ਆਪੇ ਦੇਖਾ। ਹੁਣ ਪਰਮੇਸ਼ਵਰ ਜੀ ਕੀ ਕਰਦੇ ਆ? ਆਪ ਹੀ ਗੁਰੂ ਰੂਪ ਹੋ ਕੇ ਦਿਖਾਉਂਦੇ ਆ ਤੇ ਆਪ ਹੀ ਜੀਵ ਰੂਪ ਹੋ ਕੇ ਦੇਖਦੇ ਪਏ ਆ। ਆਪ ਦਿਖਾਉਣ ਵਾਲਾ, ਜਿਵੇਂ ਆਪਾਂ ਕਹਿੰਦੇ ਆ ਆਪਸ ਕੋ ਆਪੈ ਆਦੇਸ਼, ਆਪਣੇ ਆਪ ਨੂੰ ਆਪ ਹੀ ਆਦੇਸ਼ ਕਰ ਰਿਹਾ। ਆਪ ਹੀ ਗੁਰੂ ਬਣ ਕੇ ਦਿਖਾਉਂਦੇ ਆ, ਆਪ ਹੀ ਜੀਵ ਬਣ ਕੇ ਦੇਖਦੇ ਆ। ਹੱਠ ਨਾ ਪਤੀਜਾ ਨਾ ਬਹੁ ਭੇਖਾ। ਜੇਕਰ ਕੋਈ ਕਹੇ ਮੈਂ ਹੱਠ ਕਰਕੇ ਪਰਮਾਤਮਾ ਨੂੰ ਖੁਸ਼ ਕਰਨਾ, ਉਹ ਹੱਠ ਨਾਲ ਨਹੀਂ ਪਤੀਜਦਾ। ਕਿਸੇ ਭੇਖ ਉੱਤੇ ਵੀ ਉਹ ਪ੍ਰਸੰਨ ਨਹੀਂ ਹੁੰਦਾ। ਘੜ ਭਾਂਡੇ ਜਿਨੇ ਅੰਮ੍ਰਿਤ ਪਾਇਆ। ਜਿਸ ਪਰਮਾਤਮਾ ਨੇ ਸਾਡੇ ਆ ਮਿੱਟੀ ਦੇ ਭਾਂਡੇ ਘੜੇ, ਆ ਸਰੀਰ ਬਣਾਏ, ਇਸ ਵਿੱਚ ਚੇਤਨਾ, ਸਤ ਚੇਤਨਾ ਜਿਹੜੀ ਹੈ, ਸਤਿਆ ਜਿਹਨੂੰ ਕਹਿ ਲੋ, ਚੇਤਨਾ ਕਹਿ ਲੋ, ਜਿੰਦ ਕਹਿ ਲੋ, ਇਹ ਅੰਮ੍ਰਿਤ ਰੂਪ ਪਾਇਆ ਹੈ। ਪ੍ਰੇਮ ਭਗਤ ਪ੍ਰਭ ਮਨ ਪਤੀ ਆਇਆ। ਹਾਂ, ਜਿਹੜੇ ਪਰਮਾਤਮਾ ਦੀ ਪ੍ਰੇਮਾ ਭਗਤੀ ਕਰਦੇ ਆ। ਫਿਰ ਮੇਰੀ ਬੇਨਤੀ ਸੁਣੋ, ਇੱਕ ਹੁੰਦਾ ਰੁੱਖਾ ਹੱਠ ਕਰਨਾ, ਕਿ ਪੁੱਠੇ ਲਟਕਣਾ, ਜਾਂ ਪੁਰਾਣੇ ਲੋਕ ਕਰਦੇ ਸਨ, ਅੱਗੇ ਸਤਿਗੁਰੂ ਜ਼ਿਕਰ ਕਰਨਗੇ। ਇੱਕ ਹੁੰਦਾ ਭਾਵਨਾ ਸਹਿਤ, ਪ੍ਰੇਮ ਸਹਿਤ ਉਹਨੂੰ ਪੁਕਾਰਨਾ। ਫਿਰ ਬੇਨਤੀ ਸੁਣਿਓ ਕਿ ਪ੍ਰੇਮਾ ਭਗਤੀ ਤੋਂ ਬਿਨਾਂ ਉਸ ਦੀ ਪ੍ਰਾਪਤੀ ਨਹੀਂ। ਜਿਵੇਂ ਆਪਾਂ ਰੋਜ਼ ਨਿਤਨੇ ਵਿੱਚ ਇਹ ਪੜ੍ਹਨੇ ਆ, ਕਾਹਾ ਭਇਓ ਦੋ ਲੋਚਨ, ਜੋ ਦੋ ਲੋਚਨ ਮੂੰਦ ਕੇ ਬੈਠ ਰਹੇ ਹੋ ਬਕ ਧਿਆਨ ਲਗਾਇਓ। ਨਾਥ ਫਿਰਿਓ ਲਿਏ ਸਾਤ ਸਮੁੰਦਰਨ ਲੋਕ ਗਇਓ, ਪਰ ਲੋਕ ਗਵਾਇਓ।
बांस कियो बख्यान सो बैठ के ऐसे ऐसे सो बैस बतायो साच कहूँ सुन ले हो सब जिन प्रेम कियो तिन ही प्रभ पायो। जिन्हों सतगुरु कहते ने प्रेमा भगती, ना हठ नाल ना भेख नाल मन तां भतीजेगा जे उस प्रभु दी प्रेमा भगती करेगा। पढ़ पढ़ भूले चोटा खाहे। हुण जेड़े पढ़ाई बहुत कर गए, पढ़े बहुत, ग्रंथ बहुत पढ़े, ते मैं अर्ज करना खुना कि विद्या बहुत जरूरी है ग्रहण करनी, पर विद्या दे नाल नाल निम्रता ते प्रेमा भगती होनी भी बहुत जरूरी है। फिर बेनती सुनो, विद्या नूं असीं चानण कहने आ, प्रकाश कहने आ। दीवा बहुत जरूरी है हनेरे नूं खत्म कर ले, पर दीवा ਉਹੀ ਚੰਗਾ ਹੈ ਜਿਹੜਾ ਹਨੇਰੇ ਨੂੰ ਅੰਧਕਾਰ ਨੂੰ ਖਤਮ ਕਰੇ। ਤੇ ਜਿਹੜੇ ਦੀਵੇ ਦੀ ਲਾਟ, ਜਿਸ ਜੀਵੇ ਦੀ ਅਗਨੀ ਘਰ ਨੂੰ ਹੀ ਅੱਗ ਲਾ ਕੇ ਫੂਕ ਕੇ ਰਾਹ ਕਰ ਦੇ, ਉਸ ਦੀਵੇ ਦਾ ਕੀ ਫਾਇਦਾ। ਪਿਆਰਿਓ, ਵਿਦਿਆ ਚਾਨਣ ਹੈ, ਪਰ ਜਦੋਂ ਵਿਦਿਆ ਦਾ ਹੰਕਾਰ ਬੰਦੇ ਦੇ ਅੰਦਰ ਆਉਂਦਾ ਹੈ, ਉਸੇ ਅੱਗ ਦੇ ਨਾਲ ਇਹਦਾ ਅੰਦਰ ਹੀ ਝੁਲਸਿਆ ਜਾਂਦਾ ਹੈ। ਸਤਿਗੁਰੂ ਕਹਿੰਦੇ ਨੇ ਪੜ੍ਹਦੇ ਬਹੁਤ ਨੇ, ਪਰ ਪੜ੍ਹ ਪੜ੍ਹ ਕੇ ਆਤਮਿਕ ਚੋਟਾਂ ਹੀ ਖਾਂਦੇ ਖਾਨ। ਬਹੁਤ ਸਿਆਣਪ ਆਵਹ ਜਾਹੀ। ਹੁਣ ਬਹੁਤ ਜ਼ਿਆਦਾ ਸਿਆਣੇ ਹੋ ਗਏ। ਮੈਂ ਫਿਰ ਬੇਨਤੀ ਕਰਾਂਗਾ, ਸੁਣਿਓ ਇਸ ਗੱਲ ਨੂੰ। ਸਿਆਣਪ ਨਾਮ ਵਿੱਚੋਂ ਨਿਕਲੀ ਕੋਈ ਸਵੀਕਾਰ ਹੈ। ਜਿਹੜੀ ਵਿਦਿਆ ਵਿੱਚੋਂ ਚਲਾਈਆਂ ਚਲਾਕੀਆਂ ਚਤੁਰਾਈਆਂ ਜਿਵੇਂ ਲੋਕ ਕਰਦੇ ਆ, ਉਸ ਸਿਆਣਪ ਨੂੰ ਕਿਤੇ ਵੀ ਬਾਣੀ ਨੇ ਸਵੀਕਾਰ ਨਹੀਂ ਕੀਤਾ। ਫਿਰ ਬੇਨਤੀ ਸੁਣਿਓ, ਨਾ ਤੂੰ ਆਵੈਂ ਵਸ ਕਿਤੈ ਸਿਆਣਪ ਹੈ। ਆਪ ਰੋਜ਼ ਪੜ੍ਹਦੇ ਹੋ, ਸਹਿਸ ਸਿਆਣਪਾਂ ਲੱਖ ਹੋਹੈ ਤਾਂ ਇੱਕ ਨਾ ਚੱਲੇ ਨਾਲ। ਅੰਮ੍ਰਿਤ ਵੇਲੇ ਅਸੀਂ ਪੜ੍ਹਦੇ ਹਾਂ, ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ। ਇੱਥੇ ਸਤਿਗੁਰੂ ਕਹਿੰਦੇ ਨੇ ਪੜ੍ਹ ਪੜ੍ਹ ਕੇ ਵੀ ਝੋਟਾਂ ਖਾ ਰਹੇ ਹੈ, ਆਪਣੇ ਆਪ ਨੂੰ ਬਹੁਤ ਸਿਆਣਾ ਸਮਝਦਾ ਹੈ। ਉਹ ਸਿਆਣਪ ਜਿਹੜੀ ਇਹਦੇ ਵਾਸਤੇ ਕਈ ਵਾਰੀ ਮਿੱਟੀ ਦਾ ਰੂਪ ਧਾਰਨ ਕਰ ਜਾਂਦੀ। ਗੁਰੂ ਨਾਨਕ ਸਾਹਿਬ ਦਾ ਇੱਕ ਬਚਨ ਹੈ, ਗੁਰਮਤਿ ਸਾਚੀ ਹੁਜਤ ਦੂਰ ਬਹੁਤ ਸਿਆਣਪ ਲਾਗੈ ਧੂਰ। ਕਈ ਵਾਰੀ ਬੰਦਾ ਜਿੰਨਾ ਸਿਆਣਾ ਬਣਦਾ, ਉਹਦੀ ਸਿਆਣਪ ਵੀ ਕੌਮੇ ਦੀ ਮਿੱਟੀ ਬਣ ਜਾਂਦੀ ਹੈ। ਇੱਥੇ ਸਤਿਗੁਰੂ ਕਹਿੰਦੇ ਨੇ ਪੜ੍ਹਿਆ ਲਿਖਿਆ ਚਲਾਕੀ ਚਤੁਰਾਈ ਵਰਤੈ, ਪਰ ਸਿਆਣਪ ਨਾਲ ਕੇਵਲ ਆਵਣਾ ਤੇ ਜਾਣਾ ਹੈ। ਨਾਮ ਜਪੈ ਭਉ ਭੋਜਨ ਖਾਏ। ਜਿਹੜਾ ਪ੍ਰਮਾਤਮਾ ਦੇ ਨਾਮ ਨੂੰ ਜਪੇ ਤੇ ਨਿਰਮਲ ਭਉ ਦਾ, ਨਿਰਮਲ ਅਦਬ ਦਾ ਭੋਜਨ ਛਕੇ। ਗੁਰਮੁਖ ਸੇਵਕ ਰਹੇ ਸਮਾਏ। ਗੁਰੂ ਦੇ ਸਨਮੁਖ ਰਹਿਣ ਵਾਲਾ ਜਿਹੜਾ ਸੇਵਕ ਹੈ, ਉਹ ਪ੍ਰਭੂ ਵਿੱਚ ਸਮਾਇਆ ਰਹਿੰਦਾ ਹੈ। ਪੂਜ ਸਿਲਾ ਤੀਰਥ ਬਨ ਵਾਸਾ। ਪਰ ਜਿਹੜੇ ਬੰਦੇ ਪਖੰਡ ਬਾਹਰਮੁਖੀ ਪੱਥਰ ਦੀ ਮੂਰਤੀ ਨੂੰ ਪੂਜਦੇ ਨੇ ਤੇ ਜੰਗਲ ਦੇ ਵਿੱਚ ਵਾਸ ਵੀ ਕਰਦੇ ਨੇ, ਨਗਨ ਪੈਰ ਵੀ ਚੱਲਦੇ ਹਨ, ਭਰਮਤ ਡੋਲਤ ਭਏ ਉਦਾਸਾ। ਉਹ ਭਟਕਦੇ ਪਏ ਆ। ਸੱਚ ਇਹ ਵੇ ਕਿ ਉਹਨਾਂ ਅੰਦਰ ਉਦਾਸੀਨਤਾ ਹੈ। ਉਹ ਉਦਾਸੀਨਤਾ ਜਿਹੜੀ ਹੀਣਤਾ ਪੈਦਾ ਕਰਦੀ ਹੈ, ਜਿਹੜੀ ਢਹਿੰਦੀ ਕਲਾ ਵਿੱਚ ਲੈ ਜਾਂਦੀ ਹੈ। ਮਨ ਮੈਲਾ ਸੂਚਾ ਕਿਉਂ ਹੋਏ। ਹਜ਼ੂਰ ਕਹਿੰਦੇ ਨੇ ਜਿਸ ਬੰਦੇ ਦਾ ਮਨ ਹੀ ਮੈਲ ਹੈ, ਖਿਆਲ ਹੀ ਮਾੜੇ ਨੇ, ਮੈਲੇ ਨੇ, ਉਹ ਬੰਦਾ ਕਦੀ ਸੁੱਚਾ ਹੋ ਸਕਦਾ ਹੈ? ਇਹ ਬਿਲਕੁਲ ਸਪਸ਼ਟ ਹੈ। ਗੁਰਮੁਖੋ, ਗੁਰਬਾਣੀ ਨੇ ਸਭ ਤੋਂ ਜ਼ਿਆਦਾ ਜ਼ੋਰ ਜਿਹੜਾ ਹੈ ਉਹ ਮਨ ਦੀ ਸਵੱਛਤਾ ਤੇ ਦਿੱਤਾ ਹੈ। ਉਸ ਨੂੰ ਸਿਮਰ ਰਾਹੀਂ, ਬਾਣੀ ਰਾਹੀਂ, ਨਾਮ ਰਾਹੀਂ। ਮੈਂ ਇਸੇ ਸਥਾਨ ਤੇ ਇੱਕ ਵਾਰ ਬੇਨਤੀ ਕੀਤੀ ਸੀ ਕਿ ਉਹ ਮੈਲ ਦਿਸਦੀ ਨਹੀਂ, ਉਹਦਾ ਸੰਬੰਧ ਕੇਵਲ ਦ੍ਰਿਸ਼ਟਮਾਨ ਨਹੀਂ, ਉਹ ਖਿਆਲ ਦੇ ਰੂਪ ਹੈ। ਤੇ ਉਹ ਮੈਲ ਇੰਨੀ ਸੂਖਸ਼ਮ ਹੈ, ਉਹਦਾ ਪਤਾ ਕੋਲ ਬੈਠੇ ਭੈਣ ਭਰਾ ਮਿੱਤਰ ਦੋਸਤ ਪਤੀ ਨੂੰ ਵੀ ਪਤਾ ਨਹੀਂ ਲੱਗਦਾ। ਉਹ ਮੈਲ ਇੰਨੀ ਸੂਖਸ਼ਮ ਹੈ। ਹੁਣ ਇੰਨੀ ਸੂਖਸ਼ਮ ਮੈਲ ਨੂੰ ਜਿਹੜੀ ਨਜ਼ਰ ਨਹੀਂ ਆਉਂਦੀ, ਉਹਨੂੰ ਕਿਵੇਂ ਧੋਵਾਂਗੇ ਜੇ ਮਨ ਮੈਲ ਹੈ? ਤੇ ਇੱਥੋਂ ਤੱਕ ਜੇ ਮਨ ਮੈਲ ਹੈ, ਸਰੀਰ ਕਦੀ ਸਵੱਛ ਨਹੀਂ ਹੋ ਸਕਦਾ। ਇਹ ਬੇਨਤੀ, ਚਲੋ ਇਸ਼ਨਾਨ ਕਰ ਲਿਆ, ਤਰਫ ਲੇਲਾ ਲਾ ਲੀਆਂ, ਮੈਂ ਜੀ ਨਹਾ ਲਿਆ, ਸਾਰੀ ਮੈਲ ਲਾ ਦਿੱਤੀ, ਮਨ ਮੈਲਾ ਹੈ। ਅੱਖਾਂ ਦੀ ਮੈਲ ਕਦੀ ਨਹੀਂ ਜਾਏਗੀ, ਕੰਨਾਂ ਦੀ ਮੈਲ ਕਦੀ ਨਹੀਂ ਜਾਏਗੀ। ਇਹਦਾ ਮੈਲ ਦਾ ਅਰਥ ਅੱਖਾਂ ਚੋਂ ਪਰ ਦ੍ਰਿਸ਼ਟ ਕਹਿ ਲਾਂ, ਮੈਂ ਪਰ ਨਿੰਦਿਆ ਕਹਿ ਲਾਂ। ਮਨ ਮੈਲ ਹੈ, ਸਭ ਕੁਛ ਮੈਲਾ, ਤਨ ਧੋਤੈ ਮਨ ਖੱਛਾ ਨਾ ਹੋਏ।
ਉਂਝ ਸਤਿਗੁਰਾਂ ਨੇ 4 ਤਰੀਕੇ ਦੱਸੇ ਆ ਜੀ। ਜਿਹੜਾ ਵੀ ਕੋਈ ਅਪਣਾ ਲਏਗਾ, ਇੱਕ ਤਰੀਕਾ ਵੀ ਕੋਈ ਅਪਣਾ ਲੈ। ਪਹਿਲੀ ਗੱਲ, ਮਨ ਦੀ ਮੈਲ ਜਾਂਦੀ ਹੈ ਸਾਧ ਸੰਗਤ ਰਾਹੀਂ, ਆਪਣੇ ਤੋਂ ਅੱਛੇ ਜੀਵਨ ਵਾਲਿਆਂ ਦੀ, ਰੂਹਾਨੀ ਜੀਵਨ ਵਾਲਿਆਂ ਦੀ ਸੰਗਤ ਨਾਲ। ਜਿਉਂ ਸਤਿਗੁਰੂ ਬਚਨ ਕਰਦੇ ਆ, ਮਹਿਮਾ ਸਾਧੂ ਸੰਗ ਕੀ ਸੁਨੋ ਮੇਰੇ ਮੀਤਾ, ਮੈਲ ਖੋਈ ਕੋਟ ਅਗਹਰੇ ਨਿਰਮਲ ਭੈ ਚੀਤਾ। ਮੈਲ ਖੋਈ ਸਾਧ ਸੰਗਤ ਨਾਲ। ਦੂਸਰਾ ਮੈਲ ਜਾਂਦੀ ਹੈ ਗੁਰਮੁਖੋਂ ਨਾਮ ਜਪਣ ਦੇ ਨਾਲ। ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਮੈ ਕੈ ਰੰਗ। ਪਹਿਲੀ ਬੇਨਤੀ ਸੰਗਤ, ਦੂਸਰਾ ਨਾਮ ਜਪਣਾ, ਤੀਸਰਾ ਕੀਰਤਨ ਸੁਣ ਤੇ ਕੀਰਤਨ ਕਰਨ ਨਾਲ। ਗੁਣ ਗਾਵਤ ਤੇਰੀ ਉਤਰਸ ਮੈਲ। ਚੌਥਾ ਤਰੀਕਾ ਹੈ, ਕੁਛ ਨਹੀਂ ਤੂੰ ਪੜ੍ਹ ਨਹੀਂ ਸਕਦਾ, ਕੀਰਤਨ ਨਹੀਂ ਕਰ ਸਕਦਾ, ਪਾਠ ਹੁੰਦਾ ਹੈ ਤੇ ਪਾਠ ਬਾਣੀ ਦਾ ਸੁਣਿਆ ਵੀ ਤੇਰੀ ਮੈਲ ਉਤਰ ਜਾਏਗੀ। ਗੁਰਬਾਣੀ ਸੁਣ ਮੈਲ ਗਵਾਏ, ਸਤਿਗੁਰੂ ਕਹਿੰਦੇ। ਇੱਥੇ ਸਾਹਿਬ ਕਹਿ ਰਹੇ ਨੇ ਮਨ ਮੈਲਾ ਹੈ ਤੇ ਇਹਦੇ ਤੋਂ ਬਿਨਾ ਬਾਕੀ ਸੁਚਮਤਾ ਕੀ ਹੋਈ। ਸਾਚ ਮਿਲੈ ਪਾਵੈ ਪਤ ਸੋਈ। ਜਿਹੜਾ ਸੱਚੇ ਨਾਮ ਵਿੱਚ ਮਿਲ ਜਾਂਦਾ ਹੈ ਉਹੀ ਇੱਜ਼ਤ ਪਤ ਪ੍ਰਾਪਤ ਕਰਦਾ ਹੈ। ਆਚਾਰਾ ਵਿਚਾਰ ਸਰੀਰ। ਹੁਣ ਇੱਥੇ ਗੱਲ ਸੁਣਿਓ, ਆਚਾਰਾ ਵਿਚਾਰ ਸਰੀਰ, ਦੋ ਸ਼ਬਦ ਨੇ, ਆਚਾਰਾ ਤੇ ਦੂਜਾ ਵਿਚਾਰ ਸਰੀਰ। ਕਹਿੰਦੇ ਨੇ ਜਿਸ ਦੇ ਸਰੀਰ ਦਾ ਵਿਚਾਰ ਵੀ ਸ਼ੁੱਧ ਹੈ। ਪਿਆਰਿਓ ਯਾਦ ਰੱਖੋ, ਜਿਸ ਦੇ ਵਿਚਾਰ ਸ਼ੁੱਧ ਨੇ ਉਹਦਾ ਆਚਾਰ ਵੀ ਸ਼ੁੱਧ ਬਿਲਕੁਲ ਹੋਵੇਗਾ। ਕਿਉਂਕਿ ਆ ਕੁਝ ਗੱਲਾਂ ਨੇ ਜਿਹੜੀਆਂ ਮਨ ਨਾਲ ਸੰਬੰਧਿਤ ਨੇ। ਜਿਹਦਾ ਆਹਾਰ ਸ਼ੁੱਧ ਹੈ, ਜਿਹਦਾ ਵਿਚਾਰ ਸ਼ੁੱਧ ਹੈ, ਪਿਆਰਿਓ ਯਾਦ ਰੱਖਿਓ ਉਹਦਾ ਆਚਾਰ ਵੀ ਸ਼ੁੱਧ ਹੈ। ਫਿਰ ਬੇਨਤੀ ਕਿ ਜਿਸ ਬੰਦੇ ਦਾ ਆਹਾਰ, ਵਿਚਾਰ ਤੇ ਉਸ ਦਾ ਆਚਾਰ, ਇੱਥੇ ਸਤਿਗੁਰੂ ਕਹਿੰਦੇ ਜਿਸ ਦਾ ਵਿਚਾਰ ਵੀ ਪਵਿੱਤਰ ਤੇ ਆਚਰਨ ਵੀ ਪਵਿੱਤਰ ਹੈ। ਆਦ ਜੁਗਾਦ ਸਹਿਜ ਮਨ ਧੀਰ। ਪਿਆਰਿਓ ਉਹ ਆਦ ਜੁਗਾਦ ਸਦਾ ਲਈ ਕਹਿ ਲੋ ਮਨੋਂ ਟਿਕਿਆ ਰਹਿੰਦਾ ਹੈ। ਉਹ ਕਦੀ ਖੋਛਾਪਨ ਨਹੀਂ ਹੁੰਦਾ, ਧੀਰਜ ਵਿੱਚ ਰਹਿੰਦਾ ਹੈ। ਪਲ ਪੰਕਜ ਮਹਿ ਕੋਟ ਉਧਾਰੇ। ਹੁਣ ਇੱਥੇ ਸ਼ਬਦ ਆਇਆ ਪਲ ਪੰਕਜ ਮੈਂ ਕੋਟ ਉਧਾਰੇ। ਅਖਰੀ ਅਰਥ ਗੁਰਮੁਖ ਵਿਦਵਾਨਾਂ ਨੇ ਪੰਕਜ ਦੇ ਵੈਸੇ ਲਫ਼ਜ਼ੀ ਅਰਥ ਅਸੀਂ ਕਰਨੇ ਆ ਜੀ ਕਮਲ ਦਾ ਫੁੱਲ। ਉਂਝ ਲਫ਼ਜ਼ ਹੈ ਪੰਕ ਤੇ ਨਾਲ ਜੱਜਾ ਲੱਗਾ ਪੰਕਜ। ਪੰਕ ਦਾ ਅਰਥ ਹੈ ਚਿੱਕੜ ਤੇ ਜੱਜੇ ਦਾ ਅੱਖਰ ਦਾ ਅਰਥ ਕਰਾਂਗੇ ਜੰਮਿਆ। ਪੰਕਜ ਦਾ ਅੱਖਰੀ ਅਰਥ ਹੈ ਜਿਹੜਾ ਚਿੱਕੜ ਦੇ ਨਾਲ ਜੰਮਿਆ ਹੈ, ਇਹਨੂੰ ਆਪਾਂ ਪੰਕਜ ਕਹਿੰਦੇ। ਪਰ ਇੱਥੇ ਸ਼ਬਦ ਆਇਆ ਪਲ ਪੰਕਜ ਮੇ। ਹੁਣ ਇੱਥੇ ਪੰਕਜ ਦਾ ਅਰਥ ਹੋ ਗਿਆ ਕਮਲ ਦਾ ਫੁੱਲ, ਪਰ ਇੱਥੇ ਕਮਲ ਦੇ ਫੁੱਲ ਦੀ ਜਿਹੜਾ ਇਸ਼ਾਰਾ ਹੈ ਉਹ ਗੁਰੂ ਦੇ ਨੇਤਰਾਂ ਵੱਲ ਹੈ, ਅੱਖਾਂ ਵੱਲ ਹੈ। ਕਿ ਸਤਿਗੁਰੂ ਅੱਖ ਝਮਕਣ ਦੀ ਦੇਰ ਵਿੱਚ ਕਰੋੜਾਂ ਦਾ ਪਾਰ ਉਤਾਰਾ ਕਰ ਦਿੰਦਾ ਹੈ। ਕਿ ਪਲ ਪੰਕਜ ਵੀ ਥੋੜੇ ਜਿਹੇ ਸਮੇਂ 'ਚ ਅੱਖ ਫਰਕਣ ਦੀ ਦੇਰ ਵਿੱਚ ਕਰੋੜਾਂ ਦਾ ਉਧਾਰ ਕਰਦਾ ਹੈ। ਕਰ ਕਿਰਪਾ ਗੁਰਮੇਲ ਪਿਆਰੇ। ਹੇ ਪਾਰ ਬ੍ਰਹਮ ਪਰਮੇਸ਼ਵਰ ਜੀ, ਤੁਸੀਂ ਕਿਰਪਾ ਕਰ ਗੁਰੂ ਨੂੰ ਮਿਲਾਵੋ। ਕਿਸ ਆਗੈ ਪ੍ਰਭੂ ਤੁਧ ਸਾਲਾਹੀ। ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਪਰਮਾਤਮਾ ਤੇਰੇ ਬਰਾਬਰ ਕੋਈ ਹੈ ਕਿ ਜਿਹਦੀ ਮੈਂ ਸਲੋਤਾ ਕਰ ਸਕਾਂ। ਤੁਧ ਬਿਨ ਦੂਜਾ ਮੈਂ ਕੋ ਨਾਹੀ। ਤੇਰੇ ਤੋਂ ਬਿਨਾ ਮੇਰੇ ਵਾਸਤੇ ਹੋਰ ਕੋਈ ਦੂਜਾ ਨਹੀਂ, ਸਿਰਫ ਤੂੰ ਹੀ ਮੇਰਾ ਹੈ। ਜੋ ਤੁਧ ਭਾਵੈ ਤਿਉ ਰਾਖ ਰਜਾਈ। ਹੇ ਪਾਰ ਬ੍ਰਹਮ ਪਰਮੇਸ਼ਵਰ, ਜਿਵੇਂ ਤੈਨੂੰ ਭਾਉਂਦਾ ਹੈ, ਜਿਵੇਂ ਤੈਨੂੰ ਚੰਗਾ ਲੱਗਦਾ। ਗੁਰਮੁਖੋ ਆਹ ਸ਼ਬਦ ਜਿਹੜਾ ਨਾ ਜਿਵੇਂ ਤੈਨੂੰ ਭਾਉਂਦਾ ਹੈ, ਇਹਦੇ ਵਿੱਚ ਕੋਈ ਸ਼ਰਤ ਨਹੀਂ ਹੁੰਦੀ। ਜੇ ਕੋਈ ਕਹੇ ਵੀ ਮੈਂ ਇਸ ਤਰ੍ਹਾਂ ਰਹਿਣਾ ਚਾਹੁੰਦਾ, ਮੈਨੂੰ ਆਹ ਕੋਈ ਦੇ, ਉਹਦੇ ਵਿੱਚ ਕੰਡੀਸ਼ਨ ਹੈ। ਇੱਥੇ ਕੋਈ ਸ਼ਰਤ ਨਹੀਂ। ਜਿਉਂ ਭਾਵੈ ਤਿਉਂ ਰਾਖ ਲੈ, ਹਮ ਸ਼ਰਨ ਪ੍ਰਭ ਆਏ ਰਾਮ ਰਾਜੇ। ਹੇ ਪ੍ਰਮਾਤਮਾ, ਜਿਵੇਂ ਤੈਨੂੰ ਭਾਉਂਦਾ, ਚੰਗਾ ਵਾਂ ਮੰਦਾ ਵਾਂ, ਮਾਨ ਹੈ ਅਪਮਾਨ ਹੈ, ਲਾਭ ਹੈ ਘਾਟਾ ਹੈ, ਦੁੱਖ ਹੈ ਸੁੱਖ ਹੈ, ਜਿਵੇਂ ਤੈਨੂੰ ਭਾਉਂਦਾ ਤੂੰ ਉਸ ਤਰ੍ਹਾਂ ਮੈਨੂੰ ਰੱਖ। ਪਰ ਪਿਆਰਿਓ ਇਹਦੇ ਵਿੱਚ ਵੀ ਬਖਸ਼ਿਸ਼ ਲੈ ਗਏ। ਉਹਦੇ ਵਿੱਚ ਤੂੰ ਰੱਖ। ਜਦੋਂ ਤੂੰ ਵਿੱਚ ਆ ਜਾਏਗਾ ਫਿਰ ਦੁੱਖ ਅੰਦਰ ਸੁਰਤ ਨੂੰ ਤੰਗ ਨਹੀਂ ਕਰੇਗਾ। ਜਦੋਂ ਤੂੰ ਵਿੱਚ ਆ ਜਾਏਗਾ ਬੇਇੱਜ਼ਤੀ ਅਪਮਾਨ ਤੰਗ ਨਹੀਂ ਕਰੇਗਾ। ਇੱਥੇ ਸਤਿਗੁਰੂ ਕਹਿੰਦੇ ਤੂੰ, ਹੁਣ ਜੇ ਤੂੰ ਮੈਨੂੰ ਜਿਵੇਂ ਰੱਖੇਗਾ ਮੈਂ ਉਸੇ ਤਰ੍ਹਾਂ ਰਹਾਂਗਾ। ਨਾਨਕ ਸਹਿਜ ਭਾਏ ਗੁਣ ਗਾਏ। ਹਜ਼ੂਰ ਕਹਿੰਦੇ ਨੇ ਉਸ ਪ੍ਰਭੂ ਪਰਮਾਤਮਾ ਵਾਹਿਗੁਰੂ ਜੀ ਦੇ
ਸਹਿਜ ਅਵਸਥਾ ਵਿੱਚ ਜੁੜ ਕੇ ਉਹਦੇ ਗੁਣਾਂ ਨੂੰ ਗਾਇਨ ਕੀਤਾ। ਇਹ ਹੈ ਅੱਜ ਦਾ ਹੁਕਮਨਾਮਾ। ਮੈਂ ਇਸ ਕਰਕੇ, ਕਿਉਂਕਿ ਇਹ ਮਰਿਆਦਾ ਬਹੁਤ ਜ਼ਰੂਰੀ ਹੈ, ਇਸ ਲਈ ਨਹੀਂ ਕਿ ਮੈਂ ਕੋਈ ਬਹੁਤ ਵਿਦਵਾਨ ਆ, ਸਿਆਣਾ, ਮੈਂ ਹੱਥ ਜੋੜ ਕੇ ਬੇਨਤੀ ਕਰਾਂਗਾ, ਸਾਨੂੰ ਗੁਰਮਤ ਦਾ ਕਿਣਕਾ ਵੀ ਪਤਾ ਨਹੀਂ, ਜਿੰਨਾ ਵੱਡਾ ਮੇਰਾ ਸਮਰੱਥ ਗੁਰੂ ਹੈ। ਪਰ ਸ਼ਬਦ ਦੀ ਵਿਚਾਰ ਇਹ ਬਹੁਤ ਲਾਜ਼ਮੀ ਹੈ ਜੋ ਸਤਿਗੁਰੂ ਹੁਕਮ ਦਿੰਦੇ ਆ। ਕੱਲ ਮੈਂ ਆਪ ਜੀ ਦੇ ਸਨਮੁਖ ਬੇਨਤੀ ਕੀਤੀ ਸੀ, ਭਾਵੇਂ ਸਾਖਾ ਦੇਸ਼ ਵਿਦੇਸ਼ ਵਿੱਚ ਬਹੁਤ ਵਾਰੀ ਦਾਸ ਨੇ ਇਹਦੀ ਵਿਚਾਰ ਵੀ ਕੀਤੀ, ਪਰ ਇਹ ਸ਼ਤਾਬਦੀ ਚੱਲ ਰਹੀ ਹੈ। ਪਰਸੋਂ ਰਾਤ ਸੰਧਿਆ ਵੇਲੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਦੀਵਾਨ ਸੰਖੇਪ ਜੀ ਬੇਨਤੀ ਕੀਤੀ ਸੀ। ਕੱਲ ਆਪ ਜੀ ਦੇ ਸਨਮੁਖ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਪੰਥਕ ਰੂਪ ਚ ਸੇਵਾ ਮਿਲਣੀ ਔਰ ਗੁਰਦੁਆਰਾ ਦਰਬਾਰ ਸਾਹਿਬ ਤਰਨ ਤਾਰਨ ਸਾਹਿਬ ਜੀ ਦੀ ਸੇਵਾ ਦਾ ਜ਼ਿਕਰ ਕੀਤਾ ਸੀ। ਤੇ ਮੈਂ ਕੱਲ ਇਹ ਬੇਨਤੀ ਵੀ ਕੀਤੀ ਸੀ ਕਿ ਦਰਬਾਰ ਸਾਹਿਬ ਜੀ ਦੀ ਸੇਵਾ ਜਿਹੜੀ ਹੈ 11-12 ਅਕਤੂਬਰ 1920 ਨੂੰ, ਮੈਂ ਫਿਰ ਬੇਨਤੀ ਇੱਥੇ ਕਰ ਦੇਵਾਂ, ਚਲੋ ਕਈ ਵਾਰੀ ਸਾਨੂੰ ਲਫ਼ਜ਼ ਲਿਖੇ ਕੋਈ ਵਰਤਨੇ ਪੈਂਦੇ ਆ, ਪਰ ਗੁਰਮਤ ਵਿੱਚ ਕਿਸੇ ਨੂੰ ਵੀ ਜਾਤ ਦੇ ਆਧਾਰ ਤੇ ਨੀਵਾ ਨਹੀਂ ਕਿਹਾ ਜਾ ਸਕਦਾ। ਫਿਰ ਬੇਨਤੀ ਸੁਣਿਓ, ਜਿਵੇਂ ਚਲੋ ਅੱਜ ਸਿੱਖਾਂ ਵਿੱਚ ਤਾਂ ਪ੍ਰਚਲਿਤ ਹੋ ਗਿਆ, ਜੱਟ ਸਿੱਖ ਹੈ, ਇਹ ਖੱਤਰੀ ਸਿੱਖ ਹੈ, ਮਜ਼੍ਹਬੀ ਸਿੱਖ ਹੈ, ਇਹ ਨਾਈ ਸਿੱਖ ਹੈ, ਇਸ ਤਰ੍ਹਾਂ ਕਹਿੰਦੇ। ਪਰ ਮੈਂ ਕਹਾਂਗਾ ਸਿੱਖ ਕੇਵਲ ਸਿੱਖ ਹੈ, ਤੇ ਸਿੱਖ ਉਹ ਸਿੱਖ ਹੈ ਜਿਹੜਾ ਗੁਰੂ ਦੇ ਸਨਮੁਖ ਰਹਿੰਦਾ ਹੈ, ਸਿਰਫ ਇੱਕ ਕਮਿਊਨਿਟੀ 'ਚ ਪੈਦਾ ਹੋਣ ਨਾਲ ਨਹੀਂ। ਫਿਰ ਬੇਨਤੀ ਸੁਣਿਓ, ਸਿੱਖ ਕੇਵਲ ਸਿੱਖ ਹੈ ਤੇ ਉਹ ਸਿੱਖ ਹੈ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਤਾਂ ਸਨਮੁਖ ਸਿੱਖ ਕੋਈ, ਜਿਉ ਰਹੇ ਗੁਰ ਨਾਲੇ ਗੁਰ ਕੇ ਚਰਨ ਗਿਰਦੈ ਧਿਆਏ, ਅੰਤਰ ਆਤਮੈ ਸੰਭਾਲੇ ਆਪ ਛੱਡ ਸਦਾ ਰਹਿ ਪਰਨੈ, ਗੁਰ ਬਿਨ ਅਵਰ ਨ ਜਾਣੈ ਕੋਏ, ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ। ਬਸ ਆਹ ਸਿੱਧੀ ਜੀ ਪਰਿਭਾਸ਼ਾ ਹੈ ਜੀ ਸਿੱਖ ਦੀ। ਇਸ ਵਿੱਚ ਕਿਸੇ ਜਾਤੀ ਨਾਲ ਜੋੜ ਕੇ ਤਾਂ ਅਰਥ ਕੀਤੇ ਨਹੀਂ ਗਏ ਨਾ। ਪਰ ਮੈਂ ਫਿਰ ਵੀ ਬੇਨਤੀ ਕੀਤੀ ਸੀ ਕਿ ਉਸ ਵਕਤ ਜਿਹੜਾ ਪੁਜਾਰੀ ਸਿਸਟਮ ਸੀ ਉਹਦੇ ਤੇ ਬ੍ਰਾਹਮਣੀ ਪ੍ਰਭਾਵ ਬਹੁਤ ਜ਼ਿਆਦਾ ਸੀ ਕਿ ਅਖੌਤੀ, ਮੈਂ ਫਿਰ ਲਫ਼ਜ਼ ਰਿਪੀਟ ਕਰਾਂਗਾ, ਮੇਰਾ ਕਿਸੇ ਵੀ ਜਾਤ ਨੂੰ ਨੀਵੇਂ ਦਿਖਾਉਣ ਦਾ ਕੋਈ ਮਕਸਦ ਨਹੀਂ। ਮੈਂ ਬੇਨਤੀ ਕਰਾਂ ਕਿਉਂਕਿ ਇਹ ਤਾਂ ਭਰਮ ਸਤਿਗੁਰੂ ਨੇ 10 ਜਾਮਿਆਂ ਵਿੱਚ ਦੂਰ ਕਰਕੇ ਰੱਖ ਦਿੱਤਾ। ਪਿਆਰਿਓ, ਜਿਸ ਦਿਨ ਅੰਮ੍ਰਿਤ ਦਿੱਤਾ, 5 ਪਿਆਰਿਆਂ ਦੀਆਂ ਪਹਿਲੀਆਂ ਜਾਤਾਂ ਕੀ ਸਨ? ਮੈਂ ਪਹਿਲੀਆਂ ਕਹਿ ਰਿਹਾ। ਅੱਜ ਵੀ ਅੰਮ੍ਰਿਤ ਛਕਾਉਣ ਲੱਗਿਆਂ ਕਿਹਾ ਜਾਂਦਾ, ਪਹਿਲੀ ਕੁੱਲ ਜਾਤ ਜੋ ਕਰਮ ਤੇਰੇ ਨੇ ਉਹ ਤੇਰੇ ਨਾਸ ਨੇ, ਅੱਜ ਤੋਂ ਬਾਅਦ ਤੂੰ ਗੁਰੂ ਗੋਬਿੰਦ ਸਿੰਘ ਤੇ ਮਾਤਾ ਸਾਹਿਬ ਕੌਰ ਦਾ ਪੁੱਤਰ ਹੈ। ਇਹੀ ਕਿਹਾ ਜਾਂਦਾ ਹੈ ਜੀ। ਹੁਣ ਉਸ ਵਕਤ ਪਹਿਲੀ ਜਾਤ ਅਨੁਸਾਰ ਇੱਕ ਖੱਤਰੀ ਹੈ, ਇੱਕ ਜੱਟ ਹੈ, ਇੱਕ ਚੂਰ ਹੈ, ਇੱਕ ਛਿੰਬਾ ਹੈ ਤੇ ਇੱਕ ਨਾਈ ਹੈ, ਜੇ ਦੇਖਿਆ ਜਾਏ ਤਾਂ। ਪਰ ਸਤਿਗੁਰਾਂ ਨੇ 5 ਨੂੰ ਅੰਮ੍ਰਿਤ ਦਿੱਤਾ, 5 ਤੋਂ ਅੰਮ੍ਰਿਤ ਦੀ ਦਾਤ ਲਈ। ਪਰ ਖੜੋਤ ਆ ਗਈ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਤੋਂ ਬਾਅਦ। ਉਸ ਵਕਤ ਵੀ ਵੈਸੇ ਗਿਰਾਵਟ ਸ਼ੁਰੂ ਹੋ ਚੁੱਕੀ ਸੀ, ਪਰ ਗੁਰਦੁਆਰਿਆਂ ਦੇ ਸਿਸਟਮ ਤੇ ਫਰਕ ਪਿਆ। ਮੈਂ ਕੱਲ ਕਿਹਾ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਸੇਵਾ, ਤਰਨ ਤਾਰਨ ਸਾਹਿਬ ਜੀ ਦੀ ਸੇਵਾ। ਅਸੀਂ ਸਾਕਾ ਨਨਕਾਣਾ ਸਾਹਿਬ ਦਾ ਬਿਲਕੁਲ ਥੋੜਾ ਜਿਹਾ ਹਿੱਸਾ ਬਿਆਨ ਕਰਾਂਗੇ, ਕਿਉਂਕਿ ਮੈਂ ਆਪ ਨੂੰ ਅੱਗੇ ਕਿਹਾ ਉਸ ਸਾਕੇ ਨੂੰ ਨਿਰੰਤਰ ਬਿਆਨ ਕਰਨ ਲਈ ਕਈ ਦਿਨਾਂ ਦਾ ਵਕਤ ਚਾਹੀਦਾ। ਇੱਕ ਇੱਕ ਸਿੰਘ ਦਾ ਜੀਵਨ ਜਿਹੜੇ ਸ਼ਹੀਦ ਹੋਏ, ਜਿੰਨੀ ਸਮੱਗਰੀ ਸਾਡੇ ਕੋਲੇ ਉਹਨੂੰ ਸੰਗਤ ਨਾਲ ਸਾਂਝਾ ਕਰਨ ਦੇ ਲਈ। ਆਪ ਸਭ ਨੂੰ ਪਤਾ ਹੈ ਨਨਕਾਣਾ ਸਾਹਿਬ ਦਾ ਪਹਿਲਾ ਨਾਮ ਜਿਹੜਾ ਹੈ, ਇਹਨੂੰ ਰਾਏ ਭੋਏ ਦੀ ਤਲਵੰਡੀ ਕਹਿੰਦੇ ਸਨ। ਰਾਏ ਬੁਲਾਰ ਦੇ ਬਾਪ ਦਾ ਨਾਮ ਰਾਏ ਭੋਏ ਹੈ, ਭੱਟੀ ਸਨ, ਉਹਨੂੰ ਕਹਿੰਦੇ ਸਨ ਰਾਏ ਭੋਏ ਦੀ ਤਲਵੰਡੀ। ਗੁਰੂ ਨਾਨਕ ਸਾਹਿਬ ਜੀ ਦਾ ਆਗਮਨ ਉਸ ਧਰਤੀ ਤੇ ਹੋਇਆ। ਆਪ ਨੂੰ ਇਹ ਵੀ ਪਤਾ ਹੈ ਕਿ ਗੁਰੂ ਨਾਨਕ ਸਾਹਿਬ ਦੇ ਬਜ਼ੁਰਗਾਂ ਦਾ ਜਿਹੜਾ ਪਿੰਡ ਹੈ, ਆਪ ਜੀ ਦੇ ਇੱਥੇ ਨੇੜੇ ਪੱਠੇਵਿੰਡ, ਜਿਹੜਾ ਪਿੰਡ ਡੇਰਾ ਸਾਹਿਬ ਆਪਾਂ ਕਹਿੰਦੇ, ਇੱਥੋਂ ਪਰਿਵਾਰ ਜਾਂਦਾ ਹੈ ਰਾਏ ਭੋਏ ਦੀ ਤਲਵੰਡੀ। ਗੁਰੂ ਨਾਨਕ ਸਾਹਿਬ ਜੀ ਦਾ ਆਗਮਨ ਹੁੰਦਾ ਹੈ, ਉਸ ਵਕਤ ਰਾਏ ਬੁਲਾਰ ਉੱਥੋਂ ਦਾ ਮਾਲਿਕ ਹੈ। ਮੈਂ ਇੱਕ ਦਿਨ ਕਿਹਾ ਸੀ ਉਸ ਬੰਦੇ ਦੀ ਸ਼ਰਧਾ ਤੁਸੀਂ ਦੇਖੋ। ਗੁਰੂ ਨਾਨਕ ਸਾਹਿਬ ਜੀ ਦੇ ਬਾਲ ਚੋਜ, ਬਾਲ ਕੌਤੁਕ ਦੇਖ ਕੇ ਉਹ ਇੰਨਾ ਕੁ ਪ੍ਰਭਾਵਿਤ ਹੋਇਆ
ਜਨਮ ਸਾਖੀ ਵਿੱਚ ਇੱਕ ਬਚਨ ਆਉਂਦਾ ਹੈ ਕਿ ਇੱਕ ਦਿਨ ਰਾਏ ਬੁਲਾਰ ਜੀ, ਮੈਂ ਥੋੜਾ ਜਿਹਾ ਪਿਛੋਕੜ ਉਸ ਸਥਾਨ ਦਾ, ਰਾਏ ਬੁਲਾਰ ਜੀ ਗੁਰੂ ਨਾਨਕ ਸਾਹਿਬ ਜੀ ਦੇ ਪਿਤਾ ਬਾਬਾ ਕਾਲੂ ਸਾਹਿਬ ਜੀ ਨੂੰ ਘਰ ਬੁਲਾਉਂਦੇ ਆ। ਬਾਬਾ ਕਾਲੂ ਸਾਹਿਬ ਜੀ ਨੂੰ ਸ਼ਬਦ ਵਰਤਦੇ ਆ ਕਿ ਕਾਲੂ ਦੇਖੀ ਕਿਤੇ ਨਾਨਕ ਨੂੰ ਫਿੱਟ ਮਾਰਨਾ ਆਖੀ। ਇਹ ਜਨਮ ਸਾਖੀ ਦੇ ਸ਼ਬਦ ਨੇ। ਮਤਾ ਨਾਨਕ ਨੂੰ ਫਿੱਟ ਮਾਰਨਾ ਆਖੀ। ਅਗਲਾ ਸ਼ਬਦ ਰਾਏ ਬੁਲਾਰ ਹੀ ਬੋਲੀ ਜਾ ਰਿਹਾ, ਕਹਿੰਦਾ ਇਹ ਮਹਾਂਪੁਰਖ ਹੈ, ਇਹਦੇ ਕਰਕੇ ਮੇਰਾ ਸ਼ਹਿਰ ਵਸਦਾ ਹੈ। ਇਹ ਸ਼ਬਦ ਸੁਣ ਲਈ, ਇਹ ਮਹਾਂਪੁਰਖ ਹੈ, ਇਹਦੇ ਕਰਕੇ ਮੇਰਾ ਸ਼ਹਿਰ ਵਸਦਾ ਹੈ। ਉਹ ਧਰਤੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਬਾਲ ਚੋਜਾਂ ਨਾਲ ਨਿਵਾਜੀ ਹੋਈ। ਮੈਂ ਅਰਜ਼ ਕੀਤੀ, ਸਾਨੂੰ ਜੋ ਪਾਕਿਸਤਾਨ ਗਿਆ ਦਰਸ਼ਨ ਕੀਤਿਆਂ ਪਤਾ ਲੱਗਾ, ਅਸੀਂ ਸਾਰੇ ਪੜ੍ਹਦੇ ਹਾਂ 750 ਮੁਰੱਬਾ ਜ਼ਮੀਨ ਗੁਰੂ ਨਾਨਕ ਸਾਹਿਬ ਜੀ ਦੇ ਅਸਥਾਨ ਦੇ ਨਾਮ ਹੈ, ਰਾਏ ਬੁਲਾਰ ਵੱਲੋਂ ਹੈ। ਕੁਝ ਵਿਦਵਾਨ ਕਹਿੰਦੇ ਸ਼ੇਰੇ ਪੰਜਾਬ ਦੇ ਵੱਲੋਂ, ਪਰ ਜੋ ਉੱਥੇ ਪਿਛੋਕੜ ਸਾਨੂੰ ਮਿਲਦਾ ਹੈ, ਜਦੋਂ ਇੱਥੇ ਮਹੰਤਾਂ ਦਾ ਕਬਜ਼ਾ ਸੀ ਜਾਂ ਮਹੰਤ ਇੱਥੇ ਸਨ, ਮਹੰਤ ਨਰਾਇਣ ਦਾਸ ਤੋਂ ਪਹਿਲਾਂ 2 ਮਹੰਤ ਹੋਏ ਨੇ, ਸਾਧੂ ਰਾਮ ਤੇ ਕਿਸ਼ਨ ਦਾਸ। ਅਸਲ 'ਚ ਇਹ ਦੋਨੋਂ ਮਹੰਤ ਜਿਹੜੇ ਸਨ, ਇਹ ਵਿਭਿਚਾਰੀ ਸਨ, ਕੁਕਰਮ ਕਰਦੇ ਸਨ। ਇਸ ਤੋਂ ਪਹਿਲਾਂ ਜਿਹੜਾ ਮਹੰਤ ਹੈ, ਉਹਨੇ ਆਪਣੇ ਭਤੀਜੇ ਦੀ ਸ਼ਾਦੀ ਵਿੱਚ, ਆਪਣੇ ਭਤੀਜੇ ਦੇ ਵਿਆਹ ਵਿੱਚ ਲਾਹੌਰ ਤੋਂ ਨੱਚਣ ਵਾਲੀਆਂ ਨਾਚੀਆਂ ਮੰਗਾਈਆਂ, ਵੇਸ਼ਵਾਂ ਮੰਗਾਈਆਂ, ਤੇ ਗੁਰਦੁਆਰਾ ਨਨਕਾਣਾ ਸਾਹਿਬ ਦੀ ਹਦੂਦ ਦੇ ਅੰਦਰ ਉਹਨੇ ਨਾਚ ਕਰਾਏ ਸਨ। ਮੈਂ ਸਿਰਫ ਇੱਕ ਪੱਖ ਬੇਨਤੀ ਕਰਨੀ ਹੈ, ਸਾਕਾ ਕਿਉਂ ਵਾਪਰਿਆ ਉੱਥੇ, ਪਰ ਇਹ ਸਿਰਫ 3-4 ਘਟਨਾਵਾਂ ਨੇ ਜਿਹੜੀਆਂ ਸੰਗਤ ਨੂੰ ਜਾਂ ਸਮਾਜ ਵਿੱਚ ਓਪਨ ਹੋ ਗਈਆਂ, ਪਤਾ ਲੱਗ ਗਈਆਂ। ਅੰਦਰ ਖਾਤੇ ਪਤਾ ਨਹੀਂ ਮਹੰਤ ਕਿੰਨੇ ਕੁ ਪਾਪ ਕਮਾਉਂਦੇ ਰਹੇ, ਜਿਹਦੀ ਖਬਰ ਦੂਜੇ ਕੰਨ ਕਿਸੇ ਨੂੰ ਵੀ ਨਹੀਂ ਪਈ। ਜਿਸ ਵਕਤ ਇਸ ਤੋਂ ਪਹਿਲਾਂ ਮਹੰਤ ਬਿਮਾਰ ਹੋ ਗਿਆ, ਗੁਪਤ ਬਿਮਾਰੀ ਉਹਨੂੰ ਲੱਗ ਗਈ, ਉਹ ਬਿਮਾਰ ਹੋ ਗਿਆ। ਉਹ ਲਾਹੌਰ ਸੀ, ਨਰਾਇਣ ਦਾਸ ਆਇਆ, ਉਸ ਦੀ ਜੇਬ ਵਿੱਚੋਂ ਕੁੰਜੀਆਂ ਚਾਬੀਆਂ ਕੱਢ ਕੇ ਲੈ ਗਿਆ। ਉਹਦੀ ਮੌਤ ਹੋ ਗਈ। ਤੇ ਨਰਾਇਣ ਦਾਸ ਮਹੰਤ ਨੇ ਮੈਜਿਸਟ੍ਰੇਟ ਦੇ ਸਾਹਮਣੇ ਇਹ ਸ਼ਬਦ ਮੰਨੇ ਸਨ, ਇਹ ਸੰਗਤ ਸਾਹਮਣੇ ਉਹਨੇ ਪ੍ਰਵਾਨਿਆ ਸੀ ਕਿ ਮੈਂ ਉਹ ਹਰਕਤਾਂ ਨਹੀਂ ਕਰਾਂਗਾ ਜਿਹੜੇ ਇਸ ਤੋਂ ਪਹਿਲਾਂ ਮਹੰਤ ਕਰਦੇ ਰਹੇ ਆ। ਮੈਂ ਸੰਗਤ ਅਨੁਸਾਰ ਚੱਲਾਂਗਾ। ਜੇ ਸੰਗਤ ਚਾਹੇਗੀ ਤੇ ਜਦੋਂ ਮਰਜ਼ੀ ਮੈਨੂੰ ਇਸ ਸੇਵਾ ਤੋਂ ਮੁਕਤ ਕਰ ਸਕਦੀ ਹੈ। ਉਦੋਂ ਇਹ ਮੰਨਿਆ ਜਦੋਂ ਇਹ ਮਹੰਤੀ ਤੇ ਬੈਠਾ, ਪਰ ਸੱਚ ਇਹਵੇਂ ਨੇ ਪਿਛਲੇ ਮਹੰਤਾਂ ਨੂੰ ਵੀ ਮਾਤ ਕਰ ਦਿੱਤਾ ਸੀ। ਇਹਦੇ ਸੰਬੰਧੀ 1917-18 ਖਾਸ ਕਰਕੇ ਮਰਜ਼ ਕੀਤੀ, ਉਦੋਂ ਇਹਨੇ ਵੀ ਵੇਸ਼ਵਾਂ ਮੰਗਾਈਆਂ ਸਨ ਤੇ ਨਨਕਾਣਾ ਸਾਹਿਬ ਦੇ ਅੰਦਰ ਸ਼ਰਾਬ ਦੇ ਦੌਰ ਚੱਲੇ, ਸ਼ਰਾਬ ਚੱਲਿਆ ਤੇ ਨੱਚਣ ਵਾਲੀਆਂ ਨਾਚੀਆਂ ਨੇ ਨਾਚ ਕੀਤਾ। ਪਰ ਨਾਲ ਇੱਕ ਗੱਲ ਚੇਤੇ ਰੱਖੀ ਜਾਇਓ, ਇਹ ਕੱਲੀਆਂ ਉਦਣ ਦੀਆਂ ਨੇ ਕੱਲੀਏ, ਮਹੰਤ ਸ਼ਰਾਬ ਤੇ ਨੱਚਣ ਵਾਲੀਆਂ ਨੂੰ ਸ਼ਰਾਬ ਕਬਾਬ ਉੱਥੇ ਚੱਲਦਾ ਹੈ। ਤੇ ਜੇ ਅੱਜ ਵੀ ਗੁਰਦੁਆਰੇ ਦੀ ਸੇਵਾ ਲੈਣ ਲਈ ਪ੍ਰਧਾਨ ਹੋਵੇ, ਕਮੇਟੀ ਮੈਂਬਰ ਹੋਵੇ, ਲੋਕਲ ਕਮੇਟੀ ਹੋਵੇ, ਸ਼੍ਰੋਮਣੀ ਕਮੇਟੀ ਹੋਵੇ, ਕਿਤੇ ਵੀ ਸੰਸਾਰ 'ਚ ਜਿੱਥੇ ਵੀ ਗੁਰਦੁਆਰੇ ਦਾ ਪ੍ਰਬੰਧ ਹੋਵੇ, ਜਿਹੜੇ ਪ੍ਰਬੰਧਕੀ ਢਾਂਚੇ ਵਿੱਚ ਆਉਣ ਲਈ ਸ਼ਰਾਬ, ਮਾਸ ਤੇ ਨਸ਼ੇ ਦੇ ਵਰਤੋਂ ਕਰਦੇ ਨੂੰ, ਇਹ ਗੱਲ ਚੇਤੇ ਰੱਖਣ ਕਿ ਉਹਨਾਂ ਦਾ ਦਰਜਾ ਵੀ ਨਰਾਇਣ ਦਾਸ ਵਰਗਾ ਹੀ ਬਣ ਜਾਣਾ ਹੈ। ਭਾਵੇਂ ਚਲੋ ਮੇਰੀ ਗੱਲ ਹੋ ਸਕਦਾ ਬਈਆਂ ਨੂੰ ਬੜੀ ਕੌੜੀ ਲੱਗਣੀ ਹੈ, ਉਹਦਾ ਕਸੂਰ ਇਹੀ ਹੈ ਕਿ ਉਹਨੇ ਉੱਤੇ ਸ਼ਰਾਬ ਦੇ ਦੌਰ ਚਲਾਏ, ਨੱਚਣ ਵਾਲੀਆਂ ਨਾਚੀਆਂ ਤੋਂ ਨਾਚ ਕਰਾਇਆ। ਪਿਆਰਿਓ, ਉਸ ਤੋਂ ਅਗਾਂਹ ਜਿਹੜੀ ਘਟਨਾ ਵਾਪਰੀ ਜਿਹਨੇ ਦਿਲ ਹਿਲਾ ਦਿੱਤਾ, ਅੰਮ੍ਰਿਤਧਾਰੀ ਸਿੰਘ ਸਰੋਵਰ ਵਿੱਚ ਇਸ਼ਨਾਨ ਕਰਨ ਜਾਂਦੇ ਸਨ ਤੇ ਇਹ ਮਹੰਤ ਦੇ ਬੰਦੇ ਜਿਹੜੇ ਸਨ, ਉਹਨਾਂ ਨੇ ਉਹਨਾਂ ਦਾ ਮਜ਼ਾਕ ਵੀ ਉਡਾਉਣਾ। ਇੱਕ ਸਿੰਘ ਦੀ ਕਿਰਪਾਨ ਵੀ ਉਹਨਾਂ ਨੇ ਖੋਹ ਲਈ ਸੀ। ਉਹ ਨਹੀਂ ਸਨ ਪਸੰਦ ਕਰਦੇ ਕਿ 5 ਕਕਾਰੀ ਧਾਰਨੀ, ਨੀਲੀ ਦਸਤਾਰ ਵਾਲੇ ਖਾਲਸੇ ਉਸ ਜਗ੍ਹਾ ਤੇ ਆਉਣ। ਇੱਕ ਸਿੰਧੀ ਜੱਜ ਰਿਟਾਇਰ ਹੋਇਆ। ਮੈਂ ਸਿਰਫ ਥੋੜਾ ਜਿਹਾ ਪਿਛੋਕੜ ਦੱਸਣਾ ਚਾਹਨਾ, ਇਹ ਕਿਉਂ ਵਾਪਰਿਆ। ਇਹਦਾ ਜ਼ਿਕਰ ਸਿੰਘ ਸਾਹਿਬ ਜੀ ਨੇ ਵੀ ਉੱਥੇ ਕੀਤਾ ਸੀ ਜਿੱਥੇ ਮੇਨ ਸਮਾਗਮ ਸੀ। ਸਿੰਧੀ ਜੱਜ ਰਿਟਾਇਰ ਹੋਇਆ, ਉਹਦੇ ਘਰ ਦੇ ਤਕਰੀਬਨ 35 ਜੀ ਉਹਦੇ ਰਿਸ਼ਤੇਦਾਰੀ ਵਿੱਚੋਂ ਆਏ ਤੇ ਉਸ ਜੱਜ ਨੇ ਮਨ 'ਚ ਇਹ ਫੁਰਨਾ ਬਣਾਇਆ ਸੀ ਕਿ ਜਿਸ ਦਿਨ ਮੈਂ ਰਿਟਾਇਰ ਹੋਵਾਂਗਾ
ਤੇ ਮੈਂ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਪਵਿੱਤਰ ਅਸਥਾਨ ਨਨਕਾਣਾ ਸਾਹਿਬ ਜੀ ਜਾ ਕੇ ਮੈਂ ਮੱਥਾ ਟੇਕਾਂਗਾ ਤੇ ਸਤਿਗੁਰਾਂ ਦਾ ਸ਼ੁਕਰਾਨਾ ਕਰਾਂਗਾ। ਉਹ ਸਿੰਧੀ ਜੱਜ ਨਨਕਾਣਾ ਸਾਹਿਬ ਆਇਆ, ਉਹਦੇ ਪਰਿਵਾਰ ਦੇ ਜੀ ਨਾਲ ਸਨ ਤੇ ਸੰਧਿਆ ਵੇਲੇ ਉਹ ਪਹੁੰਚਦੇ ਨੇ। ਉਹਨਾਂ ਨੇ ਰਹਿਣ ਵਾਸਤੇ ਰਿਹਾਇਸ਼ ਮੰਗੀ ਜਾਂ ਕਮਰਾ ਮੰਗਿਆ। ਉਹਨਾਂ ਨੂੰ ਕਮਰਾ ਦਿੱਤਾ ਗਿਆ ਪਰ ਅੰਦਰ ਚਾਨਣ ਨਹੀਂ ਸੀ। ਉਸ ਵਕਤ ਉਸ ਜੱਜ ਨੇ ਮਹੰਤ ਦੇ ਇੱਕ ਆਦਮੀ ਨੂੰ ਕਿਹਾ, ਕਮਰਾ ਤਾਂ ਠੀਕ ਪਰ ਇੱਥੇ ਦੀਵੇ 'ਚ ਤੇਲ ਨਹੀਂ, ਲੈਂਪ ਨਹੀਂ ਕੋਈ। ਤੇ ਇਸ ਜੱਜ ਦੀ ਬੇਟੀ ਜਿਹਦੀ ਉਮਰ ਤਕਰੀਬਨ 13 ਕੁ ਸਾਲ ਦੱਸਦੇ ਆ, ਉਸ ਮਹੰਤ ਦੇ ਆਦਮੀ ਨੇ ਕਿਹਾ ਵੀ ਇਸ ਗੁੱਡੀ ਨੂੰ ਤੁਸੀਂ ਭੇਜ ਦਿਓ, ਅਸੀਂ ਤੇਲ ਵਾਲਾ ਦੀਵਾ ਜਾਂ ਦੀਵੇ 'ਚ ਤੇਲ ਪਾ ਕੇ ਜਗਾ ਕੇ ਦੀਵਾ ਉੱਥੋਂ ਦੇ ਦਿੰਦੇ ਹਾਂ। ਇੱਧਰ ਰਹਿਰਾਸ ਸਾਹਿਬ ਜੀ ਦਾ ਪਾਠ ਸ਼ੁਰੂ ਹੋ ਗਿਆ। ਉਧਰ ਉਸ ਸਿੰਧੀ ਜੱਜ ਦੀ ਬੇਟੀ ਉਹਨੂੰ ਅੰਦਰ ਲਿਜਾ ਕੇ ਉਹਦੀ ਪੱਤ ਲੁੱਟੀ ਗਈ। ਉਹ ਮੈਂ ਫਿਰ ਬੇਨਤੀ ਸੁਣੋ, ਮੈਂ ਲਫ਼ਜ਼ ਬੜੇ ਸੰਕੋਚ ਵਿੱਚ ਵਰਤਾਂਗਾ। ਅੰਦਰ ਨਨਕਾਣਾ ਸਾਹਿਬ ਜਨਮ ਅਸਥਾਨ ਤੇ ਰਹਿਰਾਸ ਦਾ ਪਾਠ ਹੋ ਰਿਹਾ ਹੈ। ਉਹ ਸ਼ਰਧਾਲੂ ਬੰਦਾ ਸਿੰਧੀ ਜੱਜ, ਉਹਦੀ ਬੇਟੀ ਦੀ ਪੱਤ ਲੁੱਟੀ ਗਈ। ਉਹ ਰੋਂਦੀ ਹੋਈ ਬਾਹਰ ਆਈ। ਉਹਨੇ ਆਪਣੀ ਸਾਰੀ ਵਿਥਿਆ ਸੁਣਾਈ ਕਿ ਮੇਰੀ ਇੱਜ਼ਤ ਮਿੱਟੀ 'ਚ ਰੋਲ ਦਿੱਤੀ। ਸਿੰਧੀ ਜੱਜ ਰੋਣ ਲੱਗ ਪਿਆ। ਕਹਿੰਦੇ ਮਹੰਤ ਬੈਠਾ ਸੀ ਬੈਠਕ ਦੇ ਵਿੱਚ, ਨਰੈਣੂ ਮਹੰਤ ਆਇਆ। ਉਹਨੇ ਉਸ ਦੇ ਬੰਦਿਆਂ ਨੇ ਉਸ ਬੇਟੀ ਨੂੰ, ਸਿੰਧੀ ਜੱਜ ਦੀ ਬੇਟੀ ਨੂੰ ਫਿਰ ਖੋਹ ਲਿਆ। ਉਹਨੇ ਕਿਹਾ ਜੇ ਤੁਸੀਂ ਰੌਲਾ ਪਾਓਗੇ ਇਸ ਕੁੜੀ ਨੂੰ ਵੀ ਮਾਰਾਂਗੇ, ਤੁਹਾਨੂੰ ਵੀ ਖਤਮ ਕਰਾਂਗੇ। ਰਾਤ ਉਹਨਾਂ ਨੇ ਉਸ ਕੁੜੀ ਨੂੰ ਆਪਣੇ ਕੋਲ ਰੱਖਿਆ, ਜੱਜ ਦੀ ਬੇਟੀ ਨੂੰ। ਸਾਰਾ ਪਰਿਵਾਰ ਸਰੋਵਰ ਦੇ ਕੰਢੇ ਸਾਰੀ ਰਾਤ ਰੋਂਦਾ ਰਿਹਾ। ਉਹਨੇ ਕਿਹਾ ਮੈਂ ਤੁਹਾਡੀ ਬੇਟੀ ਸਵੇਰੇ ਸਟੇਸ਼ਨ ਤੇ ਜਾ ਕੇ ਦਿਆਂਗਾ। ਉਹ ਪਰਿਵਾਰ ਜਾ ਨਹੀਂ ਸਕਿਆ ਰਾਤ ਉੱਥੋਂ, ਉਹ ਰੋਈ ਜਾਣ। ਇਹ ਸਿੰਧੀ ਜੱਜ ਸਵੇਰੇ ਜਦੋਂ ਸਟੇਸ਼ਨ ਤੇ ਗਿਆ, ਉੱਥੇ ਨਰੈਣੂ ਦੇ ਬੰਦਿਆਂ ਨੇ ਉਹ ਬੇਟੀ ਦਿੱਤੀ। ਉਸੇ ਸਾਲ 6 ਬੀਬੀਆਂ ਲਾਇਲ ਪੁਲ ਤੋਂ, ਵੈਸੇ ਜੜ੍ਹਾਂ ਵਾਲਾ ਤੋਂ ਆਈਆਂ ਸਨ। ਪੂਰਨਮਾਸ਼ੀ ਦੀ ਰਾਤ, ਪੂਰਨਮਾਸ਼ੀ ਨੂੰ ਆਈਆਂ। ਉਹਨਾਂ ਦੀ ਗੱਡੀ ਨਿਕਲ ਗਈ, ਉਹਨਾਂ ਨੂੰ ਰਾਤ ਉੱਥੇ ਰਹਿਣਾ ਪਿਆ। ਉਹਨਾਂ ਬੀਬੀਆਂ ਦੀ ਪੱਤ ਵੀ ਮਹੰਤ ਦੇ ਗੁੰਡਿਆਂ ਨੇ ਲੁੱਟੀ ਸੀ। ਮੈਂ ਸਿਰਫ ਇੰਨੀ ਕੁ ਬੇਨਤੀ ਕੀਤੀ, ਇਹ ਤਾਂ ਕੁਝ ਗੱਲਾਂ ਉਹ ਨੇ ਜਿਹੜੀਆਂ ਸੰਗਤ ਸਾਹਮਣੇ ਆਈਆਂ। ਬਾਕੀ ਜਿੰਨੇ ਕੁ ਪਾਪ ਕੁਕਰਮ ਕਰਦਾ ਸੀ, ਉਹਦੇ ਕੁਕਰਮਾਂ ਦਾ ਕੋਈ ਲੇਖਾ ਜੋਖਾ ਨਹੀਂ। ਹੁਣ ਇਹ ਗੱਲ ਸਰਦਾਰ ਕਰਤਾਰ ਸਿੰਘ ਝੱਬਰ ਨੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਕਹੀ। ਸਿੱਖ ਐਜੂਕੇਸ਼ਨਲ ਕਾਨਫਰੰਸ ਵਿੱਚ ਉਹ ਸਿੰਧੀ ਬੋਲਿਆ। ਉਹਨੇ ਭਰੀ ਕੋਈ ਸੰਗਤ ਵਿੱਚ ਕਿਹਾ ਸੀ ਕਿ ਹੁਣ ਖਾਲਸਾ, ਹੁਣ ਸਿੱਖ ਕਿੱਥੇ, ਹੁਣ ਸਿੰਘ ਕਿੱਥੇ, ਕਿ ਮੇਰੀ ਬੇਟੀ ਨਾਲ ਆਹ ਕੁਝ ਵਾਪਰਿਆ ਨਨਕਾਣਾ ਸਾਹਿਬ ਦੀ ਧਰਤੀ ਤੇ ਸਿੱਖਾਂ ਨੇ ਇੱਕ ਫੈਸਲਾ ਕਰ ਰਿਹਾ ਸੀ ਵੀ ਮਹੰਤ ਨਰੈਣੂ ਦਾਸ ਤੋਂ ਜਾਂ ਮਹੰਤ ਨਰੈਣੂ ਤੋਂ ਗੁਰਦੁਆਰਾ ਨਨਕਾਣਾ ਸਾਹਿਬ ਦੀ ਸੇਵਾ ਕਮੇਟੀ ਦੇ ਹੱਥ ਵਿੱਚ ਲੈਣੀ ਅਤ ਲਾਜ਼ਮੀ ਹੈ। ਇਸ ਦੇ ਪਿਛੋਕੜੇ ਕਾਰਨ ਸਨ। ਹੁਣ ਇਹ ਘਟਨਾ ਵਾਪਰੀ ਕਿਵੇਂ? ਮੈਂ ਆਪ ਨੂੰ ਬੇਨਤੀ ਕਰਾਂ, ਇੱਧਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆ ਗਈ। ਉਧਰ ਮਹੰਤ ਨੇ ਕਰਤਾਰ ਸਿੰਘ ਬੇਦੀ ਨਾਲ ਮਿਲ ਕੇ ਇਹਨਾਂ ਨੇ ਪੈਰਲਲ ਇੱਕ ਕਮੇਟੀ ਬਣਾ ਲਈ। ਇਹਦੇ ਵਿੱਚ ਪ੍ਰਧਾਨ ਖੁਦ ਨਰੈਣ ਦਾਸ ਬਣਿਆ ਤੇ ਸਕੱਤਰ ਜਿਹੜਾ ਇਹਨੇ ਬਸੰਤ ਦਾਸ ਮਾਨਕ ਬਣਾਇਆ। ਆਪ ਇਹ ਪ੍ਰਧਾਨ ਬਣ ਗਿਆ ਕਮੇਟੀ ਦਾ, ਸਕੱਤਰ ਇਹਨੇ ਬਸੰਤ ਦਾਸ ਬਣਾ ਦਿੱਤਾ। 60,000 ਰੁਪਈਆ ਇਹਨਾਂ ਇਕੱਠਾ ਕੀਤਾ ਸੀ ਇਸ ਕਮੇਟੀ ਦਾ ਮੁਕਾਬਲਾ ਕਰਨ ਦੇ ਲਈ ਜਾਂ ਸਿੱਖਾਂ ਦਾ ਮੁਕਾਬਲਾ ਕਰਨ ਦੇ ਲਈ। ਇੱਕ ਇਹਨਾਂ ਨੇ ਫਿਰ ਅਖਬਾਰ ਕੱਢਿਆ, ਉਸ ਅਖਬਾਰ ਦਾ ਨਾਮ ਸੀ ਸੰਤ ਸੇਵਕ। ਇੱਧਰ ਇਸ ਦੀਆਂ ਸਾਰੇ ਇਹ ਪਾਪ ਜਿਹੜੇ ਨੇ ਉਹ ਪ੍ਰਗਟ ਹੋ ਗਏ। ਤੇ ਕੱਲ ਮੈਂ ਆਪ ਜੀ ਨੂੰ ਇੱਕ ਬੇਨਤੀ ਕੀਤੀ ਸੀ, ਇਹ ਬਕਾਇਦਾ ਰਿਕਾਰਡ ਹੈ, ਲਿਖਤ ਹੈ, ਕਿ ਜਿਸ ਵਕਤ ਭਾਈ ਖਜ਼ਾਰਾ ਸਿੰਘ ਜੀ ਦਾ ਭੋਗ ਤਰਨ ਤਾਰਨ ਸਾਹਿਬ ਵਾਲੇ ਜਿਹੜੇ ਸ਼ਹੀਦ ਹੋਏ ਉਹਨਾਂ ਦਾ ਭੋਗ ਪਿਆ, ਤੇ ਉਸ ਵਕਤ ਭਾਈ ਸਾਹਿਬ ਭਾਈ ਲਛਮਣ ਸਿੰਘ ਜੀ ਨੇ ਜੋ ਦੀਵਾਨ ਵਿੱਚ ਬੋਲਿਆ, ਮੈਂ ਕੱਲ ਵੀ ਕਿਹਾ ਸੀ, ਉਹ ਮੈਂ ਰਿਪੀਟ ਹੁਣ ਫਿਰ ਕਰ ਦੇਣਾ। ਉਹਨਾਂ ਦੇ ਅੰਦਰ ਚਾਹ ਸੀ, ਇੱਕ ਸ਼ਹਾਦਤ ਦਾ ਵੀ ਤੇ ਦੂਸਰਾ ਗੁਰੂ ਨਾਨਕ ਸਾਹਿਬ ਦੇ ਘਰ ਨੂੰ ਇਸ ਮਹੰਤ ਦੇ ਪਾਪਾਂ ਤੋਂ ਮੁਕਤ ਕਰਾਉਣ ਦੇ ਲਈ। ਭਾਈ ਲਛਮਣ ਸਿੰਘ ਜੀ ਧਾਰੋਵਾਲ, ਉਹਨਾਂ ਨੇ ਇਹ ਸਪੀਚ, ਇਹ ਲੈਕਚਰ ਦੀਵਾਨ ਵੀ ਦਿੱਤਾ ਸੀ। ਹੇ ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ, ਤੁਸੀਂ ਜ਼ਬਰ ਦਾ ਮੁਕਾਬਲਾ ਸਬਰ ਦੇ ਨਾਲ ਕੀਤਾ। ਤੱਤੀ ਤਵੀ ਤੇ ਬੈਠੇ ਦੇਗ ਵਿੱਚ ਉਬਾਲੇ ਖਾਦੇ, ਸੀਸ ਵਿੱਚ ਰੇਤਾ ਪਵਾਇਆ ਪਰ ਸੀ ਨਹੀਂ ਉਚਾਰੀ।
ਆਪ ਜੀ ਦੇ ਦਰਬਾਰ ਵਿੱਚ ਇਸ ਨੂੰ ਮੁਕਤ ਕਰਾਉਣ ਦੇ ਲਈ ਭਾਈ ਹਜ਼ਾਰਾ ਸਿੰਘ ਜੀ ਨੇ ਆਪਣਾ ਖੂਨ ਡੋਲਿਆ। ਮੈਂ ਤੇਰੇ ਚਰਨਾਂ 'ਚ ਅਰਦਾਸ ਕਰਕੇ ਇਹ ਦਾਤ ਮੰਗਣਾ ਵਾਂ, ਤੁਸੀਂ ਕਿਰਪਾ ਕਰੋ, ਮੈਂ ਨਨਕਾਣਾ ਸਾਹਿਬ ਦੀ ਸੇਵਾ ਮੈਨੂੰ ਬਖਸ਼ੋ ਤੇ ਸ਼ਹਾਦਤ ਦੀ ਦਾਤ ਮੈਨੂੰ ਪ੍ਰਾਪਤ ਹੋਵੇ। ਮੈਂ ਅਰਜ਼ ਕਰਾਂਗਾ ਕਿ ਮਹੰਤ ਦੇ ਇਹਨਾਂ ਪਾਪਾਂ ਨਾਲ ਪੰਥ ਸਹਿਮਤ ਨਹੀਂ ਸੀ। ਗੱਲਬਾਤ ਚੱਲਦੀ ਰਹੀ। ਮਹੰਤ ਸ਼ਾਤਰ ਬਹੁਤ ਸੀ। ਇਸ ਬੰਦੇ ਨੂੰ ਪਤਾ ਸੀ ਵੀ ਸਿੱਖਾਂ ਨੇ, ਸ਼੍ਰੋਮਣੀ ਕਮੇਟੀ ਨੇ, ਅਕਾਲੀਆਂ ਨੇ ਆਉਣਾ ਹੈ। ਇਹਨੇ ਹਥਿਆਰ ਵੀ ਇਕੱਠੇ ਕਰ ਲਏ, ਤੇਲ ਦੇ ਪੀਪੇ ਵੀ ਇਕੱਠੇ ਕੀਤੇ, ਇਹਨੇ ਲੱਕੜਾਂ ਦਾ ਢੇਰ ਵੀ ਲਵਾ ਲਿਆ। ਇੱਥੋਂ ਤੱਕ ਕਿ ਤਕਰੀਬਨ 12 ਕੁ ਬਦਮਾਸ਼ ਜਿਹੜੇ 10 ਨੰਬਰੀ ਕਾਤਲ ਭਗੌੜੇ ਸਨ ਉਹ ਵੀ ਇਹਨੇ ਰੱਖ ਲਏ। ਕਈ ਇਹਨੇ ਮੁਸਲਮਾਨ ਜਿਹੜੇ ਨੇ ਉਹ ਵੀ ਰੱਖੇ, ਰਾਂਝਾ, ਰਿਹਾਣਾ ਤੇ ਮਾਛੀ। ਇਹ ਮੁਸਲਮਾਨਾਂ ਦਾ ਜ਼ਿਕਰ ਕਰਦੀ ਹੈ ਤਵਾਰੀਖ। ਇਹਨੇ ਫਿਰ ਕਿਹਾ, ਗੱਲਬਾਤ ਵੀ ਸ਼ੁਰੂ ਕਰਨ ਲੱਗ ਪਿਆ। ਕਰਤਾਰ ਸਿੰਘ ਝੱਬਰ ਦਾ ਇੱਕ ਸੂਈਆ, ਉਹ ਇਸ ਮਹੰਤ ਦੇ ਨੇੜੇ ਰਹਿੰਦਾ ਸੀ ਤੇ ਇੱਕ ਇੱਕ ਗੱਲ ਇਹਨੂੰ ਦੱਸਦਾ ਸੀ। ਤੇ ਇਹ ਕੁਕਰਮੀ ਇੰਨਾ, ਮੈਂ ਚਲੋ ਇੱਕ ਜ਼ਿਕਰ ਹੋਰ ਕਰਦੇ ਹਾਂ। ਇਸ ਨੇ ਆਪਣੇ ਘਰ ਵਿੱਚ ਇੱਕ ਮੁਸਲਮਾਨ ਮਿਰਾਸਨ ਪਾਈ ਸੀ। ਉਹਨੂੰ 2 ਘਰ ਬਣਾ ਕੇ ਦਿੱਤੇ ਸਨ। ਇੱਕ ਉਹਦੇ ਲਈ ਘਰ ਨਨਕਾਣਾ ਸਾਹਿਬ ਸੀ ਤੇ ਦੂਜਾ ਘਰ ਉਹਦੇ ਵਾਸਤੇ ਇਹਨੇ ਰਾਮ ਗਲੀ ਲਾਹੌਰ ਬਣਾਇਆ ਹੋਇਆ ਸੀ। ਉਸ ਦੇ ਇਹ ਵੀ ਪਾਪ ਸੰਗਤ ਨੂੰ ਪਤਾ ਸੀ। ਮਹੰਤ ਕਰਤਾਰ ਸਿੰਘ ਝੱਬਰ ਨੂੰ ਮਿਲਦਾ, ਗੱਲਬਾਤ ਹੁੰਦੀ ਹੈ। ਮੈਂ ਬਿਲਕੁਲ ਸੰਖੇਪ ਜਿਹਾ ਲਿਆ ਜਿਹੜਾ ਸਮਝ ਪੈ ਜਾਏ। ਕੋਈ ਤਰੀਕਾਂ ਦਾ ਜ਼ਿਆਦਾ ਮੈਂ ਆਗੂਆਂ ਦਾ ਨਾਮਾਂ ਦਾ ਜ਼ਿਕਰ ਨਹੀਂ ਕਰਨਾ। ਮੇਰਾ ਸਿਰਫ ਅੱਜ ਮਕਸਦ ਇਹ ਹੈ ਕਿ ਜਿਸ ਸਾਕੇ ਨੂੰ ਆਪਾਂ ਯਾਦ ਪੈ ਕਰਨੇ ਆ ਉਹ ਕਿੰਨਾ ਕੁ ਖਤਰਨਾਕ ਭਿਆਨਕ ਸੀ, ਉਹ ਕਿਵੇਂ ਵਾਪਰਿਆ ਹੈ। ਇਹ ਕਰਤਾਰ ਸਿੰਘ ਝੱਬਰ ਨੂੰ ਮਿਲਦਾ ਹੈ। ਮਹੰਤ ਸ਼ਾਤਰ ਸੁਲ੍ਹਾ ਦੀ ਗੱਲ ਵੀ ਕਰਦਾ ਸੀ, ਪਰ ਅੰਦਰੋਂ ਅੰਦਰ ਹੀ ਪੂਰੀ ਤਿਆਰੀ ਵੀ ਕਰੀ ਬੈਠਾ। ਇਹਨੇ ਕਿਹਾ, ਜੀ ਮੇਰੀਆਂ 3 ਗੱਲਾਂ ਨੇ। ਪਹਿਲੀ ਗੱਲ, ਮਹੰਤ ਕਹਿੰਦਾ ਕਿ ਜਿੰਨੀ ਜਾਇਦਾਦ ਹੈ ਨਨਕਾਣਾ ਸਾਹਿਬ ਦੀ ਜਾਂ ਗੋਲਕ ਹੈ, ਇਹਦੇ ਵਿੱਚੋਂ ਮੈਨੂੰ ਹਿੱਸਾ ਦਿੱਤਾ ਜਾਏ। ਪਹਿਲੀ ਸ਼ਰਤ ਮੇਰੀ ਇਹ। ਦੂਜੀ, ਮੈਨੂੰ ਗੁਰਦੁਆਰੇ ਤੋਂ ਬਾਹਰ ਨਾ ਕੱਢਿਆ ਜਾਏ। ਸੇਵਾ ਲਵੇ ਤੇ ਕੀ ਉਹਦੇ ਲਈ ਵਰਤਾਂ, ਕਿਉਂਕਿ ਉਹਦੀ ਸੇਵਾ ਤਾਂ ਹੈ ਹੀ ਨਹੀਂ, ਪਾਪ ਕਮਾ ਰਿਹਾ ਸੀ। ਇੱਕ, ਮੈਨੂੰ ਜਾਇਦਾਦ ਵਿੱਚੋਂ ਹਿੱਸਾ ਦਿੱਤਾ ਜਾਏ। ਦੂਜਾ, ਮੈਨੂੰ ਇੱਥੋਂ ਕੱਢਿਆ ਨਾ ਜਾਏ। ਤੇ ਤੀਸਰੀ, ਜਿਹੜੀ ਸਿੱਖਾਂ ਨੇ ਕਮੇਟੀ ਬਣਾਈ ਏ, ਮੈਨੂੰ ਸ਼੍ਰੋਮਣੀ ਕਮੇਟੀ ਦਾ ਮੈਂਬਰ ਬਣਾਇਆ ਜਾਏ। ਇਹ ਮੇਰੀਆਂ ਸ਼ਰਤਾਂ ਨੇ। ਝੱਬਰ ਸਾਹਿਬ ਬੋਲੇ। ਉਹਨਾਂ ਨੂੰ ਪਤਾ ਸੀ ਚਲਾਕੀ ਕਰ ਰਿਹਾ। ਉਹ ਕਹਿਣ ਲੱਗੇ, ਚਲੋ 2 ਗੱਲਾਂ ਤਾਂ ਮੈਂ ਹੋ ਸਕਦੀਆਂ ਨੇ, ਵੀ ਤੈਨੂੰ ਹਿੱਸਾ ਵੀ ਮਿਲ ਜਾਏ ਕਿਉਂਕਿ ਬੜੀ ਦੇਰ ਦੇ ਮਹੰਤ ਕਾਬਜ ਨੇ। ਦੂਜੀ ਗੱਲ, ਤੈਨੂੰ ਕੱਢਿਆ ਵੀ ਨਾ ਜਾਏ। ਪਰ ਤੀਸਰੀ ਗੱਲ ਜਿਹੜੀ ਤੂੰ ਕਹਿੰਦਾ ਕਿ ਮੈਨੂੰ ਸ਼੍ਰੋਮਣੀ ਕਮੇਟੀ ਦਾ ਮੈਂਬਰ ਬਣਾਇਆ ਜਾਏ, ਇਹ ਮੇਰੇ ਵੱਸ ਨਹੀਂ, ਇਹਦੀ ਗੱਲ ਕੀਤੀ ਜਾ ਸਕਦੀ ਹੈ। ਉਧਰ ਮੈਂ ਬੇਨਤੀ ਕਰਾਂ, ਭਾਈ ਲਛਮਣ ਸਿੰਘ ਧਾਰੋਵਾਲ, ਉਹਨਾਂ ਨੇ ਆਪਣੇ ਪਿੰਡ ਦੇ ਵਿੱਚ ਇਸ ਤੋਂ ਪਹਿਲਾਂ ਇੱਕ ਬਹੁਤ ਵੱਡਾ ਦੀਵਾਨ ਰੱਖਿਆ ਸੀ। ਮੇਰਾ ਖਿਆਲ ਉਸ ਵੇਲੇ ਸਭ ਤੋਂ ਜ਼ਿਆਦਾ ਸੰਗਤ ਭਾਈ ਸਾਹਿਬ ਜੀ, ਭਾਈ ਲਛਮਣ ਸਿੰਘ ਉਹਨਾਂ ਦੇ ਉਸ ਦੀਵਾਨ ਵਿੱਚ ਗਈ, ਉਸ ਕਾਨਫਰੰਸ ਵਿੱਚ ਗਈ। ਉੱਥੇ ਵੀ ਭਾਈ ਲਛਮਣ ਸਿੰਘ ਨੇ ਸੰਗਤ ਵਿੱਚ ਖਲੋ ਕੇ ਇਹ ਹੀ ਬੇਨਤੀ ਕੀਤੀ, ਸੱਚੇ ਪਾਤਸ਼ਾਹ, ਧੰਨ ਗੁਰੂ ਨਾਨਕ ਸਾਹਿਬ ਜੀ ਮਹੰਤ ਪਾਪ ਕਮਾ ਰਿਹਾ ਹੈ, ਤੁਸੀਂ ਕਿਰਪਾ ਕਰੋ, ਮੈਨੂੰ ਉਸ ਦਰਬਾਰ ਦੀ ਸੇਵਾ ਮੈਨੂੰ ਬਖਸ਼ ਦਿਓ, ਮੇਰੀ ਝੋਲੀ 'ਚ ਸ਼ਹਾਦਤ ਦੀ ਦਾਤ ਪਾਓ। ਤੇ ਨਾਲ ਇੱਕ ਸ਼ਬਦ ਕਿਹਾ ਕਿ ਭਾਵੇਂ ਉਹ ਜੋ ਮਰਜ਼ੀ ਜ਼ੁਲਮ ਕਰੇ, ਜ਼ਬਰ ਕਰੇ, ਤੁਸੀਂ ਕਿਰਪਾ ਕਰਿਓ ਗੁਰੂ ਅਰਜਨ ਦੇਵ ਜੀ, ਸਾਨੂੰ ਅੰਦਰੋਂ ਸਬਰ ਤੇ ਸ਼ਾਂਤੀ ਨਾਲ ਝੱਲਣ ਦੀ ਦਾਤ ਬਖਸ਼ਿਆ ਜੇ। ਹੁਣ ਸੁਣਿਓ ਕਿ ਅਸਲ 'ਚ ਮਹੰਤ ਕੀ ਹੈ। ਤੇ ਸਿੱਖਾਂ ਨੇ 4, 5 ਤੇ 6 ਮਾਰਚ, ਇਹ ਤਰੀਕਾਂ ਨੋਟ ਕਰਨ ਵਾਲੀਆਂ ਨੇ। 4, 5, 6 ਮਾਰਚ 1921 ਨੂੰ ਨਨਕਾਣਾ ਸਾਹਿਬ ਵਿਖੇ ਕਾਨਫਰੰਸ ਰੱਖ ਦਿੱਤੀ। ਉਂਝ ਯਾਦ ਰੱਖਿਓ, ਇਸ ਤੋਂ ਪਹਿਲਾਂ ਜਿਹੜਾ ਨਵੰਬਰ ਵਿੱਚ ਗੁਰਪੁਰਬ ਨਿਕਲਿਆ ਸੀ 1920 ਦਾ, ਭਾਈ ਲਛਮਣ ਸਿੰਘ ਉਦੋਂ ਵੀ ਗਏ ਸਨ। ਇਹਨੇ ਤਿਆਰੀ ਉਦੋਂ ਹੀ ਕੀਤੀ ਸੀ ਭਾਈ ਸਾਹਿਬ ਨੂੰ ਮਾਰਨ ਦੀ, ਖਤਮ ਕਰਨ ਦੀ। ਪਰ ਕੁਦਰਤੀ ਤੌਰ ਤੇ ਹੋਇਆ ਕਿ ਜਦੋਂ ਭਾਈ ਲਛਮਣ ਸਿੰਘ ਮੱਥਾ ਟੇਕਣ ਗਏ ਉਸ ਪੁਰਬ ਤੇ, ਉਸ ਵਕਤ ਅੰਗਰੇਜ਼ ਅਫਸਰ ਵੀ ਉੱਥੇ ਆਏ ਹੋਏ ਸਨ ਤੇ ਕਹਿੰਦੇ ਨੇ ਨਰੈਣੂ ਉਸ ਦਿਨ ਤਾਂ ਟਲ ਗਿਆ। ਇਹ ਫਿਰ ਸਿੱਖਾਂ ਨੇ 4, 5, 6 ਮਾਰਚ ਦੀ ਇੱਥੇ ਕਾਨਫਰੰਸ ਰੱਖ ਦਿੱਤੀ ਵੀ ਮਹੰਤ ਨਾਲ ਗੱਲਬਾਤ ਵੀ ਚੱਲੇਗੀ
ਤੇ ਇਧਰ ਦੂਸਰੇ ਪਾਸੇ ਸਾਰੇ ਸਿੱਖ ਆਗੂ ਇਕੱਠੇ ਹੋ ਕੇ ਇੱਥੇ ਆਉਣਗੇ। ਉਸ ਦੇ ਲੰਗਰ ਦਾ ਪ੍ਰਬੰਧ ਕਰਨ ਵਾਸਤੇ ਕਮੇਟੀ ਬਣਾਈ ਗਈ, ਜਿਸ ਵਿੱਚ ਸਰਦਾਰ ਬੂਟਾ ਸਿੰਘ ਵਕੀਲ, ਬੂਟਾ ਸਿੰਘ ਜੀ ਦੂਸਰੇ ਤੇ ਕਰਤਾਰ ਸਿੰਘ ਜੀ ਝੱਬਰ ਆਦਿਕ। ਹੁਣ ਇਧਰ ਮਹੰਤ ਨੇ ਕੀ ਕੀਤਾ, ਇਹਨੇ ਜਿੰਨਾ ਬਦਮਾਸ਼ ਟੋਲਾ ਸੀ ਉਹਨੂੰ ਇਕੱਠਾ ਕਰ ਲਿਆ। ਇਹਨੇ ਕਿਹਾ ਵੀ 4, 5, 6 ਮਾਰਚ ਨੂੰ ਜਦੋਂ ਸਾਰੇ ਸਿੱਖ ਆਗੂ ਇਕੱਠੇ ਹੋਣਗੇ, ਉਹਨੇ 5-6 ਦੇ ਨਾਂ ਦੇ ਦਿੱਤੇ। ਮਾਸਟਰ ਤਾਰਾ ਸਿੰਘ ਜੀ ਝੱਬਰ ਸਾਹਿਬ, ਜਿਹੜੇ ਮੇਨ ਸੰਗ ਸਰਦਾਰ ਹਰਬੰਸ ਸਿੰਘ ਜੀ ਅਟਾਰੀ, ਉਹ ਕਹਿੰਦੇ ਨੇ ਵੀ ਉਹਨੇ ਬਿਉਂਤ ਬਣਾਈ, ਜਦੋਂ ਸਿੱਖ ਆਗੂ ਜਿਹੜੇ ਇਸ ਲਹਿਰ ਨੂੰ ਚਲਾ ਰਹੇ ਨੇ, ਇਹ ਜਦੋਂ ਇੱਥੇ ਆਉਣਗੇ ਤੇ ਇੱਕੋ ਦਮ ਤੁਸੀਂ ਗੋਲੀਆਂ ਚਲਾਇਓ, ਫਿਰ ਇਹਨਾਂ ਬੈਠਿਆਂ ਉੱਤੇ ਛਵੀਆਂ ਕੁਹਾੜੀਆਂ ਨਾਲ ਵਾਰ ਕਰ ਦਿਓ, ਅਸੀਂ ਰੌਲਾ ਪਾਵਾਂਗੇ ਉਹ ਪਤਾ ਨਹੀਂ ਕਿਹੜੇ ਬਦਮਾਸ਼ ਆ ਗਏ, ਮਾਰ ਗਏ, ਫੜ ਲਓ। ਕਹਿੰਦਾ ਇਸੇ ਲੜਾਈ ਦੇ ਵਿੱਚ ਸਾਰੇ ਦੇ ਸਾਰੇ ਆਗੂ ਇਹਨਾਂ ਨੂੰ ਇੱਥੇ ਥਾਂ ਮਾਰੋ, ਪਰਤ ਕੇ ਦੁਬਾਰਾ ਕਿਸੇ ਨੇ ਗੱਲ ਹੀ ਨਹੀਂ ਕਰਨੀ। ਉਹਦਾ ਮਨਸੂਬਾ ਇਹ ਸੀ ਵੀ ਜਿੰਨੇ ਸਿਰ ਕੱਢ ਪੰਥਕ ਆਗੂ ਨੇ, ਇਹਨਾਂ ਇਕੱਠਿਆਂ ਨੂੰ ਇੱਕੋ ਦਿਨ ਹੀ ਖਤਮ ਕਰ ਦਿੱਤਾ ਜਾਏ। ਮੈਂ ਆਪ ਨੂੰ ਬੇਨਤੀ ਕਰਾਂ, ਇਸ ਗੱਲ ਦੀ ਖਬਰ ਜਾਂ ਇਹ ਖਬਰ ਸਰਦਾਰ ਕਰਤਾਰ ਸਿੰਘ ਝੱਬਰ ਨੂੰ ਉਹਦੇ ਸੂਈਏ ਨੇ ਦੱਸ ਦਿੱਤੀ ਵੀ ਤੁਸੀਂ ਕਾਨਫਰੰਸਾਂ ਦੀ ਗੱਲ ਕਰਦੇ ਪਏ ਹੋ, ਮਿਲਾਪ ਦੀ ਗੱਲ ਕਰਦੇ ਪਏ ਹੋ, ਉਹਨੂੰ ਸਮਝਾਉਣ ਦੀ ਗੱਲ ਕਰਦੇ ਪਏ ਹੋ, ਉਹ ਤੁਹਾਡੇ ਮੌਤ ਦਾ ਪ੍ਰਬੰਧ ਕਰੀ ਬੈਠਾ ਹੈ। ਹੁਣ ਬੇਨਤੀ ਹੈ ਕਿ ਇਧਰ ਇਹ ਕਾਨਫਰੰਸ ਹੋਣੀ ਸੀ 4, 5, 6 ਅਕਤੂਬਰ 1921 ਨੂੰ, ਤਰੀਕ ਥੋੜੀ ਜਿਹੀ ਨੋਟ ਕਰਿਓ। ਇਸ ਤੋਂ ਪਹਿਲਾਂ 19 ਤੇ 20 ਫਰਵਰੀ ਨੂੰ ਮਹੰਤ ਜਿਹੜਾ ਹੈ ਇਹਨੇ ਆਉਣਾ ਸੀ ਲਾਹੌਰ। ਇੱਥੇ ਨਾ ਸਿੱਖ ਸਨਾਤਨ ਕਾਨਫਰੰਸ ਰੱਖੀ ਸੀ ਇੱਕ, ਇਹਨੇ ਲਾਹੌਰ ਆਉਣਾ ਸੀ। ਇਸ ਗੱਲ ਦੀ ਖਬਰ ਵੀ ਪੰਥਕ ਆਗੂਆਂ ਨੂੰ ਸੀ, ਝੱਬਰ ਨੂੰ ਸੀ, ਭਾਈ ਲਛਮਣ ਸਿੰਘ ਜੀ ਸੀ, ਸਰਦਾਰ ਬੂਟਾ ਸਿੰਘ ਜੀ ਨੂੰ ਸੀ ਵੀ ਇਹ ਜਦੋਂ ਲਾਹੌਰ ਜਾਏਗਾ। ਹੁਣ ਮੇਰੀ ਬੇਨਤੀ ਸੁਣਿਓ, ਜਿਹੜੇ ਰਾਵੀ ਤੋਂ ਉਰਾਰ ਸਨ, ਜਿਸ ਪਾਸੇ ਆਪਾਂ ਬੈਠੇ, ਹੁਣ ਉੱਥੇ ਬੈਠੇ ਤਾਂ ਪਾਰ ਹੀ ਕਹਿਣਗੇ ਨਾ। ਉਹ ਚਾਹੁੰਦੇ ਸਨ ਵੀ ਸ਼੍ਰੋਮਣੀ ਕਮੇਟੀ ਨੂੰ ਖਬਰ ਨਾ ਮਿਲੇ। ਜਿਹੜੇ ਰਾਵੀ ਤੋਂ ਉਰਾਂ ਆਗੂ ਨੇ ਇਸ ਪਾਸੇ ਜਿੱਥੇ ਅਸੀਂ ਬੈਠੇ ਹਾਂ, ਜਦੋਂ ਵੰਡ ਨਹੀਂ ਸੀ, ਇਹਨਾਂ ਨੂੰ ਖਬਰ ਨਾ ਮਿਲੇ। ਜਿੱਦਨ ਮਹੰਤ ਨੇ 19 ਤੇ 20 ਫਰਵਰੀ ਨੂੰ ਜਾਣਾ, ਲਾਹੌਰ ਪਹੁੰਚਣਾ, ਇਹ ਇੱਥੋਂ ਜਾਏਗਾ ਤੇ ਆਪਾਂ ਪਿੱਛੋਂ ਜਥਾ ਲੈ ਕੇ 20 ਤਰੀਕ ਨੂੰ, 20 ਫਰਵਰੀ ਨੂੰ ਨਨਕਾਣਾ ਸਾਹਿਬ ਪਹੁੰਚ ਜਾਾਂਗੇ। ਨਾ ਮਹੰਤ ਉੱਤੇ ਹੋਣਾ ਤੇ ਅਸੀਂ ਗੁਰਦੁਆਰਾ ਸਾਹਿਬ ਜੀ ਦੀ ਸੇਵਾ ਆਪਣੇ ਹੱਥਾਂ ਵਿੱਚ ਲੈ ਲਾਂਗੇ। ਇਸ ਗੱਲ ਨੂੰ ਮੈਂ ਫਿਰ ਰਿਪੀਟ ਕਰਨ ਲੱਗਾ ਕਿ ਜਿਹੜੀ ਮਾਰਚ ਵਿੱਚ ਕਾਨਫਰੰਸ ਹੋਣੀ ਸੀ 1921 ਨੂੰ, ਉਸ ਸੰਬੰਧੀ ਮਹੰਸ ਦੇ ਭੈੜੇ ਮਨਸੂਬਿਆਂ ਦਾ ਪਤਾ ਸਿੱਖ ਆਗੂਆਂ ਨੂੰ ਸਿਰਫ ਰਾਵੀ ਤੋਂ ਪਾਰ ਵਾਲਿਆਂ ਨੂੰ ਲੱਗਾ। ਉਧਰ ਉਹਨਾਂ ਫੈਸਲਾ ਕੀਤਾ ਵੀ ਕਿਉਂ ਨਾ ਹੋਵੇ ਕਾਨਫਰੰਸ ਤੋਂ ਪਹਿਲਾਂ 19 ਤੇ 20 ਨੂੰ ਜਦੋਂ ਮਹੰਤ ਨੇ ਲਾਹੌਰ ਜਾਣਾ, ਅਸੀਂ 20 ਤਰੀਕ ਨੂੰ ਨਨਕਾਣਾ ਸਾਹਿਬ ਜੀ ਆ ਕੇ ਇੱਥੋਂ ਦੀ ਸੇਵਾ ਸੰਭਾਲ ਲਈਏ। ਪਿਆਰਿਓ, ਮੀਟਿੰਗ ਹੋਈ ਕਰਤਾਰ ਸਿੰਘ ਝੱਬਰ ਜੀ, ਆਪਣੇ ਸਰਦਾਰ ਬੂਟਾ ਸਿੰਘ ਜੀ, ਸਰਦਾਰ ਸੰਤ ਤੇਜਾ ਸਿੰਘ ਜੀ ਤੇ ਭਾਈ ਸਾਹਿਬ ਭਾਈ ਲਛਮਣ ਸਿੰਘ ਜੀ। ਇਹਨਾਂ ਆਪਸ ਵਿੱਚ ਇਹ ਫੈਸਲਾ ਕਰ ਲਿਆ ਵੀ ਹੋਰ ਕਿਸੇ ਆਗੂ ਨੂੰ ਪਤਾ ਨਾ ਲੱਗੇ, ਕਿਉਂਕਿ ਸ਼੍ਰੋਮਣੀ ਕਮੇਟੀ ਨੇ, ਪੰਥਕ ਆਗੂਆਂ ਨੇ ਸਾਨੂੰ ਜਾਣ ਤੋਂ ਰੋਕ ਦੇਣਾ ਤੇ ਇਦੋਂ ਵਧੀਆ ਮੌਕਾ ਕੋਈ ਨਹੀਂ ਮਿਲਣਾ। ਜਦੋਂ ਮਹੰਤ ਨਨਕਾਣਾ ਸਾਹਿਬ ਹੈ ਹੀ ਨਹੀਂ, ਆਪਾਂ ਜਾ ਕੇ ਉੱਥੇ ਸੇਵਾ ਸੰਭਾਲ ਪੰਥ ਉੱਤੇ, ਜਾਂ ਕਹਿ ਲਓ ਨਨਕਾਣਾ ਸਾਹਿਬ ਜੀ ਦਾ ਕਬਜ਼ਾ ਸਿੱਖ ਪੰਥ ਦੇ ਕੋਲ ਆ ਜਾਏਗਾ। ਇਹ ਆਪੋ ਸਲਾਹ ਕੀਤੀ। ਹੁਣ ਸਲਾਹ ਇਹ ਸੀ ਕਿ ਸਰਦਾਰ ਲਛਮਣ ਸਿੰਘ ਜੀ 19 ਤਰੀਕ ਰਾਤ ਨੂੰ ਚੱਲਣਗੇ। ਮੈਂ 19 ਫਰਵਰੀ ਦੀ ਗੱਲ ਕਰ ਰਿਹਾ। ਇਹ ਰਾਤ ਨੂੰ ਚੱਲਣਗੇ ਧਾਰੋਵਾਲ ਤੋਂ। ਇੱਕ ਤਾਂ ਧਾਰੋਵਾਲ ਆਖ ਹੈ ਜਿਹੜਾ ਗੁਰਦਾਸਪੁਰ 'ਚ, ਜਿੱਥੇ ਇਹ ਪਹਿਲਾ ਪਰਿਵਾਰ ਰਹਿੰਦਾ ਸੀ। ਇਸ ਪਰਿਵਾਰ ਨੂੰ ਮੁਰੱਬੇ ਪਏ। ਇਹ ਸ਼ੇਖਪੁਰੇ ਨੇੜੇ ਧਾਰੋਵਾਲ ਹੈ ਜਿੱਥੋਂ ਜਥਾ ਆਇਆ। ਇਹ ਧਾਰੋਵਾਲ ਨਹੀਂ। ਭਾਈ ਸਾਹਿਬ ਨੇ ਉੱਥੇ ਇਹਨਾਂ ਦੇ ਬਜ਼ੁਰਗਾਂ ਨੂੰ ਜੋ ਮੁਰੱਬੇ ਪਏ, ਉੱਥੇ ਉਹਨਾਂ ਨੇ ਆਪਣੇ ਇਸ ਪਿੰਡ ਦੇ ਨਾਮ ਤੇ ਧਾਰੋਵਾਲ ਬਣਾਇਆ ਸੀ ਪਿੰਡ। ਉਹ ਜਥਾ ਆਏਗਾ ਭਾਈ ਲਛਮਣ ਸਿੰਘ ਜੀ ਦਾ। 19 ਫਰਵਰੀ ਨੂੰ ਰਾਤ ਨੂੰ ਇਹ ਚੱਲਣਗੇ। ਇਹ ਨਿਜ਼ਾਮਪੁਰ ਦੇਵਾ ਸਿੰਘ ਵਾਲਾ ਪਿੰਡ ਨਜ਼ਦੀਕ ਸੀ, ਕਿਉਂਕਿ ਉਧਰ ਦੇ ਪਿੰਡਾਂ ਦਾ ਇੱਧਰ ਦੇ ਅੱਜ ਦੇ ਸਾਨੂੰ ਤੇ ਇੰਨਾ ਪਤਾ ਵੀ ਨਹੀਂ, ਪਰ ਜੋ ਪਿਛਲੀ ਵਾਰੀ ਵੀ ਥੋੜਾ ਜਾ ਕੇ ਯਤਨ ਕੀਤਾ ਕਿ ਕਿਤੇ ਉਹਨਾਂ ਪਿੰਡਾਂ ਬਾਰੇ ਜਾਣਕਾਰੀ ਮਿਲੇ। ਇਹ ਜਥਾ ਭਾਈ ਲਛਮਣ ਸਿੰਘ ਦਾ ਜਿਹੜਾ ਹੈ, ਇਹ ਚੱਲੇਗਾ ਧਾਰੋਵਾਲ ਤੋਂ। ਕਰਤਾਰ ਸਿੰਘ ਝੱਬਰ ਜਿਹੜਾ ਹੈ,
ਇਹ ਜਥਾ ਲੈ ਕੇ ਚੱਲੇਗਾ ਚੂੜਕਾਣੇ ਤੋਂ। ਭਾਈ ਲਛਮਣ ਸਿੰਘ ਦਾ ਜਥਾ ਤੇ ਕਰਤਾਰ ਸਿੰਘ ਝੱਬਰ ਦਾ ਜਥਾ, ਇਹ ਦੋਨੋਂ ਜਥੇ ਜਿਹੜੇ ਨੇ 20 ਤਰੀਕ ਨੂੰ ਸਵੇਰੇ ਚੰਦਰਕੋਟ ਦੀ ਝਾਲ ਤੇ ਮਿਲਣਗੇ। ਫਿਰ ਮੈਂ ਬੇਨਤੀ ਕਰਾਂ, ਉੱਥੇ ਨਹਿਰ ਨੇੜੇ ਨਿਕਲਦੀ ਹੈ, ਨਨਕਾਣਾ ਸਾਹਿਬ ਦੇ ਨਜ਼ਦੀਕ ਹੈ, ਉਹਨੂੰ ਚੰਦਰਕੋਟ ਦੀ ਝਾਲ ਆਪਾਂ ਸਮਝਦੇ ਜਿੱਥੋਂ ਪਾਣੀ ਜਿਹੜਾ ਉੱਪਰੋਂ ਡਿੱਗਦਾ ਹੈ ਨਹਿਰ ਵਿੱਚ, ਤੇ ਉਹਦੇ ਲਈ ਝਾਲ ਸ਼ਬਦ ਵਰਤਿਆ ਜਾਂਦਾ। ਅੱਗੋਂ ਮੰਨ ਲਓ ਕੋਈ ਸਹਾਰਾ ਬਣਾ ਦਿੱਤਾ ਜਾਏ ਜਾਂ ਉੱਚੀ ਬੰਨੀ ਬਣਾ ਕੇ ਉਹਨੂੰ ਟੱਪ ਕੇ ਪਾਣੀ ਜਿਹੜਾ ਥੱਲੇ ਡਿੱਗਦਾ। ਫਿਰ ਬੇਨਤੀ ਸੁਣਿਓ ਕਿ ਭਾਈ ਲਛਮਣ ਸਿੰਘ ਜੀ ਦਾ ਜਥਾ ਤੇ ਕਰਤਾਰ ਸਿੰਘ ਝੱਬਰ ਦਾ ਜਥਾ, ਇਹ ਦੋਨੋਂ ਜਥੇ ਚੰਦਰਕੋਟ ਦੀ ਝਾਲ ਤੇ ਇਕੱਠੇ ਹੋਣਗੇ। ਤੇ ਜਿਨ੍ਹਾਂ ਨੇ ਲਾਇਲਪੁਰ ਤੋਂ ਆਉਣਾ ਹੈ, ਉਹ ਜਥਾ ਨਨਕਾਣਾ ਸਾਹਿਬ ਤੋਂ ਬਾਹਰ ਭੱਠਿਆਂ ਵਾਲੀ ਥਾਂ ਤੇ ਹੋਵੇਗਾ। ਇਹ ਤਿੰਨੇ ਜਥੇ ਫਿਰ ਇਕੱਠੇ ਹੋਣਗੇ 20 ਫਰਵਰੀ ਨੂੰ, ਤੇ ਇਹ ਅੰਮ੍ਰਿਤ ਵੇਲੇ ਗੁਰਦੁਆਰਾ ਜਨਮ ਅਸਥਾਨ ਨਨਕਾਣਾ ਸਾਹਿਬ ਵਿਖੇ ਪ੍ਰਵੇਸ਼ ਕਰਨਗੇ। ਮੇਰੀ ਫਿਰ ਬੇਨਤੀ ਸੁਣਿਓ, ਤਿੰਨਾਂ ਜਥਿਆਂ ਨੇ ਇਸ ਢੰਗ ਨਾਲ ਇਹ ਵਿਉਂਤ ਬਣਾਈ। ਪਰ ਦੂਸਰੇ ਪਾਸੇ ਸਰਦਾਰ ਤੇਜਾ ਸਿੰਘ ਜੀ ਸਮੁੰਦਰੀ ਤੇ ਮਾਸਟਰ ਤਾਰਾ ਸਿੰਘ ਜੀ ਲਾਇਲਪੁਰ ਗਏ ਹੋਏ ਸਨ। ਇਹਨਾਂ ਕਿਸੇ ਆਗੂ ਨੂੰ ਨਹੀਂ ਦੱਸਿਆ ਵੀ ਅਸੀਂ ਇਹ ਕਰਨ ਲੱਗੇ। ਉਹਨਾਂ ਨੂੰ ਇਹ ਖਬਰ ਮਿਲ ਗਈ ਵੀ ਇਹ ਸਾਰੀ ਤਿਆਰੀ ਕਰ ਚੁੱਕਿਆ ਭਾਈ ਲਛਮਣ ਸਿੰਘ, ਭਾਈ ਕਰਤਾਰ ਸਿੰਘ ਝੱਬਰ ਤੇ ਲਾਇਲਪੁਰ ਵਾਲੇ। ਉਸ ਵਕਤ ਮਾਸਟਰ ਤੇਜਾ ਸਿੰਘ ਜੀ, ਵਾਹਿਗੁਰੂ ਮਾਸਟਰ ਤਾਰਾ ਸਿੰਘ ਜੀ, ਤੇਜਾ ਸਿੰਘ ਸਮੁੰਦਰੀ ਹੋਣਾ ਨੇ, ਇਹਨਾਂ ਨੇ ਕਰਤਾਰ ਸਿੰਘ ਝੱਬਰ ਨੂੰ ਕਿਹਾ ਵੀ ਤੂੰ ਸਾਨੂੰ ਚੂੜਕਾਣੇ ਮਿਲ। ਉਹ ਆਪ ਨਹੀਂ ਆਇਆ, ਉਹਨੇ ਸਰਦਾਰ ਸੁੱਚਾ ਸਿੰਘ ਜੀ ਜੈ ਚੱਕ ਉਹਨੂੰ ਭੇਜ ਦਿੱਤਾ। ਮਾਸਟਰ ਤਾਰਾ ਸਿੰਘ ਜੀ ਹੋਰਾਂ ਨੇ ਕਹਿ ਦਿੱਤਾ, ਤੇਜਾ ਸਿੰਘ ਸਮੁੰਦਰੀ ਹੋਣਾ ਨੇ ਕਹਿ ਦਿੱਤਾ ਵੀ ਕੋਈ ਵੀ ਜਥਾ ਨਨਕਾਣਾ ਸਾਹਿਬ ਪੰਥ ਦੀ ਆਗਿਆ ਤੋਂ ਬਿਨਾ, ਕਮੇਟੀ ਦੀ ਆਗਿਆ ਤੋਂ ਬਿਨਾ ਕੋਈ ਨਾ ਲੈ ਕੇ ਜਾਇਓ, ਕਿਉਂਕਿ ਉੱਥੇ ਮਹੰਤ ਨੇ ਬਹੁਤ ਤਿਆਰੀ ਕੀਤੀ ਹੋਈ। ਇਹ ਉਹਨਾਂ ਨੂੰ ਕਹਿ ਦਿੱਤਾ। ਦੂਸਰੀ ਬੇਨਤੀ ਕਰਾਂ, 6 ਸਿੰਘਾਂ ਦੇ ਸਾਈਨ ਵੀ ਹੋਏ। ਉਹਦੇ ਵਿੱਚ ਭਾਈ ਦਲੀਪ ਸਿੰਘ ਜੀ ਸਾਹੋਵਾਲ, ਉਹ ਵੀ ਝੱਬਰ ਨੂੰ ਮਿਲਦੇ ਆ। ਉਹ ਕਹਿੰਦੇ ਆ ਵੀ ਦੇਖੋ, ਤੁਸੀਂ ਆਪਣੀ ਮਰਜ਼ੀ ਨਾ ਕਰੋ, ਜੋ ਪੰਥ ਕਹਿੰਦਾ ਉਹਨੂੰ ਸਵੀਕਾਰੋ। ਸ਼੍ਰੋਮਣੀ ਕਮੇਟੀ ਜੋ ਕਹਿ ਰਹੀ ਹੈ, ਆਪਣੀ ਮਰਜ਼ੀ ਨਾਲ ਨਾ ਜਾਓ। ਉੱਥੇ ਫਿਰ 6 ਸਿੱਖਾਂ ਨੇ ਸਾਈਨ ਕਰਕੇ ਚਿੱਠੀ ਬਣਾਈ, ਸਿਗਨੇਚਰ ਕੀਤੇ ਵੀ ਕੋਈ ਜਥਾ ਨਾ ਜਾਏ। ਭਾਈ ਦਲੀਪ ਸਿੰਘ ਸਾਹੋਵਾਲ, ਉਹਨਾਂ ਨੇ ਝੱਬਰ ਦਾ ਜਥਾ ਤਾਂ ਰੋਕ ਦਿੱਤਾ, ਵੀ ਝੱਬਰ ਨੂੰ ਕਹਿ ਦਿੱਤਾ ਤੁਸੀਂ ਨਹੀਂ ਜਾਣਾ। ਲਾਇਲਪੁਰ ਵਾਲੇ ਵੀ ਰੋਕ ਦਿੱਤੇ। ਪਰ ਜਦੋਂ ਝੱਬਰ ਨੇ ਕਿਹਾ ਵੀ ਭਾਈ ਲਛਮਣ ਸਿੰਘ ਨੂੰ ਇਤਲਾਹ ਕੌਣ ਦੇਵੇਗਾ, ਕੌਣ ਰੋਕੇਗਾ, ਤੇ ਸਰਦਾਰ ਦਲੀਪ ਸਿੰਘ ਜੀ ਨੂੰ ਭੱਠੀ ਵੀ ਸੱਟਿਆ ਗਿਆ। ਬਾਅਦ 'ਚ ਮੈਂ ਥੋੜੀ ਜਿਹੀ ਪ੍ਰਿਸ਼ਟ ਭੂਮੀ ਬਣਾ ਰਿਹਾ ਵੀ ਕਿਵੇਂ ਤੁਰਦਾ ਜਥਾ ਹੈ, ਜਿੰਨੀ ਕੁ ਸਮਝ ਮੈਨੂੰ ਪਈ। ਉਸ ਵਕਤ ਦਲੀਪ ਸਿੰਘ ਸਾਹੋਵਾਲ ਨੇ ਆਪਣੀ ਛਾਤੀ ਤੇ ਹੱਥ ਮਾਰ ਕੇ ਕਿਹਾ ਕਿ ਲਛਮਣ ਸਿੰਘ ਨੂੰ ਮੈਂ ਰੋਕਾਂਗਾ, ਮੈਂ ਉਹਨੂੰ ਰੋਕਾਂਗਾ ਜ਼ਰੂਰ। ਪਿਆਰਿਓ, ਸੱਚ ਇਹ ਵੇ, ਇਹ ਜਥੇ ਤਾਂ ਗਏ ਰੁਕ। ਹੁਣ ਆਪਾਂ ਉਸ ਜਥੇ ਦਾ ਜ਼ਿਕਰ ਕਰਨ ਲੱਗੇ ਹਾਂ ਜਿਨ੍ਹਾਂ ਸ਼ਹਾਦਤਾਂ ਦਾ ਜਾਮ ਪੀਤਾ। ਭਾਈ ਸਾਹਿਬ ਭਾਈ ਲਛਮਣ ਸਿੰਘ ਜੀ, ਆਪ ਸਭ ਨੂੰ ਪਤਾ ਹੈ, ਇਹ ਡੀਲ ਡੋਲ ਵਾਲੇ ਬਹੁਤ ਸੋਹਣੇ ਜਵਾਨ ਸਨ। ਇਹਨਾਂ ਦੇ ਘਰੋਂ ਬੀਬੀ ਦਾ ਨਾਮ ਅਸੀਂ ਕਹਾਂਗੇ ਸਨਮਾਨਯੋਗ ਮਾਤਾ ਇੰਦਰ ਕੌਰ ਸੀ। ਇਹਨਾਂ ਦੇ ਘਰ, ਜੋ ਪਰਿਵਾਰ ਨੇ ਵੀ ਦੱਸਿਆ, ਇਤਿਹਾਸ ਵਿੱਚ ਵੀ ਲਿਖਿਆ, ਇਹਨਾਂ ਦੇ ਘਰ ਇੱਕ ਬੇਟਾ ਪੈਦਾ ਹੋਇਆ ਸੀ। ਉਹਦਾ ਨਾਮ ਸਰਦਾਰ ਹਰਬੰਸ ਸਿੰਘ ਰੱਖਿਆ ਗਿਆ। ਉਸ ਬੱਚੇ ਦੀ 8 ਮਹੀਨਿਆਂ ਬਾਅਦ, ਜਨਮ ਤੋਂ 8 ਮਹੀਨੇ ਬਾਅਦ ਉਹਦੀ ਮੌਤ ਹੋ ਗਈ ਸੀ। ਉਸ ਤੋਂ ਬਾਅਦ ਭਾਈ ਲਛਮਣ ਸਿੰਘ ਜੀ ਦੇ ਘਰ ਕੋਈ ਸੰਤਾਨ ਨਹੀਂ ਹੋਈ। ਮੈਂ ਅੱਗੇ ਬੇਨਤੀ ਕਰਾਂਗਾ, ਇੱਕ ਉਹਨਾਂ ਨੇ ਆਪਣਾ ਧਰਮ ਪੁੱਤਰ ਬਣਾਇਆ ਹੋਇਆ ਸੀ, ਉਹਦਾ ਵੀ ਮੈਂ ਜ਼ਿਕਰ ਕਰਨਾ ਹੈ ਆਪ ਜੀ ਦੇ ਨਾਲ। ਭਾਈ ਸਾਹਿਬ ਭਾਈ ਲਛਮਣ ਸਿੰਘ ਜੀ ਨੇ ਤਿਆਰੀ ਕਰ ਲਈ। ਜਿਸ ਦਿਨ ਇਹ ਜਥਾ ਤੁਰਿਆ 19 ਫਰਵਰੀ ਨੂੰ ਭਾਈ ਸਾਹਿਬ ਜੀ ਨੇ ਤਿਆਰੀ ਕਰ ਲਈ। ਉਸ ਤੋਂ ਪਹਿਲਾਂ ਜਥਾ ਤਿਆਰ ਸਾਰਾ ਕਰ ਲਿਆ। ਗੁਰਮੁਖੋ, ਭਾਈ ਸਾਹਿਬ ਕੇਸੀ ਇਸ਼ਨਾਨ ਕੀਤਾ ਭਾਈ ਲਛਮਣ ਸਿੰਘ ਜੀ ਨੇ। ਇਹ ਰਾਤ ਨੂੰ ਤਕਰੀਬਨ 8 ਵਜੇ ਜਥਾ ਤੁਰਦਾ ਹੈ ਆਪਣਾ ਧਾਰੋਵਾਲ ਤੋਂ। ਉਸ ਤੋਂ ਪਹਿਲਾਂ ਇਹਨਾਂ ਦੇ ਚੁਬਾਰੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸੀ। ਭਾਈ ਲਛਮਣ ਸਿੰਘ ਜੀ ਇਹ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਚਲੇ ਗਿਆ ਆਪਣੇ ਚੁਬਾਰੇ 'ਚ। ਇਹਨਾਂ ਦੇ ਘਰੋਂ ਬੀਬੀ ਇੰਦਰ ਕੌਰ ਨਾਲ ਸਨ। ਜਿਹੜੇ ਜਥੇ ਦੇ ਸਿੱਖ ਉੱਥੋਂ ਤੁਰੇ ਉਹ ਵੀ ਨਾਲ ਸਨ। ਭਾਈ ਸਾਹਿਬ ਨੇ 19 ਫਰਵਰੀ ਨੂੰ ਤੁਰਨ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਨਮੁਖ ਗਲ 'ਚ ਪੱਲਾ ਪਾ ਕੇ ਅਰਦਾਸ ਕੀਤੀ। ਇਹ ਪਲੀਜ਼ ਜ਼ਰੂਰ ਨੋਟ ਕਰਿਓ, ਹੁਕਮਨਾਮੇ ਜਿਹੜੇ ਨੇ
ਉੱਥੇ ਵੀ ਸ਼ਬਦ ਭਾਈ ਸਾਹਿਬ ਦੀ ਅਰਦਾਸ ਦੇ ਸਨ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਮੈਂ ਤੇਰੇ ਦਰ ਦਾ ਸੇਵਾਦਾਰ ਹਾਂ। ਮਹੰਤ ਕੁਕਰਮ ਕਰ ਰਿਹਾ ਹੈ, ਪਾਪ ਕਰ ਰਿਹਾ ਹੈ, ਉੱਥੇ ਧੀਆਂ ਭੈਣਾਂ ਦੀ ਇੱਜ਼ਤ ਲੁੱਟੀ ਜਾ ਰਹੀ ਹੈ, ਉੱਥੇ ਗੁਰਮਤ ਤੋਂ ਉਲਟ ਪਾਪ ਕੁਕਰਮ ਕਰ ਰਿਹਾ ਹੈ। ਤੇਰੇ ਚਰਨਾਂ 'ਚ ਮੇਰੀ ਦੋਨੋਂ ਹੱਥ ਜੋੜ ਕੇ ਬੇਨਤੀ ਹੈ, ਮੈਂ ਚਾਹੁੰਦਾ ਨਨਕਾਣਾ ਸਾਹਿਬ ਤੇਰੇ ਦੀ ਸੇਵਾ ਪੰਥ ਨੂੰ ਮਿਲੇ। ਤੇਰੇ ਸਾਹਮਣੇ ਬਚਨ ਕਰਨਾ, ਨਾ ਮੈਂ ਹੱਥ ਚੁੱਕਾਂਗਾ, ਨਾ ਮੈਂ ਕਬੂਲ ਬੋਲਾਂਗਾ। ਜੋ ਵੀ ਮੇਰੇ ਨਾਲ ਵਾਪਰ ਜਾਏ, ਮੈਨੂੰ ਜਰਨ ਦੀ ਦਾਤ ਬਖਸ਼ੀ ਸਤਿਗੁਰੂ, ਮੇਰੀ ਝੋਲੀ 'ਚ ਸ਼ਹਾਦਤ ਦੀ ਦਾਤ ਪਾ ਦੇ। ਪਿਆਰਿਓ, ਭਾਈ ਲਛਮਣ ਸਿੰਘ ਜੀ ਨੇ ਮੱਥਾ ਟੇਕਿਆ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਜਦੋਂ ਹੁਕਮਨਾਮਾ ਲਿਆ, ਸਾਡਾ ਇਤਿਹਾਸ ਕਹਿੰਦਾ ਹੈ ਹੁਕਮਨਾਮਾ ਆਇਆ ਸੂਈ ਮਹੱਲਾ ਚੌਥਾ, ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ, ਹੋਂ ਤਿਸ ਪੈ ਆਪ ਵਿਚਾਈ, ਦਰਸ਼ਨ ਹਰ ਦੇਖਣ ਕੈ ਤਾਈ, ਕਿਰਪਾ ਕਰੇ ਤਾਂ ਸਤਿਗੁਰੂ ਮਿਲੇ, ਹਰ ਹਰ ਨਾਮ ਧਿਆਈ। ਜੇ ਸੁਖ ਦੇ ਤਾਂ ਤੁਝੈ ਅਰਾਧੀ, ਦੁੱਖ ਪੀ ਤੁਝੈ ਧਿਆਈ, ਜੇ ਭੁੱਖ ਦੇ ਤਾਂ ਇਤਕੀ ਰਾਜਾਂ, ਦੁੱਖ ਵਿੱਚ ਸੂਖ ਮਨਾਈ। ਜਦੋਂ ਬਚਨ ਆਇਆ ਤਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ ਜਲਾਈ, ਨਾਨਕ ਗਰੀਬ ਢਹਿ ਪਿਆ ਦੁਆਰੇ, ਹਰ ਮੇਲ ਲਿਖੋ ਵਡਿਆਈ। ਇਸ ਅਸ਼ਟਪਦੀ ਦਾ ਜਦੋਂ ਹੁਕਮਨਾਮਾ ਆਇਆ, ਭਾਈ ਲਛਮਣ ਸਿੰਘ ਜੀ ਨੇ ਮੱਥਾ ਟੇਕ ਦਿੱਤਾ। ਇਹ ਸਤਿਗੁਰਾਂ ਨੇ ਮਨ ਨੂੰ ਇਸ਼ਾਰਾ ਕਰ ਹੀ ਦਿੱਤਾ, ਤੇਰੇ ਅੰਦਰ ਦਾ ਬਿਰਹਾ ਹੈ। ਦੇਖੋ, ਇਹ ਸਾਰੇ ਹੁਕਮ ਬਿਰਹਾ ਦੇ ਆਉਣਗੇ ਅੱਗੇ। ਤੇਰੇ ਅੰਦਰ ਦਾ ਬਿਰਹਾ ਹੈ, ਅੰਦਰ ਦੀ ਅਵਸਥਾ ਵੀ ਦੱਸ ਦਿੱਤੀ ਤੇ ਸਿੱਖ ਦੇ ਸਮਰਪਣ ਦੀ ਅਵਸਥਾ ਵੀ ਦੱਸ ਦਿੱਤੀ ਕਿ ਤਨ ਮਨ ਕਾਟ ਕਾਟ ਸਭ ਅਰਪੀ। ਇੱਥੋਂ ਜਥਾ ਚੱਲਦਾ ਹੈ ਧਾਰੋਵਾਲ ਤੋਂ। ਅਗਲਾ ਜਿਹੜਾ ਪੜਾਏ ਕਰਦੇ ਨੇ ਰਾਤ ਨੂੰ 9 ਵਜੇ, ਇਹ ਮੈਂ 19 ਫਰਵਰੀ ਦੀ ਗੱਲ ਕਰ ਰਿਹਾ ਜੀ। ਇਹ ਫਿਰ ਨਿਜ਼ਾਮਪੁਰ ਦੇਵਾ ਸਿੰਘ ਵਾਲਾ ਆਉਂਦੇ ਆ, ਉੱਥੇ ਇਹਨਾਂ ਦੇ ਜਲ ਪਾਣੀ ਦਾ ਪ੍ਰਬੰਧ ਕੀਤਾ ਹੁੰਦਾ। ਜਦੋਂ ਉੱਥੇ ਸਿੰਘ ਹੋਰ ਜਥੇ ਵਿੱਚ ਸ਼ਮੂਲੀਅਤ ਕਰਦੇ ਨੇ, ਉਸ ਪਿੰਡ ਦੇ ਚੱਲਣ ਤੋਂ ਪਹਿਲਾਂ ਉਹ ਸਿੰਘ ਕਹਿੰਦੇ ਆ, ਭਾਈ ਸਾਹਿਬ ਜੀ ਤੁਸੀਂ ਤਾਂ ਭਾਵੇਂ ਆਪਣੀ ਨਿੱਜੀ ਅਰਦਾਸ ਜਥਾ ਕਰ ਰਹੇ ਹੋ, ਪਰ ਇੱਥੇ ਸਾਡੀ ਵੀ ਅਰਦਾਸ ਸਤਿਗੁਰਾਂ ਦੇ ਸਨਮੁਖ ਕਰੋ। ਫਿਰ ਦੁਬਾਰਾ ਨਿਜ਼ਾਮਪੁਰ ਦੇਵਾ ਸਿੰਘ ਵਾਲਾ ਭਾਈ ਲਛਮਣ ਸਿੰਘ ਜੀ ਗਲ 'ਚ ਪੱਲਾ ਪਾ ਕੇ ਫਿਰ ਅਰਦਾਸ ਕਰਦੇ ਆ, ਤੇ ਉਹੀ ਅਰਦਾਸ ਦੇ ਸ਼ਬਦ ਜਿਹੜੇ ਨੇ ਬਿਰਹਾ ਦੇ ਭਾਵਪੂਰਤ, ਹੇ ਸਤਿਗੁਰੂ ਤੁਸੀਂ ਕਿਰਪਾ ਕਰੋ, ਅਸੀਂ ਤੁਰਨ ਲੱਗੇ ਹਾਂ, ਆਪਣੇ ਦਰ ਘਰ ਦੀ ਸੇਵਾ ਬਖਸ਼ ਦੇ। ਪਿਆਰਿਓ, ਕਮਾਲ ਦੀ ਗੱਲ, ਜਦੋਂ ਦੂਜੀ ਅਰਦਾਸ ਕਰਕੇ ਹੁਕਮਨਾਮਾ ਲਿਆ ਤੇ ਉਹੀ ਹੁਕਮਨਾਮਾ ਆਇਆ ਜਿਹੜਾ ਧਾਰੋਵਾਲ ਆਇਆ ਸੀ, ਚੱਲਣ ਲੱਗਿਆ। ਹੁਕਮਨਾਮਾ ਇਹ ਆਇਆ, ਕੋ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ, ਜਾਂ ਇਹ ਸ਼ਬਦ ਤਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ ਜਲਾਈ। ਸੁਣੋ ਇਸ ਸਾਰੀ ਬੇਨਤੀ ਨੂੰ। ਇਧਰੋਂ ਇਹ ਜਥਾ ਸ਼ਬਦ ਗਾਉਂਦਾ ਹੋਇਆ, ਸ਼ਬਦ ਪੜ੍ਹਦਾ ਹੋਇਆ ਚੱਲਿਆ ਹੈ। ਦੂਜੇ ਪਾਸੇ ਹੁਣ ਦੂਜਾ ਪੱਖ ਲਿਆ ਜੇ, ਥੋੜਾ ਜਿਹਾ ਇਤਿਹਾਸ ਦਾ ਖਿਲਰਿਆਪਨ ਹੈ, ਯਤਨ ਕਰਾਂਗਾ ਵੀ ਇਕੱਠਾ ਕਰਕੇ। ਇਧਰ ਮਹੰਤ ਲਾਹੌਰ ਜਾਣ ਦੀ ਤਿਆਰੀ ਕਰ ਰਿਹਾ। ਮਹੰਤ ਜਿਹੜਾ ਹੈ ਇਹ ਘਰੋਂ ਚੱਲ ਪਿਆ, ਉਹਨੂੰ ਪਤਾ ਲੱਗ ਗਿਆ ਵੀ ਸਿੱਖਾਂ ਕੋਈ ਨਹੀਂ ਆਉਣਾ, ਉਹ ਤਿਆਰੀ ਕਰਦਾ ਪਿਆ ਜਾਣ ਦੀ। ਜਦੋਂ ਗੱਡੀ 'ਚ ਬੈਠਾ ਤੇ ਕਹਿੰਦੇ ਨੇ ਇੱਕ ਮਿਰਾਸਨ ਕੋਈ ਕਹਿੰਦਾ, ਕੋਈ ਸ਼ਬਦ ਹੋਰ ਵਰਤਦਾ, ਮੁਸਲਮਾਨ ਔਰਤ ਆਈ, ਉਹਨੇ ਮਹੰਤ ਨੂੰ ਚੜ੍ਹਦਿਆਂ ਵੇਖ ਕੇ ਕਿਹਾ, ਵੇ ਮਹੰਤਾ, ਕਹਿ ਪਿਆ ਵੰਝ ਨੇ ਆ ਨੀਲੀਆਂ ਪੱਗਾਂ ਵਾਲੇ ਤੇ ਛੁਰੀਆਂ ਵਾਲੇ ਸਿੱਖ ਜਿਹੜੇ ਨੇ ਬੁਚਿਆਣੇ ਆ ਚੁੱਕੇ ਆ। ਉਹਨੇ ਕਿਹਾ ਤੂੰ ਕਿੱਥੇ ਚੱਲਣਾ? ਉਹ ਤਾਂ ਸਿੱਖ ਤੈਨੂੰ ਮਾਰਨ ਵਾਸਤੇ ਆ ਰਹੇ। ਮਹੰਤ ਨੇ ਚੱਲਦੀ ਕੋਈ ਗੱਡੀ ਤੋਂ ਛਾਲ ਮਾਰ ਦਿੱਤੀ, ਵਾਪਸ ਆ ਗਿਆ। ਇਹਨੇ ਫਿਰ ਜਿੰਨੇ ਬਦਮਾਸ਼ ਇਹਦੇ ਕੋਲ ਸਨ, ਜਿੰਨੇ ਸੱਚੀ ਮੁੱਚੀ ਲੁਟੇਰੇ ਕਹਿ ਲੋ, ਬਦਮਾਸ਼ ਕਹਿ ਲੋ, ਕਾਤਲ ਕਹਿ ਲੋ, ਇਹਨੇ ਸਾਰੇ ਇਕੱਠੇ ਕਰ ਲਏ। ਤੇਲ ਦੇ ਪੀਪੇ, ਬੰਦੂਕਾਂ, ਗੋਲੀਆਂ, ਛਵੀਆਂ, ਕੁਹਾੜੀਆਂ, ਟਕਵੇ ਤੇ ਸ਼ਰਾਬ ਦੀਆਂ ਬੋਤਲਾਂ, ਸਿਗਰਟਾਂ, ਸਭ ਕੁਝ ਇਕੱਠਾ ਕਰਕੇ ਇਹਨੇ ਫਿਰ ਆ ਕੇ ਕਿਹਾ ਵੀ ਜੇ ਜਥਾ ਸਵੇਰੇ ਆਇਆ ਤੇ ਪਹਿਲਾਂ ਕੁਛ ਨਹੀਂ ਕਹਿਣਾ, ਜਦੋਂ ਬੈਠ ਜਾਣਗੇ ਪਹਿਲਾਂ ਉੱਤੋਂ ਗੋਲੀਆਂ ਮਾਰਾਂਗੇ, ਗੋਲੀਆਂ ਤੋਂ ਬਾਅਦ ਫਿਰ ਥੱਲੇ ਉਤਰ ਕੇ ਭਾਵੇਂ ਤੜਫਦੇ ਹੋਣ, ਭਾਵੇਂ ਜਿਉਂਦੇ ਹੋਣ, ਸਿਸਕਦੇ ਹੋਣ, ਇੱਕੋ ਦਮ ਲੱਕੜਾਂ ਤੇ ਅੱਗ, ਤੇਲ ਪਾ ਕੇ ਅੱਗ ਲਾ ਕੇ ਇਹਨਾਂ ਸਿਸਕਦਿਆਂ ਨੂੰ ਅੱਗ ਦੇ ਵਿੱਚ ਸੱਟਾਂਗੇ। ਇਹਨੇ ਆਪਣੀ ਪੂਰੀ ਬਿਉਂਤ ਬਣਾ ਲਈ ਜੀ। ਉਧਰ ਭਾਈ ਲਛਮਣ ਸਿੰਘ ਹੁਣੀ, ਉਹਨਾਂ ਨੂੰ ਰੋਕਣ ਦੀ ਜ਼ਿੰਮੇਵਾਰੀ ਲਈ ਸੀ ਭਾਈ ਦਲੀਪ ਸਿੰਘ ਸਾਹੋਵਾਲ ਨੇ। ਮੈਂ ਤੁਹਾਨੂੰ ਜ਼ਿਕਰ ਕੀਤਾ ਜਿਹਦੇ ਕੋਲ ਚਿੱਠੀ ਸੀ।
ਭਾਈ ਕਰਤਾਰ ਸਿੰਘ ਝੱਬਰ ਨੂੰ ਉਹਨੇ ਕਿਹਾ ਸੀ, ਮੈਂ ਦਲੀਪ ਸਿੰਘ ਕਹਿੰਦਾ ਮੈਂ ਰੋਕਾਂਗਾ ਲక్ష్మణ ਸਿੰਘ ਜੀ ਨੂੰ, ਮੈਂ ਪੰਥ ਦਾ ਦੇਣਦਾਰ ਹੋਵਾਂਗਾ। ਪਿਆਰਿਓ, ਉਹ ਨਨਕਾਣਾ ਸਾਹਿਬ ਲੱਭਦੇ ਰਹੇ, ਚੰਦਰਕੋਟ ਦੀ ਝਾਲ ਤੇ ਇਹ ਜਥਾ ਨਹੀਂ ਪਹੁੰਚਿਆ। ਭਾਈ ਲక్ష్మణ ਸਿੰਘ ਦਾ ਫਿਰ ਰਿਪੀਟ ਕਰਾਂਗਾ, ਕਿਉਂਕਿ ਬਿਉਂਤ ਸੀ ਚੰਦਰਕੋਟ ਦੀ ਝਾਲ ਤੇ ਕਰਤਾਰ ਸਿੰਘ ਝੱਬਰ ਤੇ ਭਾਈ ਲక్ష్మణ ਸਿੰਘ ਦਾ ਜਥਾ ਇਕੱਠਾ ਹੋਵੇਗਾ। ਹੁਣ ਝੱਬਰ ਦਾ ਜਥਾ ਆਇਆ ਹੀ ਨਹੀਂ, ਰੋਕ ਦਿੱਤਾ ਗਿਆ। ਇੱਧਰ ਭਾਈ ਸਾਹਿਬ ਜੀ ਦਾ ਜਥਾ ਚੰਦਰਕੋਟ ਜਾਣ ਦੀ ਬਜਾਏ ਕਹਿੰਦੇ ਆਪਾਂ ਸਾਰਿਆਂ ਕਿਉਂ ਜਾਣਾ ਹੈ, ਇੱਕ ਆਦਮੀ ਆਪਣਾ ਭੇਜੋ, ਝੱਬਰ ਦੇ ਜਥੇ ਨੂੰ ਇੱਥੇ ਬੁਲਾ ਲਈਏ। ਉੱਥੇ ਗਏ, ਉੱਥੇ ਕੁਝ ਵੀ ਨਹੀਂ ਸੀ। ਮੈਂ ਆਪ ਨੂੰ ਅਰਜ਼ ਕਰਾਂ, ਭਾਈ ਲక్ష్మణ ਸਿੰਘ ਜੀ ਰਾਤ ਨੂੰ ਨਨਕਾਣਾ ਸਾਹਿਬ, ਇਉਂ ਸਮਝੋ ਅੱਧੀ ਰਾਤ ਤੋਂ ਬਾਅਦ ਇਹ ਨਨਕਾਣਾ ਸਾਹਿਬ ਪਹੁੰਚ ਜਾਂਦੇ ਆ। 19 ਫਰਵਰੀ ਦੀ ਰਾਤ 20 ਫਰਵਰੀ ਨੂੰ ਉਧਰ ਦਿਨ ਚੜ੍ਹਨਾ ਹੈ, ਅੰਮ੍ਰਿਤ ਵੇਲਾ। ਉਦਣ ਐਤਵਾਰ ਸੀ, ਮੈਂ ਕੱਲ ਵੀ ਕਿਹਾ ਐਤਵਾਰ ਸੀ, 10 ਫੱਗਣ ਸੀ ਤੇ ਸਤਿਗੁਰੂ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਦਾ ਗੁਰਪੁਰਬ ਸੀ ਉਦਣ, ਜਿੱਦਣ ਇਹ ਸਾਕਾ ਵਰਤਦਾ ਹੈ। ਭਾਈ ਲక్ష్మణ ਸਿੰਘ ਜੀ ਇਹ ਉੱਥੇ ਫਿਰ ਜਦੋਂ ਤਿਆਰੀ ਕਰ ਰਹੇ ਆ ਜਾਣ ਦੀ, ਅੱਗੇ ਭਾਈ ਦਲੀਪ ਸਿੰਘ ਲੱਭਦਾ ਰਿਹਾ, ਮਿਲੇ ਨਹੀਂ। ਇਹ ਅੰਮ੍ਰਿਤ ਵੇਲੇ ਤੱਕ ਇਹਦੇ ਮਨ 'ਚ ਆਇਆ ਵੀ ਸ਼ਾਇਦ ਜਥੇ ਨੂੰ ਪਤਾ ਲੱਗ ਗਿਆ ਹੋਣਾ, ਰੁਕ ਗਿਆ ਹੋਣਾ। ਇਹ ਫਿਰ ਨਨਕਾਣਾ ਸਾਹਿਬ ਇੱਕ ਭਾਈ ਉੱਤਮ ਸਿੰਘ ਦਾ ਕਾਰਖਾਨਾ ਸੀ, ਉਸ ਕਾਰਖਾਨੇ ਵਿੱਚ ਚਲੇ ਗਏ। ਸਾਰੀ ਰਾਤ ਜਥਾ ਲੱਭਦੇ ਰਹੇ, ਭਾਈ ਲక్ష్మణ ਸਿੰਘ ਨਹੀਂ ਲੱਭੇ। ਉੱਥੇ ਇਹਨਾਂ ਨੇ ਵਰਿਆਮ ਸਿੰਘ ਸੀ ਇੱਕ ਭੋਜੀਏ ਵਾਲਾ, ਉਹਨੂੰ ਚਿੱਠੀ ਦੇ ਦਿੱਤੀ, ਕਹਿਣ ਲੱਗੇ ਮੈਂ ਹੁਣ ਜਲ ਪਾਣੀ ਛਕਣ ਲੱਗਾ, ਸਾਰੀ ਰਾਤ ਦੇਖਿਆ ਜਥਾ ਨਹੀਂ ਮਿਲਿਆ, ਤੂੰ ਜਾ, ਜੇ ਕਿਤੇ ਜਥਾ ਆਉਂਦਾ ਹੋਇਆ ਦਿਸਿਆ ਭਾਈ ਸਾਹਿਬ ਦਾ, ਭਾਈ ਲక్ష్మణ ਸਿੰਘ ਜੀ ਦਾ, ਇਹ ਚਿੱਠੀ ਦਿਖਾ ਕੇ ਉਹਨਾਂ ਨੂੰ ਰੋਕ ਦੇਈ। ਭਾਈ ਦਲੀਪ ਸਿੰਘ ਹੋਣੀ ਆਪ ਕਾਰਖਾਨੇ 'ਚ ਰੁਕ ਗਿਆ, ਉੱਥੇ ਉੱਤਮ ਸਿੰਘ ਕੋਲ ਵਰਿਆਮ ਸਿੰਘ ਨੂੰ ਭੇਜ ਦਿੱਤਾ। ਹੁਣ ਮੈਂ ਥੋੜੀ ਜਿਹੀਆਂ ਬੇਨਤੀਆਂ ਕਰਨੀਆਂ ਚਾਹਨਾ ਕਿ ਇਸ ਜਥੇ ਦੇ ਅੰਦਰ ਇੰਨੀ ਕੁ ਗੁਰੂ ਦੀ ਖੇਡ ਵਾਪਰਦੀ ਪਈ ਸੀ, ਸਭ ਦੇ ਚਿਹਰੇ ਤੇ ਲਾਲੀਆਂ ਸਨ। हे ਸਤਿਗੁਰੂ ਗੁਰੂ ਨਾਨਕ ਸਾਹਿਬ ਜੀ, ਤੇਰੇ ਦਰਬਾਰ ਦੀ ਸਾਨੂੰ ਸੇਵਾ ਮਿਲੇਗੀ। ਇਸ ਮੈਂ ਸਾਰਿਆਂ ਦਾ ਜ਼ਿਕਰ ਨਹੀਂ ਕਰਨਾ ਕਿਉਂਕਿ ਟਾਈਮ ਬਹੁਤ ਲੱਗਣਾ, ਮੈਂ ਸਿਰਫ 2 ਦਾ ਜ਼ਿਕਰ ਕਰਨਾ ਚਾਹਨਾ। ਇੱਕ ਸਰਦਾਰ ਮੰਗਲ ਸਿੰਘ ਜੀ ਕਿਰਪਾਨ ਬਹਾਦਰ, ਦੂਸਰਾ ਮੈਂ ਉਸ ਬੱਚੇ ਦਾ ਜ਼ਿਕਰ ਕਰਨਾ ਚਾਹਨਾ ਜਿਸ ਬੱਚੇ ਨੂੰ ਜਿਉਂਦੇ ਨੂੰ ਅੱਗ ਦੇ ਵਿੱਚ ਸੱਟਿਆ ਗਿਆ। ਤਕਰੀਬਨ 10-11 ਸਾਲ ਦਾ ਬੱਚਾ, ਕੋਈ 9 ਦਾ ਕਹਿੰਦਾ। ਇਹਦਾ ਨਾਮ ਸੀ ਦਰਬਾਰਾ ਸਿੰਘ, ਇਹਦੇ ਪਿਤਾ ਦਾ ਨਾਮ ਸੀ ਸਰਦਾਰ ਕੇਰ ਸਿੰਘ। ਇਹ ਜਰਗ ਪਿੰਡ ਦੇ ਰਹਿਣ ਵਾਲੇ ਸਨ। ਦੂਸਰਾ ਮੈਂ ਆਪ ਨੂੰ ਬੇਨਤੀ ਥੋੜੀ ਜਿਹੀ ਕਰ ਲੱਗਾ ਕਿ ਜੋ ਭਾਈ ਸਾਹਿਬ ਦੇ ਪਰਿਵਾਰ ਤੋਂ ਹੀ ਮੈਂ ਕੱਲ ਪੁੱਛਿਆ ਫੋਨ ਕਰਕੇ ਉਹਨਾਂ ਦੇ ਕੋਲੋਂ, ਭਾਈ ਲక్ష్మణ ਸਿੰਘ ਜੀ ਦੇ ਘਰ ਇੱਕ ਬੇਟਾ ਹੋਇਆ, ਲਿਖਤ ਵਿੱਚ ਵੀ ਕਹੇ, ਪਰਿਵਾਰ ਵੀ ਮੰਨਦਾ ਹੈ। ਉਹਦਾ ਨਾਮ ਹਰਬੰਸ ਸਿੰਘ, ਮੈਂ ਲਿਖਤ 'ਚ ਪੜ੍ਹਿਆ। ਉਹ 8 ਮਹੀਨੇ ਦਾ ਚਲਾਣਾ ਕਰ ਗਿਆ, ਉਹਨਾਂ ਦੇ ਘਰ ਅੱਗੇ ਸੰਤਾਨ ਨਹੀਂ। ਇਹ ਬੱਚਾ ਜਿਹੜਾ ਕਿਰਪਾਨ ਬਹਾਦਰ ਮੰਗਲ ਸਿੰਘ, ਇਹਨੂੰ ਕਿਰਪਾਨ ਬਹਾਦਰ ਕਿਉਂ ਕਹਿੰਦੇ, ਮੈਨੂੰ ਫਿਰ ਖਿਮਾ ਕਰਿਓ, ਮੈਂ ਲਫ਼ਜ਼ ਵਰਤਣ ਲੱਗਾ ਆਪਣੇ ਆਧਾਰ ਤੇ ਨਹੀਂ, ਇਹ ਰੰਗਰੇਟਾ ਹੈ। ਭਾਈ ਮੰਗਲ ਸਿੰਘ ਮਜ਼ਹਬੀ ਸਿੱਖ, ਚਲੋ ਸ਼ਬਦ ਵਰਤੇ, ਮੈਂ ਫਿਰ ਵੀ ਤੁਹਾਨੂੰ ਕਿਹਾ ਸਿੱਖ ਹੈ। ਇਹ ਬੱਚਾ ਦੀਵਾਨ ਦੇ ਵਿੱਚ ਸ਼ਬਦ ਪੜ੍ਹਦਾ ਸੀ, ਕੀਰਤਨ ਕਰਦਾ ਸੀ। ਭਾਈ ਲక్ష్మణ ਸਿੰਘ ਇੱਕ ਦੀਵਾਨ 'ਚ ਗਏ, ਇਸ ਬੱਚੇ ਮੰਗਲ ਸਿੰਘ ਨੇ ਕੀਰਤਨ ਕੀਤਾ ਜੀ, ਏਡੀ ਸੁਰੀਲੀ ਆਵਾਜ਼ ਕਿ ਸੰਗਤ ਜਿਹੜੀ ਇਹ ਸ਼ਬਦ ਸੁਣ ਕੇ ਐ ਬਿਲਕੁਲ ਟਿਕ ਗਈ। ਭਾਈ ਲక్ష్మణ ਸਿੰਘ ਨੇ ਇਸ ਮੰਗਲ ਸਿੰਘ ਨੂੰ, ਇਸ ਬੱਚੇ ਨੂੰ ਆਪਣੇ ਕੋਲ ਬੁਲਾਇਆ, ਕਹਿਣ ਲੱਗੇ ਬੇਟਾ ਪੁੱਤਰ, ਕਿੰਨੀ ਤੇਰੇ ਤੇ ਗੁਰੂ ਨਾਨਕ ਸਾਹਿਬ ਦੀ ਕਿਰਪਾ ਹੈ, ਤੂੰ ਸ਼ਬਦ ਚੇਤੇ ਕੀਤੇ ਨੇ? ਹਾਂ ਜੀ, ਮੈਂ ਸ਼ਬਦ ਯਾਦ ਕਰਕੇ ਕੀਰਤਨ ਕਰਨਾ ਵਾ, ਗਾਉਣਾ ਵੀ ਆ, ਖਲੋ ਕੇ ਵੀ ਗਾਉਣਾ। ਕਹਿਣ ਲੱਗੇ ਤੇਰੇ ਮਾਤਾ ਪਿਤਾ ਕਿੰਨੇ ਧੰਤਾ ਯੋਗ ਨੇ, ਤੇਰੀ ਮਾਂ ਕਿੰਨੀ ਭਾਗਾਂ ਵਾਲੀ ਜਿਹਨੇ ਤੈਨੂੰ ਜਨਮ ਦਿੱਤਾ, ਤੂੰ ਮਾਂ ਬਾਪ ਦਾ ਨਾਮ ਰੋਸ਼ਨ ਕਰ ਰਿਹਾ ਬਾਣੀ ਪੜ੍ਹ ਕੇ। ਇਹ ਸੁਣਦਿਆਂ ਸਾਰ ਉਹ ਬੱਚਾ ਮੰਗਲ ਸਿੰਘ ਰੋ ਪਿਆ। ਭਾਈ ਲక్ష్మణ ਸਿੰਘ ਕਹਿੰਦੇ ਨੇ ਮੈਂ ਤਾਂ ਇਹ ਕਿਹਾ ਤੇਰੇ ਮਾਂ ਬਾਪ ਧੰਤਾ ਯੋਗ। ਉਸ ਬੱਚੇ ਨੇ ਕਿਹਾ, ਕਹਿੰਦਾ ਮੇਰੇ ਮਾਂ ਬਾਪ ਮਰ ਚੁੱਕੇ ਨੇ, ਮੈਂ ਯਤੀਮ ਹਾਂ, ਮੇਰਾ ਮਾਂ ਬਾਪ ਹੈ ਨਹੀਂ, ਗਰੀਬੀ ਬੜੀ, ਮੈਂ ਇਹ ਰੋਟੀ ਪਾਣੀ ਛਕਣਾ। ਇਹ ਸ਼ਬਦ ਪੜ੍ਹ ਕੇ ਭਾਈ ਸਾਹਿਬ ਨੇ ਆਪਣੇ ਸੀਨੇ ਨਾਲ ਲਾ ਲਿਆ। ਵੇਖੋ, ਕਹਿਣ ਲੱਗੇ ਤੂੰ ਰੋ ਨਾ, ਤੇਰਾ ਮਾਂ ਬਾਪ ਕੋਈ ਨਹੀਂ, ਮੇਰੇ ਘਰ ਸੰਤਾਨ ਕੋਈ ਨਹੀਂ, ਅੱਜ ਤੋਂ ਬਾਅਦ ਤੂੰ ਮੇਰਾ ਪੁੱਤਰ ਹੈ ਤੇ ਮੈਂ ਤੇਰਾ ਬਾਪ ਹਾਂ। ਫਿਰ ਬੇਨਤੀ ਸੁਣਿਓ, ਇਹ ਗੱਲ ਬੜੀ ਵੱਡੀ ਸੀ ਉਸ ਵਕਤ।
ਜਦੋਂ ਘਰ ਲੈ ਗਏ ਮੰਗਲ ਸਿੰਘ ਨੂੰ, ਕੁਝ ਕੁ ਪੁਰਾਣੇ ਖਿਆਲਾਂ ਵਾਲਿਆਂ ਨੇ ਵਿਰੋਧ ਵੀ ਕੀਤਾ, ਪਰ ਭਾਈ ਸਾਹਿਬ ਨੇ ਆਪਣੇ ਮੰਜੇ ਤੇ ਬਰਾਬਰ ਬਿਠਾ ਕੇ ਰੋਟੀ ਖਵਾਣੀ, ਉਹਦੀ ਫਿਰ ਪੜ੍ਹਾਈ ਕਰਾਈ। ਪਿਆਰਿਓ, ਉਹਨਾਂ ਨੇ ਕਦੀ ਮਹਿਸੂਸ ਹੀ ਨਹੀਂ ਹੋਣ ਦਿੱਤਾ ਵੀ ਇਹ ਰੰਗਰੇਟਾ ਹੈ, ਜਾਂ ਉਹਨਾਂ ਨੇ ਆਪਣੇ ਪੁੱਤਰ ਬਣਾ ਕੇ ਪਾਲਿਆ। ਤੇ ਮੰਗਲ ਸਿੰਘ ਨੇ ਵੀ ਸਿਰੇ ਲਾਤੀ ਗੱਲ, ਉਹਨੇ ਆਪਣੇ ਮਾਂ-ਬਾਪ ਜਾਣ ਕੇ ਦਿਲੋਂ ਰੱਜ ਕੇ ਸੇਵਾ ਕਰਨੀ। ਕਿਰਪਾਨ ਬਹਾਦਰ ਕਿਉਂ ਸੀ? ਇਹ ਫੌਜ ਵਿੱਚ ਭਰਤੀ ਹੋਇਆ, ਤੇ ਇਹ ਭਾਈ ਲਛਮਣ ਸਿੰਘ ਦੀ ਸੰਗਤ ਕਰਦਾ ਹੋਵੇ ਤੇ ਬੱਚੇ ਤੇ ਅਸਰ ਨਾ, ਉਹਦੇ ਅੰਦਰ ਇੰਨਾ ਗੁਰੂ ਗੋਬਿੰਦ ਸਿੰਘ ਲਈ ਪਿਆਰ ਠਾਠਾ ਮਾਰਦਾ ਸੀ, ਉਹ ਹਜ਼ੂਰ ਦੀ ਕਿਰਪਾਨ ਪਾ ਕੇ ਰੱਖਦਾ, ਨਿਤਨੇਮੀ ਹੈ। ਇੱਕ ਦਿਨ ਉਹਦੀ ਕਿਰਪਾਨ ਕਿਤੇ ਫੌਜ ਵਿੱਚ ਨਜ਼ਰ ਆ ਗਈ ਤੇ ਉਹ ਕੋਰਟ ਮਾਰਸ਼ਲ ਹੋਇਆ। ਉਹਨਾਂ ਕਿਹਾ, ਤੂੰ ਤਲਵਾਰ ਕਿਰਪਾਨ ਇਹ ਪਾ ਨਹੀਂ ਸਕਦਾ। ਉਹਨੇ ਕਿਹਾ, ਜੀ ਨਹੀਂ, ਕਿਰਪਾਨ ਮੇਰੇ ਗੁਰੂ ਗੋਬਿੰਦ ਸਿੰਘ ਦੀ ਦਿੱਤੀ ਕੋਈ ਰਹਿਤ ਹੈ। ਬਦਕਿਸਮਤੀ ਗ੍ਰੰਥੀ ਨੇ ਅੰਗਰੇਜ਼ ਗੋਰੇ ਦੇ ਪ੍ਰਭਾਵ ਨੂੰ ਕਬੂਲਦਿਆਂ ਉਹਦੇ ਵਿਰੋਧ ਵਿੱਚ ਗਵਾਹੀ ਦੇ ਦਿੱਤੀ, ਤੇ ਭਾਈ ਮੰਗਲ ਸਿੰਘ ਨੂੰ ਜੇਲ੍ਹ ਹੋ ਗਈ। ਇਹਨਾਂ ਨੂੰ ਸਜ਼ਾ ਹੋ ਗਈ, ਨੌਕਰੀ ਵੀ ਗਈ, ਜੇਲ੍ਹ ਹੋ ਗਈ। ਜ਼ਿਆਦਾ ਸੀ ਕੈਦ, ਪਰ 6 ਮਹੀਨੇ ਦੀ ਕੈਦ ਕੱਟੀ। ਫਿਰ ਪਿਆਰਿਓ, ਪੰਥ ਵੱਲੋਂ ਕਹਾਂ, ਇਹਨਾਂ ਨੂੰ ਖਿਤਾਬ ਦਿੱਤਾ ਗਿਆ ਭਾਈ ਮੰਗਲ ਸਿੰਘ ਕਿਰਪਾਨ ਬਹਾਦਰ। ਇਹ ਕਿਰਪਾਨ ਬਹਾਦਰ ਥਾਂ ਸਨ ਕਿਉਂਕਿ ਇਹਨਾਂ ਫੌਜ ਵਿੱਚੋਂ ਕਿਰਪਾਨ ਪਾਈ। ਜਿਸ ਵਕਤ ਇਹ ਸਾਕਾ ਹੋਇਆ, ਭਾਈ ਮੰਗਲ ਸਿੰਘ ਦਾ ਵਿਆਹ ਭਾਈ ਲਛਮਣ ਸਿੰਘ ਨੇ ਆਪਣੇ ਹੱਥੀਂ ਕੀਤਾ। ਪਿਆਰਿਓ, ਬੜੀ ਧੂਮ-ਧਾਮ ਨਾਲ ਕੀਤਾ ਪੁੱਤਰ ਦਾ ਵਿਆਹ। ਇਹਨਾਂ ਨੇ ਪ੍ਰਚਾਰਕ ਬੁਲਾਏ, ਕੀਰਤਨ ਵਾਲੇ ਬਣਾਏ, ਹੱਥੀਂ ਵਿਆਹ ਕੀਤਾ। ਜਿਸ ਦਿਨ ਭਾਈ ਸਾਹਿਬ ਤੁਰੇ ਨੇ, ਮੰਗਲ ਸਿੰਘ ਆਪਣੇ ਸਹੁਰਿਓਂ ਆਇਆ ਸੀ ਮਕਲਾਵਾ ਲੈ ਕੇ। ਕਿਹਾ ਜਾਂਦਾ ਇਹਦੇ ਸੱਸ ਸਹੁਰੇ ਦਾ ਜ਼ਿਕਰ ਵੀ ਆਉਂਦਾ ਤਵਾਰੀਖ ਵਿੱਚ। ਇਹਨੇ ਆਉਂਦਿਆਂ ਸਾਰ ਬੀਬੀ ਇੰਦਰ ਕੌਰ ਨੂੰ ਪੁੱਛਿਆ, ਬੇਬੇ ਅੱਜ ਬਾਪੂ ਇਹ ਤਿਆਰ ਹੋਏ ਨੇ ਤੇ ਦਸਤਾਰ ਬੰਨੀ ਹੈ, ਕਿਤੇ ਚੱਲੇ ਆ? ਤੇ ਬੀਬੀ ਇੰਦਰ ਕੌਰ ਨੇ ਕਿਹਾ ਮੰਗਲ ਸਿੰਘ ਨੂੰ, ਪੁੱਤਰ ਤੇਰੇ ਬਾਪੂ ਨਨਕਾਣਾ ਸਾਹਿਬ ਚੱਲੇ ਆ, ਸ਼ਹੀਦ ਹੋਣ ਚੱਲੇ ਆ। ਵੇਖੋ ਤੁਸੀਂ, ਖੂਨ ਦਾ ਬਿੰਦੀ ਨਹੀਂ, ਸਿੱਖੀ ਦਾ ਰਿਸ਼ਤਾ ਕਹਿੰਦਾ। ਮੰਗਲ ਸਿੰਘ ਕਹਿੰਦਾ, ਬੇਬੇ ਮੈਂ ਵੀ ਬਾਪੂ ਦੇ ਨਾਲ ਹੀ ਜਾਵਾਂਗਾ, ਮੈਂ ਨਾਲ ਜਾਣਾ ਹੈ। ਉਸ ਵਕਤ ਕਹਿੰਦੇ ਨੇ ਇਹਦੀ ਪਤਨੀ ਨੇ ਵਾਸਤਾ ਵੀ ਪਾਇਆ ਕਿ ਤੁਸੀਂ ਨਾਲ ਨਾ ਜਾਓ, ਪਰ ਮੰਗਲ ਸਿੰਘ ਨੇ ਕਹਿ ਦਿੱਤਾ, ਜਿਸ ਨੇ ਪੁੱਤਰ ਬਣਾ ਕੇ ਇੰਨਾ ਪਿਆਰ ਦਿੱਤਾ, ਮੈਂ ਇਹਨੂੰ ਛੱਡ ਨਹੀਂ ਸਕਦਾ। ਗੁਰਮੁਖੋ, ਉਹ ਮੰਗਲ ਸਿੰਘ ਨਾਲ ਗਿਆ। ਉਹ ਭਾਈ ਮੰਗਲ ਸਿੰਘ ਵੀ ਨਨਕਾਣਾ ਸਾਹਿਬ ਸ਼ਹੀਦ ਹੋਇਆ ਹੈ। ਮੈਂ ਬੜਾ ਥੋੜਾ ਜਿਹਾ ਟਾਈਮ ਮੈਂ ਕਹਾਂਗਾ ਚੈਨਲ ਨੂੰ ਵੀ ਅੱਜ ਦੇ ਦੇਣ, ਮੈਂ ਸੰਖੇਪ ਜੀ ਬੇਨਤੀ ਕਰ ਸਕਣੀ। ਭਾਈ ਸਾਹਿਬ ਭਾਈ ਲਛਮਣ ਸਿੰਘ ਜੀ ਦਾ ਜਥਾ ਇੱਥੋਂ ਤੁਰਦਾ ਹੈ ਤੇ ਤੀਸਰੀ ਅਰਦਾਸ ਫਿਰ ਨਨਕਾਣਾ ਸਾਹਿਬ ਜਾ ਕੇ ਕਰਦੇ ਆ। ਮੈਂ ਅਰਜ਼ ਕੀਤੀ, ਪਹਿਲੀ ਧਾਰੋਵਾਲ ਤੋਂ, ਦੂਜੀ ਨਿਜ਼ਾਮਪੁਰ ਦੇਵਾ ਸਿੰਘ ਵਾਲਾ ਤੋਂ, ਤੀਸਰੀ ਭਾਈ ਲਛਮਣ ਸਿੰਘ ਉਹਨਾਂ ਨੇ ਨਨਕਾਣਾ ਸਾਹਿਬ ਪਹੁੰਚਣ ਤੋਂ ਪਹਿਲਾਂ, ਅੰਦਰ ਜਾਣ ਤੋਂ ਪਹਿਲਾਂ ਅਰਦਾਸ ਕੀਤੀ। ਹੇ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਜੀ, ਆਪ ਜੀ ਦੇ ਦਰ ਤੇ ਆ ਰਹੇ ਹਾਂ। ਤੇਰੇ ਬੱਚੇ ਨੇ, ਸਿੱਖ ਸੇਵਕ ਨੇ, ਤੇਰੇ ਨਾਲ ਬਚਨ ਕਰਨੇ ਹਾਂ। ਅਸੀਂ ਕਿਸੇ ਤੇ ਕੋਈ ਹੱਥ ਨਹੀਂ ਚੁੱਕਾਂਗੇ, ਅਸੀਂ ਬਿਲਕੁਲ ਸ਼ਾਂਤ ਰਹਾਂਗੇ। ਤੁਸੀਂ ਕਿਰਪਾ ਕਰਕੇ ਸਾਨੂੰ ਸੇਵਾ ਬਖਸ਼ ਦਿਓ। ਮੈਂ ਅਰਜ਼ ਕਰਾਂ, ਭਾਈ ਲਛਮਣ ਸਿੰਘ ਅਰਦਾਸ ਕੀਤੀ। ਜਦੋਂ ਅੱਗੇ ਤੁਰਨ ਲੱਗੇ, ਫਿਰ ਧਿਆਨ ਦਿਆ ਜੇ, ਭਾਈ ਦਲੀਪ ਸਿੰਘ ਨੇ ਜਿਹਨੂੰ ਚਿੱਠੀ ਦਿੱਤੀ ਵਰਿਆਮ ਸਿੰਘ ਨੂੰ, ਉਹ ਵੀ ਆ ਪਹੁੰਚਿਆ। ਉਹਨੇ ਚਿੱਠੀ ਪਕੜਾਈ, ਕਹਿੰਦਾ ਜੀ ਦੇਖੋ ਆ ਪੰਥ ਨੇ ਬਾਕੀ ਜਥੇ ਰੁਕ ਗਏ, ਭਾਈ ਲਛਮਣ ਸਿੰਘ ਜੀ ਰੁਕੇ। ਇਹਨਾਂ ਵਿੱਚ ਇੱਕ ਭਾਈ ਟਹਿਲ ਸਿੰਘ, ਉਹਨੇ ਕਿਹਾ ਜਥੇਦਾਰ ਜੀ ਆਪਾਂ 3 ਅਰਦਾਸਾਂ ਕਰ ਚੁੱਕੇ ਹਾਂ, ਆਪਾਂ ਹੁਣ ਰੁਕਣਾ ਨਹੀਂ, ਭਾਵੇਂ ਕੁਛ ਵੀ ਹੋਵੇ, ਇੱਕ ਵਾਰੀ ਗੁਰੂ ਨਾਨਕ ਸਾਹਿਬ ਦੇ ਦਰ ਤੇ ਮੱਥਾ ਟੇਕਣ ਆਪਾਂ ਜ਼ਰੂਰ ਜਾਣਾ ਹੈ। ਭਾਈ ਲਛਮਣ ਸਿੰਘ ਜਕਾਰਾ ਗਜਾ ਕੇ ਜਦੋਂ ਅੱਗੇ ਨਿਕਲਣ ਲੱਗੇ, ਕਹਿੰਦੇ ਨੇ ਉਹਨਾਂ ਨੂੰ ਪਕੜਨ ਦਾ ਯਤਨ ਕੀਤਾ, ਪਰ ਜੁੱਸੇ ਦੇ ਬਹੁਤ ਭਾਰੇ ਸਨ। ਇੱਧਰ ਹੁਣ ਜਦੋਂ ਜਥਾ ਜਾਣ ਲੱਗਾ, ਫਿਰ ਅਗਲੀ ਗੱਲ ਸੁਣਿਓ। ਜਿਹੜੀਆਂ ਬੀਬੀਆਂ ਨਾਲ ਸਨ, 3 ਬੀਬੀਆਂ ਦਾ ਜ਼ਿਕਰ ਕਰਦੇ ਆ, ਖਾਸ ਕਰਕੇ ਭਾਈ ਲਛਮਣ ਸਿੰਘ ਦੇ ਘਰੋਂ ਬੀਬੀ ਇੰਦਰ ਕੌਰ ਜੀ। ਇਹਨਾਂ ਨੂੰ 18 ਰੁਪਏ, ਕੋਈ 13 ਕਹਿੰਦਾ, ਕੋਈ 10 ਕਹਿੰਦਾ। ਤੇ ਭਾਈ ਨਰੈਣ ਸਿੰਘ ਲਿਖਦੇ ਆ ਕਿ 18 ਰੁਪਏ ਭਾਈ ਟਹਿਲ ਸਿੰਘ ਨੇ ਦਿੱਤੇ, ਤੇ ਨਾਲ ਕਿਹਾ ਕਿਉਂਕਿ ਬੀਬੀਆਂ ਨੂੰ ਤੰਬੂ ਸਾਹਿਬ ਭੇਜਣਾ। ਕਹਿਣ ਲੱਗੇ, ਭੈਣੋ ਬੀਬਾ ਆ 18 ਰੁਪਏ ਲੈ ਲਓ,
ਅਸੀਂ ਸ਼ਹੀਦ ਹੋ ਜਾਾਂਗੇ। ਜਿੱਦਣ ਸਾਡਾ ਭੋਗ ਪਏਗਾ ਉਦਣ ਇਸ ਮਾਇਆ ਨਾਲ ਸੰਗਤ ਦੀ ਲੰਗਰ ਦੀ ਸੇਵਾ ਕਰਿਓ। ਉੱਥੇ ਇੱਕ ਸਿੰਘ ਸੀ ਨਿਹੰਗ ਸਿੰਘ, ਉਹਦਾ ਗੜਵਾ ਸੀ ਸਰਬਲੋਹ ਦਾ। ਉਹਨੇ ਕਿਹਾ ਇਹ ਤੁਸੀਂ ਮੇਰਾ ਗੜਵਾ ਵੀ ਰੱਖ ਲਓ, ਜਦੋਂ ਸੰਗਤ ਸਾਡੀ ਸ਼ਹਾਦਤਾਂ ਤੋਂ ਬਾਅਦ ਆਏਗੀ ਇਸ ਗੜਵੇ ਨਾਲ ਉਹਨਾਂ ਨੂੰ ਜਲ ਸਿਖਾਣਾ। ਮੈਂ ਸਿਰਫ ਸੰਖੇਪ ਜੀ ਅਰਜ਼ ਕਰ ਰਿਹਾ, ਮੌਕਾ ਕਿਤੇ ਮਿਲਿਆ ਆਪਾਂ ਡਿਟੇਲ ਨਾਲ ਗੱਲ ਫਿਰ ਕਰਾਂਗੇ। ਉਧਰ 5:45 ਵਜੇ 5:43 ਤੇ ਕੋਈ 45 ਕਹਿੰਦਾ, ਭਾਈ ਸਾਹਿਬ ਜੀ ਦਾ ਜਥਾ ਗੁਰੂ ਨਾਨਕ ਸਾਹਿਬ ਜੀ ਦੇ ਘਰ 'ਚ ਪ੍ਰਵੇਸ਼ ਕਰਦਾ ਹੈ। ਅੰਦਰ ਇੱਕ ਸਾਧੂ ਬੈਠਾ ਪਾਠ ਕਰ ਰਿਹਾ ਸੀ। ਭਾਈ ਸਾਹਿਬ ਭਾਈ ਲਛਮਣ ਸਿੰਘ ਜੀ ਜਿਹੜੇ ਨੇ ਇਹ ਜਾ ਕੇ ਸਤਿਗੁਰਾਂ ਦੀ ਤਾਬਿਆ ਬੈਠ ਜਾਂਦੇ ਆ। ਤੇ ਉਹ ਬੱਚਾ ਜਿਹਦਾ ਮੈਂ ਜ਼ਿਕਰ ਕੀਤਾ, ਕੇਰ ਸਿੰਘ ਬਾਪ ਦਾ ਨਾਮ ਹੈ, ਬੇਟੇ ਦਾ ਨਾਮ ਦਰਬਾਰਾ ਸਿੰਘ ਹੈ। ਇਸ ਜਥੇ ਵੀ ਸਭ ਤੋਂ ਛੋਟਾ ਬੱਚਾ ਉਹ ਸੀ। ਇਹ ਬੱਚਾ ਕੇਰ ਸਿੰਘ ਦਾ ਸੀ। ਇਸ ਦੀ ਮਾਂ ਮਰ ਗਈ ਸੀ ਜਦੋਂ ਇਹ 21 ਦਿਨਾਂ ਦਾ ਸੀ। ਇਹਨੂੰ ਦਾਦੀ ਨੇ ਪਾਲਿਆ ਸੀ, ਪੂਣੀਆਂ ਨਾਲ ਦੁੱਧ ਪਿਆ ਪਿਆ ਕੇ ਬੱਚੇ ਨੂੰ। ਜਿਸ ਵਕਤ ਬਾਪ ਚੱਲਿਆ ਤੇ ਇਹਨੇ ਦਾਦੀ ਨੂੰ ਕਿਹਾ ਸੀ, ਬੇਬੇ ਬਾਪੂ ਕਿੱਥੇ ਚੱਲਿਆ? ਉਹਨੇ ਕਿਹਾ, ਪੁੱਤਰ ਨਨਕਾਣਾ ਸਾਹਿਬ। ਕਹਿੰਦਾ ਮੈਂ ਵੀ ਜਾਣਾ ਹੈ। ਉਹਨਾਂ ਕਿਹਾ ਵੀ ਉੱਥੇ ਸ਼ਹੀਦ ਹੋ ਜਾਣਾ, ਉੱਥੇ ਗੋਲੀ ਚੱਲਣੀ, ਬੱਚੇ ਨੂੰ ਦੂਜੇ ਪਾਸੇ ਧਿਆਨ ਲਿਜਾਣ ਲਈ। ਦਰਬਾਰਾ ਸਿੰਘ ਕਹਿੰਦਾ, ਬੇਬੇ ਤੁਸੀਂ ਤਾਂ ਰੋਜ਼ ਸਾਹਿਬਜ਼ਾਦਿਆਂ ਦੀਆਂ ਗੱਲਾਂ ਸੁਣਾਉਂਦੇ ਹੋ, ਸ਼ਹਾਦਤ ਤਾਂ ਭਾਗਾਂ ਨਾਲ ਮਿਲਦੀ। ਸੱਚ ਹੈ, ਉਸ ਮਾਈ ਨੇ ਆਪਣਾ ਪੁੱਤਰ ਤੇ ਆਪਣਾ ਪੋਤਾ ਦੋਨੋਂ ਤਿਆਰ ਕੀਤੇ। ਦੋਨਾਂ ਨੂੰ ਤੁਰਦਿਆਂ ਹੋਇਆਂ ਪਿੱਠਾਂ ਦੇਖਦੀ ਰੱਖੀ। ਇੱਥੇ ਜਦੋਂ ਭਾਈ ਲਛਮਣ ਸਿੰਘ ਜੀ ਪਹੁੰਚਦੇ ਆ, ਇਹ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਬੈਠ ਜਾਂਦੇ ਆ। ਭਾਈ ਟਹਿਲ ਸਿੰਘ ਬਾਹਰ ਨੇ, ਉਧਰ ਮਹੰਤ ਸ਼ਰਾਬ ਦੇ ਨਸ਼ੇ 'ਚ ਧੁੱਤ ਸੀ। ਜਦੋਂ ਸਾਰਾ ਜਥਾ ਪਹੁੰਚ ਗਿਆ, ਫਿਰ ਪਹਿਲਾ ਹਮਲਾ ਜਿਹੜਾ ਇਹਨਾਂ ਗੋਲੀਆਂ ਨਾਲ ਕੀਤਾ ਹੈ। ਭਾਈ ਟਹਿਲ ਸਿੰਘ ਬਾਹਰ ਖਲੋਤੇ ਸਨ, ਉਹਨਾਂ ਦੀ ਛਾਤੀ ਵਿੱਚ ਗੋਲੀ ਮਾਰੀ ਹੈ, ਉਹ ਡਿੱਗੇ ਆ। ਭਾਈ ਲਛਮਣ ਸਿੰਘ ਬੈਠੇ ਸਨ ਤਾਬਿਆ, ਇਹਨਾਂ ਦੇ ਛਾਤੀ ਵਿੱਚ ਕਹਿੰਦੇ ਪਸਲੀਆਂ ਵਿੱਚ, ਜੋ ਕਹਿੰਦੇ ਆ ਪਸਲੀਆਂ 'ਚ ਥੱਲੇ ਗੋਲੀਆਂ ਮਾਰੀਆਂ। ਜਦੋਂ ਗੁਰੂ ਗ੍ਰੰਥ ਸਾਹਿਬ ਤੇ ਗੋਲੀਆਂ ਮਹੰਤ ਦੇ ਗੁੰਡੇ ਮਾਰਦੇ ਆ, ਭਾਈ ਲਛਮਣ ਸਿੰਘ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਆਪਣੇ ਕਲਾਵੇ 'ਚ ਲੈ ਲੈਂਦਾ। ਕਹਿੰਦੇ ਅੱਗੇ ਬਾਹਾਂ ਕਰ ਦਿੰਦਾ ਵੀ ਤੁਸੀਂ ਗੁਰੂ ਸਾਹਿਬ ਤੇ ਗੋਲੀ ਨਾ ਚਲਾਓ। ਉਹਨਾਂ ਗੋਲੀਆਂ ਨਾਲ ਭਾਈ ਲਛਮਣ ਸਿੰਘ ਦੀਆਂ ਬਾਹਾਂ ਜਿਹੜੀਆਂ ਨੂੰ ਛਲਨੀ ਕਰ ਦਿੱਤੀਆਂ। ਗੁਰਮੁਖੋ, ਇੱਧਰ ਗੋਲੀਆਂ ਚੱਲੀਆਂ। ਤਕਰੀਬਨ 7 ਵਜੇ ਕੰਮ ਸ਼ੁਰੂ ਹੋ ਗਿਆ ਤੇ ਸਾੜਨ ਵਾਲਾ ਕੰਮ ਤਾਂ ਦੁਪਹਿਰ ਤੋਂ ਬਾਅਦ ਤੱਕ ਚੱਲਦਾ ਰਿਹਾ। ਗੋਲੀਆਂ ਮਾਰਨ ਤੋਂ ਬਾਅਦ ਫਿਰ ਥੱਲੇ ਦੇ ਇਹਦੇ ਬੰਦੇ ਆ, ਸਾਰੇ ਸ਼ਰਾਬੀ ਸਨ। ਉਹਨਾਂ ਫਿਰ ਸੈਂਕਦੇ ਹੋਏ ਸਿੱਖਾਂ ਦੇ ਟੁਕੜੇ ਕੀਤੇ, ਮੁੱਢੀਆਂ ਤੇ ਰੱਖ ਕੇ ਟੁਕੜੇ ਕੀਤੇ, ਫਿਰ ਅੱਗ ਲਾ ਦਿੱਤੀ। ਮੈਂ ਤੁਹਾਨੂੰ ਇੱਕ ਬੇਨਤੀ ਕਰਾਂਗਾ, ਦੱਸਣ ਵਾਲੇ ਇਤਿਹਾਸਕਾਰ ਲਿਖਦੇ ਨੇ ਕਿ ਜਦੋਂ ਇਹ ਸਾਰੀ ਟੁੱਕ ਵੱਢ ਹੋ ਰਹੀ ਸੀ, ਇੱਕ ਬਾਹਰ ਚਬੱਚਾ ਸੀ ਜੀ, ਉਹ 16 ਇੰਚ ਡੂੰਘਾ ਸੀ, 16 ਇੰਚ ਲੰਮਾ ਸੀ, 15 ਇੰਚ ਚੌੜਾ ਸੀ। ਜਿੱਥੇ ਪੈਰ ਧੋਤੇ ਜਾਂਦੇ ਸਨ, ਉਹ ਪੂਰੇ ਦਾ ਪੂਰਾ ਚਬੱਚਾ ਖੂਨ ਨਾਲ ਭਰ ਕੇ ਉੱਤੋਂ ਵਗਦਾ ਪਿਆ ਸੀ। ਫਿਰ ਬੇਨਤੀ, 16 ਇੰਚ ਡੂੰਘਾ, 16 ਇੰਚ ਲੰਮਾ, 15 ਇੰਚ ਚੌੜਾ, ਉਹ ਸਾਰਾ ਖੂਨ ਨਾਲ ਭਰ ਕੇ ਵਗ ਰਿਹਾ। ਭਾਈ ਲਛਮਣ ਸਿੰਘ ਨੂੰ ਗੋਲੀਆਂ ਮਾਰੀਆਂ। ਮਹੰਤ ਨੇ ਮੂੰਹ ਲਪੇਟਿਆ ਸੀ, ਘੋੜੀ ਤੇ ਚੜਿਆ ਸੀ, ਤੇ ਸ਼ਰਾਬੀ ਕਹਿੰਦਾ ਸੀ ਕੋਈ ਸਿੱਖ ਕਿਰਪਾਨ ਵਾਲਾ ਇੱਥੋਂ ਬਚ ਕੇ ਨਹੀਂ ਜਾਣਾ ਚਾਹੀਦਾ, ਇਹਨਾਂ ਦੇ ਟੁਕੜੇ ਕਰ ਦਿਓ ਅੱਜ। ਪਿਆਰਿਓ, ਉਸ ਵਕਤ ਇਹ ਕਿਹਾ ਜਾਂਦਾ ਭਾਈ ਲਛਮਣ ਸਿੰਘ ਉਹਨਾਂ ਦਾ, ਵੇਖੋ ਜੋ ਸ਼ਹੀਦੀ ਜੀਵਨ ਸ਼੍ਰੋਮਣੀ ਕਮੇਟੀ ਨੇ ਛਾਪਿਆ। ਮੈਂ ਇੱਕ ਬੇਨਤੀ ਕਰਾਂਗਾ, ਸਿੰਘ ਸਾਹਿਬ ਨੇ ਕਿਹਾ ਵੀ ਸਾਰੇ ਸ਼੍ਰੋਮਣੀ ਕਮੇਟੀ ਮੈਂਬਰ, ਮੈਂ ਕਹਾਂਗਾ ਦੇਸ਼ ਪ੍ਰਦੇਸ਼ ਵਿੱਚ ਹਰ ਸਿੱਖ ਘੱਟੋ ਘੱਟ ਇੱਕ ਸਹਿਜ ਪਾਠ ਆਪਣਾ ਉਹਨਾਂ ਲਈ ਕਰੇ, ਤੇ ਸ਼ਹੀਦੀ ਜੀਵਨ ਪੁਸਤਕ ਸਾਰੇ ਪੜ੍ਹਿਓ, ਕਿਉਂਕਿ ਉਹਦੇ ਵਿੱਚ ਇੱਕ ਇੱਕ ਸਿੱਖ ਦਾ ਜ਼ਿਕਰ ਕੀਤਾ, ਪੜ੍ਹੀ ਨਹੀਂ ਜਾਂਦੀ, ਇੰਨੀ ਭਾਵਪੂਰਤ ਲਿਖੀ ਹੋਈ। ਕਹਿੰਦੇ ਭਾਈ ਸਾਹਿਬ ਜੀ ਨੂੰ ਵਾਲਾਂ ਤੋਂ ਪਕੜ ਕੇ ਖਿੱਚਿਆ ਗਿਆ, ਗੋਲੀਆਂ ਮਾਰੀਆਂ, ਪਟਕਾ ਕੇ ਸੱਟਿਆ ਉਹਨਾਂ ਧਰਤੀ ਤੇ। ਉਹ ਤਾਂ ਕਹਿੰਦਾ ਵੀ ਗਰਦਨ ਲਾ ਦਿੱਤੀ, ਖਿੱਚ ਕੇ ਲਿਆਂਦਾ ਤੇ ਜੰਡ ਦੇ ਕੋਲ ਰੱਖ ਕੇ ਉਹਨਾਂ ਨੂੰ ਸਾੜ ਦਿੱਤਾ ਗਿਆ। ਭਾਈ ਲਛਮਣ ਸਿੰਘ ਸ਼ਹੀਦ ਹੋਏ। ਉੱਥੇ ਦੂਸਰੀ ਬੇਨਤੀ, ਇਹ ਜਿਹੜਾ ਬੱਚਾ ਸੀ, ਮੈਂ ਨਨਕਾਣਾ ਸਾਹਿਬ ਗਿਆ, ਉਹ ਅਲਮਾਰੀ ਦੇਖੀ,
ਜਦੋਂ ਗੋਲੀ ਚੱਲਣ ਲੱਗ ਪਈ, ਇਸ ਬੱਚੇ ਨੂੰ ਡੱਕ ਦਿੱਤਾ ਵੀ ਛੋਟਾ ਹੈ ਸਭ ਤੋਂ। ਉੱਥੇ ਫਿਰ ਕੀ ਹੋਇਆ, ਇੱਕ ਸਿੰਘ ਦੇ, ਮੈਂ ਇੱਕ ਹੋਰ ਉਦਾਹਰਨ ਦਿਆਂ, ਵੇਖੋ ਕਿੰਨਾ ਕੁ ਕਿਉਂ ਪੱਥਰ ਦੇ ਲਾਉਣਗੇ। ਇੱਕ ਸਿੱਖ ਦੇ ਗਰਦਨ ਵਿੱਚ ਇਹਨਾਂ ਨੇ ਮਾਰਿਆ ਟਕਵਾ, ਉਹਦੀ ਗਰਦਨ ਕੱਟੀ ਗਈ। ਇੱਕ ਨਿਹਾਲ ਸਿੰਘ ਸੀ ਇਹਦਾ ਬੰਦਾ, ਆਪਣੇ ਮਹੰਤ ਦਾ, ਉਸ ਦੀ ਗਰਦਨ ਕੱਟੀ, ਖੂਨ ਵਗਦਾ ਪਿਆ ਤੇ ਉਹਨੂੰ ਉਹ ਵਾਹਿਗੁਰੂ ਵਾਹਿਗੁਰੂ ਕਹਿੰਦਾ ਪਿਆ। ਉਹ ਨਿਹਾਲ ਸਿੰਘ ਆ ਕੇ ਪੁੱਛਦਾ ਕੀ ਮਿਲਿਆ ਗੁਰਦੁਆਰੇ ਆ ਕੇ। ਉਹ ਸਿੰਘ ਗਰਦਨ ਕੱਟੀ ਵਾਲਾ ਕਹਿੰਦਾ ਮੈਨੂੰ ਪਿਆਸ ਲੱਗੀ, ਪਾਣੀ ਪਿਆ ਦੇਗਾ, ਤਰੇ ਲੱਗੀ, ਪਾਣੀ ਪਿਆ ਦੇ। ਉਹ ਨਿਹਾਲ ਜਿਹੜਾ ਹੈ, ਮੈਂ ਚਲੋ ਸਿੰਘ ਸ਼ਬਦ ਉਹਦੇ ਲਈ ਕੀ ਵਰਤਾਂ, ਉਹ ਨਿਹਾਲੂ ਜਿਹੜਾ ਹੈ, ਜੋ ਸ਼ਬਦ ਉਹਦੇ ਲਿਖੇ ਗਏ, ਉਹ ਪਾਣੀ ਲੈ ਕੇ ਆਇਆ ਤੇ ਇੰਨੀ ਦੇਰ ਨੂੰ ਇੱਕ ਲੱਦੂ ਲੰਗਾ ਬਦਮਾਸ਼ ਸੀ, ਸ਼ਰਾਬੀ, ਉਹਨੇ ਕਿਹਾ ਨਿਹਾਲੂ ਆ ਪਾਣੀ ਪਿਆਣਾ ਪੈ ਸਿੱਖ ਨੂੰ। ਉਹ ਕਹਿੰਦਾ ਗਰਦਨ ਵੱਡੀ ਪਈ, ਇਹਨੂੰ ਪਾਣੀ ਪਿਆਣਾ ਵਾ। ਉਹਨੇ ਇੱਕੋ ਦਮ ਜਿਹੜੀ ਛਵੀ ਸੀ ਜਾਂ ਗੰਡਾਸੀ ਸੀ, ਉਹਦੇ ਨਾਲ ਜ਼ੋਰ ਨਾਲ ਉਸ ਭਾਂਡੇ ਨੂੰ ਮਾਰਿਆ, ਪਾਣੀ ਪਰਾ ਰੋੜਤਾ। ਸਿੱਖ ਕਹਿੰਦਾ ਜੇ ਪਾਣੀ ਨਹੀਂ ਦੇਣਾ ਤੇ ਮੇਰੀ ਗਰਦਨ ਕੱਟ ਜੇ, ਮੈਂ ਸ਼ਹੀਦ ਹੋ ਜਾਵਾਂ। ਉਹਦੀ ਫਿਰ ਗਰਦਨ ਕੱਟੀ ਗਈ। ਗੁਰਮੁਖੋ, ਗਰਦਨ ਕੱਟਣ ਤੋਂ ਬਾਅਦ ਨਰਾਇਣ ਦਾਸ ਦਾ ਸਹਿਪਾਠੀ ਸੀ, ਦੇਵਾ ਦਾਸ ਸ਼ਰਾਬੀ ਸੀ। ਇਹਨੇ ਫਿਰ ਕੀ ਕੀਤਾ, ਜਿਹੜਾ ਖੂਨ ਵਗਦਾ ਪਿਆ ਸੀ, ਆਪਣੀਆਂ ਉਂਗਲਾਂ ਨਾਲ ਭੇ ਕੇ ਇਹਨੇ ਆਪਣੀਆਂ ਜੀਭਾਂ ਨਾਲ ਚੱਟਿਆ ਸੀ ਦੇਵਾ ਦਾਸ ਨੇ। ਪਿਆਰਿਓ, ਫਿਰ ਸਿੰਘ ਕੋਈ ਤੜਫਦੇ ਹੋਏ, ਇਹਨਾਂ ਨੇ ਲੱਕੜਾਂ ਨੂੰ ਅੱਗ ਲਾ ਕੇ ਉੱਤੇ ਸੱਟੇ। ਦੋ ਸਿੰਘ ਜਦੋਂ ਅੱਗ ਲੱਗੀ ਉਹ ਜ਼ਖਮੀ ਹੋਏ, ਨਿਕਲਣ ਲੱਗੇ ਉਸ ਚਿਖਾਂ ਚੋਂ। ਉਹਨਾਂ ਨੂੰ ਨਿਕਲਦਿਆਂ ਹੋਇਆਂ ਨੂੰ ਫਿਰ ਛਵੀਆਂ ਕੁਹਾੜੀਆਂ ਨਾਲ ਟੁੱਕ ਟੁੱਕ ਕੇ ਉਹਨਾਂ ਨੂੰ ਥੱਲੇ ਸੱਟ ਦਿੱਤਾ। ਇਹ ਸਾਕਾ 20 ਫਰਵਰੀ ਨੂੰ, ਬੜਾ ਸੰਖੇਪ ਜੀ ਬੇਨਤੀ ਕੀਤੀ, ਇਹ 20 ਫਰਵਰੀ ਨੂੰ ਵਾਪਰਿਆ। ਫਿਰ ਭਾਈ ਉੱਤਮ ਸਿੰਘ ਨੇ ਤਾਰਾਂ ਭੇਜ ਦਿੱਤੀਆਂ। ਮੈਂ ਸੰਖੇਪ ਜਿਹਾ ਆਪ ਨੂੰ ਦੱਸ ਦੇਣਾ। 21 ਫਰਵਰੀ ਨੂੰ ਫਿਰ ਚੂੜਕਾ ਨੇ ਇਕੱਠ ਹੋਇਆ, ਕਰਤਾਰ ਸਿੰਘ ਝੱਬਰ ਉਹਨਾਂ ਨੇ ਪੂਰੇ ਇਲਾਕੇ 'ਚ ਘੋੜੀ ਫੇਰ ਦਿੱਤੀ। ਇੱਕ ਆਦਮੀ ਜਿਸ ਘਰ ਵਿੱਚ ਵੀ ਪੱਗ ਬੰਨ ਕੋਈ ਮੁੰਡਾ ਹੈ, ਹੁਣ ਖਾਲੀ ਹੱਥ ਨਹੀਂ ਆਉਣਾ, ਕਿਰਪਾਨਾਂ, ਛਵੀਆਂ, ਕੁਹਾੜੀਆਂ, ਗੰਡਾਸੇ ਲੈ ਕੇ ਆਉਣਾ। 21 ਫਰਵਰੀ ਨੂੰ ਮੈਂ ਬੇਨਤੀ ਕਰਾਂ, ਇਹ ਸਾਰਾ ਇਕੱਠ ਹੁੰਦਾ। ਸਰਦਾਰ ਕਰਤਾਰ ਸਿੰਘ ਝੱਬਰ ਲਕੀਰ ਖਿੱਚਦਾ, ਘੋੜੀ ਤੇ ਸਵਾਰ ਹੈ, ਕਹਿੰਦਾ ਮੇਰੇ ਪਿੱਛੇ ਹੁਣ ਉਹ ਆਇਓ ਜਿਨ੍ਹਾਂ ਨੇ ਮਰਨਾ ਹੈ, ਸ਼ਹੀਦ ਹੋਣਾ ਹੈ। 200 ਗੌਰਾ ਫੌਜ, ਡੀਸੀ ਪਹੁੰਚ ਜਾਂਦਾ, ਮਿਸਟਰ ਕਿੰਗ, ਮਿਸਟਰ ਕਰੀ ਪਹੁੰਚਦਾ, ਸਿੱਖ ਆਗੂ ਪਹੁੰਚਦੇ ਨੇ। 200 ਗੌਰਾ ਤੇ ਹਿੰਦੁਸਤਾਨੀ ਫੌਜੀ ਲਾਹੌਰ ਤੋਂ ਪਹੁੰਚਦੇ ਆ ਮਸ਼ੀਨ ਗੰਨਾਂ ਸਮੇਤ। ਇੱਥੇ ਫਿਰ ਝੱਬਰ ਜਿਹੜਾ, ਉਹਨੂੰ ਸਰਦਾਰ ਬਹਾਦਰ ਮਹਿਤਾਬ ਸਿੰਘ ਸਰਕਾਰੀ ਵਕੀਲ ਰੋਕਣ ਦਾ ਯਤਨ ਕਰਦਾ ਵੀ ਤੁਸੀਂ ਅੱਗੇ ਨਾ ਜਾਇਓ। ਡਿਪਟੀ ਕਮਿਸ਼ਨਰ ਕਹਿੰਦਾ ਅੱਗੇ ਨਾ ਜਾਇਓ, ਗੋਰਾ ਫੌਜ ਹੈ, ਗੋਲੀ ਚੱਲੇਗੀ। ਝੱਬਰ ਕਹਿੰਦਾ ਅੱਗੇ ਤਾਂ ਸਤਨਾਮ ਵਾਹਿਗੁਰੂ ਕਰਕੇ ਅਸੀਂ ਟੁਕੜੇ ਕਰਾਏ, ਪਰ ਚੇਤੇ ਰੱਖਿਓ ਹੁਣ ਅੱਜ ਤੁਸੀਂ ਗੋਲੀ ਚਲਾ ਕੇ ਦੇਖਿਓ, 200 ਵਿੱਚੋਂ ਇੱਕ ਵੀ ਬੰਦਾ ਤੁਹਾਡਾ ਵਾਪਸ ਨਹੀਂ ਜਾਣ ਦਿਆ। ਉਸ ਵਕਤ 1100 ਦੇ 2200 ਸੀ। ਇਹਦੇ ਨਾਲ ਨੌਜਵਾਨ ਕਹਿ ਲੋ ਜਾਂ ਸਿੱਖ, ਜਿਨ੍ਹਾਂ ਦੇ ਹੱਥ ਛਵੀਆਂ ਕੁਹਾੜੇ ਸਨ। ਡੀਸੀ ਕਹਿੰਦਾ ਇਹ 2 ਮਿੰਟ ਰੁਕੋ। ਪਿੱਛੋਂ ਆਵਾਜ਼ ਆਈ, ਜਥੇਦਾਰ ਜੀ ਅੰਦਰ ਟੁਕੜੇ ਪਏ ਨੇ, ਅੰਦਰ ਸ਼ਹੀਦਾਂ ਦੇ ਕੇਸ ਪਏ ਨੇ, ਕੀ ਵਾਪਰਿਆ ਸਾਨੂੰ ਪਤਾ ਨਹੀਂ, ਇੰਤਜ਼ਾਰ ਕੀ ਕਰਿਓ। ਜਕਾਰਾਂ ਗਜਾਇਆ ਪਿੱਛੋਂ। ਉਸ ਵਕਤ ਕਰਤਾਰ ਸਿੰਘ ਨੇ ਕਿਹਾ ਪਾਸੇ ਹਟ ਜਾਓ, ਤੁਹਾਡਾ ਨੁਕਸਾਨ ਹੋ ਜਾਣਾ। ਨਾਲ ਉਹਨੇ ਆਪਣੇ ਜਥੇ ਨੂੰ ਕਿਹਾ ਕਿ ਜਦੋਂ ਗੋਰਾ ਗੋਲੀ ਚਲਾਏ, ਹੁਣ ਤੁਸੀਂ ਸਤਨਾਮ ਨਹੀਂ ਕੇਵਲ ਕਹਿਣਾ ਵਾਹਿਗੁਰੂ ਜ਼ਰੂਰ ਉਹਦਾ ਸਿਰ ਲਾ ਕੇ ਰੱਖ ਦਿਆ ਜੀ। ਆਪਣੇ ਵਿੱਚੋਂ ਕਿਸੇ ਨੂੰ ਗੋਲੀ ਵੱਜ ਜਾਏ, ਉਹਨੂੰ ਸਾਂਭਣਾ ਨਹੀਂ, ਤੜਫਦਾ ਹੋਵੇ ਕੋਈ ਗੱਲ ਨਹੀਂ, ਆਪਾਂ ਨਨਕਾਣਾ ਸਾਹਿਬ ਪਹੁੰਚਣਾ ਅੰਦਰ। ਜਦੋਂ ਇੰਨਾ ਕੁ ਗੱਲ ਕਹੀ, ਉਹਨਾਂ ਕਿਹਾ ਫਿਰ ਰੁਕ ਜਾਓ, ਤੁਹਾਨੂੰ ਅਸੀਂ ਚਾਬੀਆਂ ਦੇਣੇ ਆ, ਕਮੇਟੀ ਬਣਾ ਲਓ। ਸਰਦਾਰ ਹਰਬੰਸ ਸਿੰਘ ਅਟਾਰੀ ਕਹਿੰਦੇ ਆ ਕਮੇਟੀ ਤਾਂ ਬਣੀ ਹੋਈ, ਪਰ ਫਿਰ ਵੀ 7 ਮੈਂਬਰੀ ਕਮੇਟੀ ਬਣਾਈ। ਗੁਰਮੁਖੋ, 21 ਫਰਵਰੀ ਨੂੰ ਬੂਹਾ ਖੁੱਲਿਆ। ਫਿਰ ਸ਼ਾਮ ਨੂੰ ਉਹ ਦ੍ਰਿਸ਼ ਬਿਆਨ ਨਹੀਂ ਕੀਤਾ ਜਾ ਸਕਦਾ। ਭਾਈ ਨਰਾਇਣ ਸਿੰਘ ਚਸ਼ਮਦੀਦ ਗਵਾਹ ਲਿਖਦੇ ਆ, ਕਹਿੰਦੇ ਆ ਬੂਹਾ ਖੁੱਲਦਾ ਤੇ ਥਾਂ ਥਾਂ ਤੇ ਨਿੱਕੇ ਨਿੱਕੇ ਮਾਸ ਦੇ ਟੁਕੜੇ ਸਨ। ਕਿਸੇ ਦੀਆਂ ਉਂਗਲਾਂ ਸਨ, ਕਿਸੇ ਦੇ ਪੈਰ ਸਨ, ਕੇਸਾਂ ਦੀਆਂ ਲਿਟਾਂ ਸਨ, ਕੰਘੇ ਸਨ, ਕਿਰਪਾਨਾਂ ਸਨ, ਅੱਧ ਸੜੀਆਂ ਲਾਸ਼ਾਂ ਸਨ, ਧੂੰ ਧੁਖਦਾ ਪਿਆ ਸੀ, ਖੋਪੜੀਆਂ ਸਨ। ਇਸ ਤੇ ਮੈਂ ਇੱਕ ਹੋਰ ਬੇਨਤੀ ਕਰਦੇ ਹਾਂ, ਭਾਈ ਦਲੀਪ ਸਿੰਘ
ਉਹ ਆ ਗਏ ਸਨ ਕਾਰਖਾਨੇ ਤੋਂ। ਉਹਨਾਂ ਨੇ ਮਹੰਤ ਨੂੰ ਕਿਹਾ ਨਾ ਜ਼ੁਲਮ ਕਰ, ਤੇ ਮਹੰਤ ਨੇ ਕਿਹਾ ਦਲੀਪ ਸਿੰਘ ਤੂੰ ਵੀ ਅਕਾਲੀ ਬਣ ਗਿਆ? ਕਹਿੰਦਾ ਮੈਂ ਵੀ ਉਹਨਾਂ ਦਾ ਮੈਂ ਜਿਨ੍ਹਾਂ ਤੇ ਗੋਲੀਆਂ ਚਲਾਣਾ। ਉਹਨਾਂ ਨੂੰ ਗੋਲੀ ਮਾਰ ਕੇ ਦਲੀਪ ਸਿੰਘ ਸਾਹੋਵਾਲ ਨੂੰ ਪੱਟੀ ਵੀ ਸੱਟ ਦਿੱਤਾ ਸੀ। ਉਹਨਾਂ ਦਾ ਕੜਾ ਤੇ ਲੋਹੇ ਦੀ ਮਾਲਾ ਉੱਥੋਂ ਲੱਭੀ ਸੀ। ਮੈਂ ਬੇਨਤੀ ਕਰਾਂ 21 ਫਰਵਰੀ ਨੂੰ ਦਰਵਾਜ਼ਾ ਬੰਦ ਕਰ ਦਿੱਤਾ, ਡੀਸੀ ਆਉਂਦਾ ਹੈ, 22 ਫਰਵਰੀ ਨੂੰ ਫਿਰ ਦਰਵਾਜ਼ਾ ਖੁੱਲਦਾ ਹੈ। ਪਿਆਰਿਓ, ਜਿਨ੍ਹਾਂ ਦੇ ਸ਼ਹੀਦ ਹੋਏ ਸਨ ਉਹ ਸਾਰੇ ਆਏ। ਸਾਬਤ ਸਰੀਰ ਤੇ ਕਿਤੇ ਲੱਭਦੇ ਹੀ ਨਹੀਂ, ਖੋਪੜੀਆਂ ਨੇ, ਮਾਸ ਹੈ, ਟੁਕੜੇ ਨੇ। ਤੇ ਮੈਂ ਅਰਜ਼ ਕਰਾਂ ਜਿਸ ਮਾਈ ਨੇ ਜਰਗ ਵਾਲੀ ਨੇ ਆਪਣਾ ਪੁੱਤਰ ਤੇ ਪੋਤਾ ਭੇਜਿਆ ਸੀ ਉਹ ਵੀ ਪਹੁੰਚੀ। ਇਹ ਬੱਚਾ ਜਦੋਂ ਅਲਮਾਰੀ 'ਚ ਬੰਦ ਕਰ ਦਿੱਤਾ ਤੇ ਇਹ ਫਿਰ ਮਹੰਤ ਜਦੋਂ ਅੱਗ ਲਾ ਬੈਠੇ ਸਾਰਿਆਂ ਨੂੰ ਸਾੜਨ ਲੱਗੇ, ਅੱਧ ਸੜੇ ਸਰੀਰ ਸਨ। ਇਹਨਾਂ ਨੇ ਫਿਰ ਕਿਹਾ ਨਨਕਾ ਪੁਲਿਸ ਆਉਣਾ ਤੇ ਧੋ ਦਿਓ ਅੰਦਰੋਂ। ਜਦੋਂ ਚੋਖੰਡੀ ਧੋਣ ਲੱਗੇ ਤੇ ਅਲਮਾਰੀ 'ਚੋਂ ਆਵਾਜ਼ ਆਈ ਬਾਪੂ ਮੈਂ ਵੀ ਸ਼ਹੀਦ ਹੋਣਾ ਸੀ। ਉਹ ਜਿਹੜਾ ਸਫਾਈ ਕਰ ਰਿਹਾ ਸੀ ਉਹ ਡਰ ਗਿਆ। ਉਹਨੂੰ ਫਿਰ ਉਹ ਲੱਦੂ ਬਦਮਾਸ਼ ਕਹਿੰਦਾ ਬਾਹਰ ਕਿਉਂ ਆਇਆ? ਕਹਿੰਦਾ ਅਲਮਾਰੀ 'ਚ ਕੋਈ ਬਲਾਂ ਬੋਲਦੀ ਏ। ਉਹ ਐਡਾ ਗੰਦਾ ਬੰਦਾ ਵੈਸੇ ਮੈਂ ਲਫ਼ਜ਼ ਵਰਤ ਲਿਆ। ਉਹ ਕਹਿੰਦਾ ਇੱਥੇ ਲక్ష్మణ ਵਰਗੀਆਂ, ਲక్ష్మణ ਸਿੰਘ ਵਰਗੀਆਂ ਬਲਾਵਾਂ ਸੀ ਨਹੀਂ ਛੱਡੀਆਂ, ਇਹ ਕਿਹੜੀ ਬਲਾਕ ਹੈ? ਜਦੋਂ ਦਰਵਾਜ਼ਾ ਖੋਲ੍ਹਿਆ ਤਾਕੀ ਦਾ ਤੇ ਵਿੱਚ ਬੱਚਾ ਬੈਠਾ ਹੋਇਆ ਸੀ। ਉਸ ਬੱਚੇ ਜਿਉਂਦੇ ਨੂੰ ਫਿਰ ਅੱਗ ਦੇ ਭਾਂਬੜ ਵੀ ਸੱਟਿਆ ਗਿਆ ਸੀ। ਕੁਝ ਕਹਿੰਦੇ ਆ ਟੁਕੜੇ ਕੀਤੇ, ਕੁਝ ਕਹਿੰਦੇ ਆ ਉਹਨੂੰ ਅੱਗ ਦੇ ਭਾਂਬੜ ਸੱਟ ਦਿੱਤਾ। ਉਹ ਮਾਈ ਵੀ ਗਈ। ਫਿਰ ਹੋਇਆ ਕਿ ਜਦੋਂ ਆਪਣੇ ਆਪਣੇ ਜੀਆਂ ਦੀ ਪਹਿਚਾਣ ਕਰਨ ਟੁਕੜੇ ਲੱਭ ਕੇ ਮਾਸ ਦੇ, ਉਹਨੂੰ ਫਿਰ ਆਪਣੇ ਬੇਟੇ ਦੀ ਇੱਕ ਲੱਤ ਲੱਭ ਗਈ। ਕੇਰ ਸਿੰਘ ਦੀ ਸੱਜੀ ਲੱਤ ਲੱਭੀ। ਉਹਦੀ ਪਹਿਚਾਣ ਇਹ ਸੀ ਜਦੋਂ ਫੌਜ ਸੀ ਤੇ ਬਰਫ਼ 'ਚ ਲੱਤ ਰਹਿਣ ਕਰਕੇ ਫਲਵੈਰੀ ਵਰਗੇ ਸਕਿਨ ਤੇ ਚਮੜੀ ਤੇ ਚਿੱਟੇ ਨਿਸ਼ਾਨ ਪੈ ਗਏ। ਕਹਿੰਦੇ ਨੇ ਸਾਰਾ ਦਿਨ 23 ਫਰਵਰੀ ਨੂੰ ਉਹ ਮਾਈ ਲੱਤ ਪਕੜ ਕੇ ਤੁਰਦੀ ਰਹੀ ਤੇ ਵਿਖਾਏ ਸੰਗਤ ਜੀ ਇਹ ਮੇਰੇ ਪੁੱਤਰ ਸ਼ੇਰਾਂ ਦੇ ਸ਼ਿਕਾਰ ਕਰਨ ਵਾਲੇ ਦੀ ਲੱਤ ਹੈ। ਤੇ ਪੁੱਛੇ ਜੇ ਕਿਤੇ ਪੰਜਾ ਛੋਟਾ ਮਿਲ ਜਾਏ, ਕਿਤੇ ਛੋਟੀਆਂ ਉਂਗਲਾਂ ਮਿਲਣ, ਮੈਨੂੰ ਜ਼ਰੂਰ ਦਿਖਾਓ, ਮੇਰਾ ਪੋਤਾ ਵੀ ਆਇਆ ਸੀ। ਮੈਂ ਅਰਜ਼ ਕਰਾਂ 23 ਫਰਵਰੀ ਨੂੰ ਫਿਰ ਸਿੱਖ ਜਗਤ ਇਕੱਠਾ ਹੁੰਦਾ ਹੈ। ਮੈਂ ਬਿਲਕੁਲ ਸੰਖੇਪ ਜੀ ਅਰਜ਼ ਕੀਤੀ ਹੈ। ਸਰਦਾਰ ਨਰੈਣ ਸਿੰਘ ਜੀ ਕਹਿੰਦੇ ਆ ਕਿ ਉੱਥੇ ਫਿਰ ਕੁਝ ਇਤਿਹਾਸਕਾਰ 3 ਲਾਸ਼ਾਂ ਕਹਿੰਦੇ ਆ। ਉਹਨਾਂ ਮੁਤਾਬਕ 4 ਅੱਧ ਸੜੀਆਂ ਲਾਸ਼ਾਂ ਮਿਲਦੀਆਂ ਨੇ, ਪਹਿਚਾਣ ਕੋਈ ਨਹੀਂ। 126 ਖੋਪੜੀਆਂ ਅੰਦਰੋਂ ਮਿਲਦੀਆਂ ਨੇ, ਪਹਿਚਾਣ ਕੋਈ ਨਹੀਂ, ਸਿਰਫ ਖੋਪੜੀਆਂ ਨੇ। 7 ਖੋਪੜੀਆਂ ਬਾਹਰੋਂ ਜਿੱਥੇ ਦਲੀਪ ਸਿੰਘ ਨੂੰ ਸੱਟਿਆ ਉੱਥੋਂ ਮਿਲਦੀਆਂ ਨੇ। ਪਿਆਰਿਓ 126 ਖੋਪੜੀਆਂ, 4 ਅੱਧ ਸੜੀਆਂ ਲਾਸ਼ਾਂ, ਤੇ ਜਿਹੜੇ ਸੰਗਤਾਂ ਨੇ ਖੱਡੀਆਂ ਨਿੱਕੀਆਂ ਨਿੱਕੀਆਂ ਇਕੱਠੀਆਂ ਕੀਤੀਆਂ, ਟੁਕੜੇ ਕੀਤੇ ਸਨ, 10 ਟੋਕਰੇ ਖੱਡੀਆਂ ਦੇ ਭਰੇ ਗਏ। 3 ਟੋਕਰੇ ਮਾਸ ਦੇ ਜਿਹੜੇ ਲੋਥੜੇ ਸਨ, ਕੋਈ 3 ਇੰਚ ਦਾ, ਕੋਈ 4 ਇੰਚ ਦਾ। 3 ਟੋਕਰੇ ਵੱਡੇ ਮਾਸ ਦੇ ਭਰੇ ਗਏ ਸਿੱਖਾਂ ਦੇ। 10 ਟੋਕਰੇ ਖੱਡੀਆਂ ਦੇ ਭਰੇ ਗਏ। 4 ਅੱਧ ਸੜੀਆਂ ਲਾਸ਼ਾਂ ਮਿਲੀਆਂ। ਪਿਆਰਿਓ 126 ਖੋਪੜੀਆਂ ਮਿਲੀਆਂ। ਜਿਸ ਗੁਰੂ ਗ੍ਰੰਥ ਸਾਹਿਬ ਦੇ ਸਵਰੂਪ ਨੂੰ ਗੋਲੀ ਵੱਜੀ ਸੀ, ਭਾਈ ਸਾਹਿਬ ਭਾਈ ਹੀਰਾ ਸਿੰਘ ਜੀ ਫਰੂਕਿਆਂ ਵਾਲੇ ਸਤਿਗੁਰੂ ਦੀ ਤਾਬਿਆਂ ਜਾ ਬੈਠੇ। ਤੇ ਪਿਆਰਿਓ ਜਦੋਂ ਉਹਨਾਂ ਹੁਕਮਨਾਮਾ ਲਿਆ ਨਾ, ਰੁਮਾਲਾ ਚੁੱਕਿਆ, ਗੋਲੀਆਂ ਵੱਜੀਆਂ ਸਨ ਮਹਾਰਾਜ ਸਰੂਪ ਨੂੰ। ਉਹ ਜਦੋਂ ਹੁਕਮਨਾਮਾ ਲਿਆ ਤੇ ਹੁਕਮਨਾਮਾ ਸੀ ਤਪ ਤਪ ਲੋਇ ਲੋਇ ਖਾਤ ਮਰੋਰੂ, ਬਾਵਲ ਹੋਈ ਸੋਸ਼ੋ ਲੋਰੂ, ਤੈ ਸ਼ੈ ਮਨ ਮੈਂ ਕੀਆ ਰੋਸ਼, ਮੁਝ ਅਵਗਣ ਸ਼ੈ ਨਾਹੀ ਦੋਸ਼, ਕਾਲੀ ਕੋਇਲ ਤੂੰ ਕਿਤ ਗੁਣ ਕਾਲੀ, ਆਪਣੇ ਪ੍ਰੀਤਮ ਕਹਿ ਬਿਰਖ ਹੈ ਜਾਲੀ। ਆ ਜਿਹੜਾ 23 ਫਰਵਰੀ ਦਾ ਦਿਨ ਹੈ, ਉਸ ਦਿਨ 13 ਫੱਗਣ ਸੀ ਜੀ। 23 ਫਰਵਰੀ ਨੂੰ ਸ਼ਾਮ ਨੂੰ ਫਿਰ ਸਾਰੀ ਇੱਕ ਚਿਖਾ ਬਣਾਈ ਗਈ। ਉੱਥੋਂ ਤੇ 4 ਲਾਸ਼ਾਂ, 126 ਖੋਪੜੀਆਂ, 10 ਟੋਕਰੇ ਖੱਡੀਆਂ ਦੇ, 3 ਟੋਕਰੇ ਮਾਸ ਦੇ ਰੱਖੇ ਗਏ। ਉਸ ਚਿਖਾ ਨੂੰ ਜਦੋਂ ਅਗਨ ਲਾਉਣ ਲੱਗੇ ਤੇ ਪ੍ਰੋਫੈਸਰ ਭਾਈ ਜੋਧ ਸਿੰਘ ਹੋਣੀ ਬੋਲੇ। ਅਰਦਾਸ ਉਹਨਾਂ ਕੀਤੀ ਸੀ ਕਿਉਂਕਿ ਉਸ ਵਕਤ ਅੱਜ ਦੀ ਤਰ੍ਹਾਂ ਜਿਵੇਂ ਅਸੀਂ ਕਟਾਕਸ਼ਾਜ ਕਰਨੇ ਪਏ ਨਾ, ਇਹ ਹੋ ਸਕਦਾ ਜੀ ਸਿਰ ਲੈ ਸਕਦਾ ਜੀ, ਬੰਦ ਕੱਟਿਆ ਜਾ ਸਕਦਾ। ਉਸ ਵਕਤ ਖਿਮਾ ਕਰਿਓ ਮੈਂ ਖੁੱਲ ਕੇ ਕਹਾਂਗਾ, ਆਰੀਆ ਸਮਾਜੀ ਕਹਿੰਦੇ ਸਨ ਜਿਹੜੇ ਇਹ ਸਿੱਖ ਕਹਿੰਦੇ ਆ ਬੰਦਪਤ ਕੱਟੇ, ਚਰਖੜੀਆਂ ਲੋ ਤੇ ਚੜੇ
ਆਰਿਆਂ ਨਾਲ ਚੀਰੇ ਗਏ, ਇਹ ਹੋ ਹੀ ਨਹੀਂ ਸਕਦਾ। ਸਾਇੰਟੀਫਿਕ ਤਰੀਕੇ ਤਾਂ ਨਹੀਂ ਮੰਨਿਆ ਜਾਂਦਾ। ਇਹ ਲੋਕ ਉਹ ਕਹਿੰਦੇ ਹੁੰਦੇ ਸਨ ਉਦੋਂ, ਜਦੋਂ ਟੁਕੜੇ ਰੱਖੇ, ਖੋਪੜੀਆਂ ਰੱਖੀਆਂ, ਲਾਸ਼ਾਂ ਰੱਖੀਆਂ, ਫਿਰ ਪ੍ਰੋਫੈਸਰ ਭਾਈ ਜੋਤ ਸਿੰਘ ਨੇ ਸੰਖੇਪ ਜੀ ਤਕਰੀਰ ਕੀਤੀ, ਜਿਹੜੇ ਲੋਕ ਸਾਡੀ ਅਰਦਾਸ ਤੇ ਸਾਡੇ ਸ਼ਹੀਦਾਂ ਦੇ ਤਸੀਹਾਂ ਤੇ ਸ਼ੱਕ ਕਰਦੇ ਸਨ, ਅਸੀਂ 4 ਦਿਨ ਦੇ ਟੁਕੜੇ ਆਪਣੇ ਦੇ ਸਾਹਮਣੇ ਪਏ, ਜਿਹਨੂੰ ਸ਼ੱਕ ਆ ਕੇ ਦੇਖ ਸਕਦਾ ਹੈ। ਜੋ ਸਾਡੇ ਬਜ਼ੁਰਗਾਂ ਨੇ ਕਿਹਾ, ਸਾਡੇ ਬੱਚਿਆਂ ਨੇ ਵੀ ਅੱਜ ਕਰਕੇ ਦਿਖਾਇਆ। ਸਿੱਖਾਂ ਨੇ ਉਹ ਕਰਕੇ ਦਿਖਾਇਆ, ਉਹਨਾਂ ਦੇ ਬੱਚਿਆਂ ਨੇ ਵੀ ਕਰਕੇ ਦਿਖਾਇਆ। ਪਿਆਰਿਓ, ਸ਼ਾਮ ਨੂੰ ਫਿਰ ਚਿਖਾ ਨੂੰ ਅੱਗ ਲਾਈ ਗਈ। ਉਸ ਤੋਂ ਬਾਅਦ ਜਿਹੜਾ ਹੁਕਮਨਾਮਾ ਆਇਆ ਉਹ ਸੀ ਵਡਹੰਸ ਮਹੱਲਾ 5ਵਾਂ, ਜੋ ਲੋੜੀਂਦੇ ਰਾਮ ਸੇਵਕ ਸਈ ਕਾਂਢਿਆ। ਫਿਰ ਮਤੇ ਪਾਸ ਕੀਤੇ ਗਏ। ਉਹ ਉਸ ਚਿਖਾ ਦੀ ਲੋਚ ਮਤੇ ਪਾਸ ਹੋਏ, ਜਿਸ ਵਿੱਚ ਮਹੰਤ ਦੀ ਸਦਾ ਦਾ ਜ਼ਿਕਰ ਕੀਤਾ ਗਿਆ। ਦਿਨ 5 ਅਪ੍ਰੈਲ ਨੂੰ ਦਿਨ ਮਨਾਉਣ ਦਾ ਜ਼ਿਕਰ ਕੀਤਾ ਗਿਆ। ਪਿਆਰਿਓ, ਇਹ ਹੈ ਉਹਨਾਂ ਸ਼ਹੀਦਾਂ ਦੀ ਬਿਲਕੁਲ ਸੰਖੇਪ ਜਿਹੀ ਦਾਸਤਾਨ। ਕਦੀ ਵਕਤ ਮਿਲੇਗਾ, ਕਿਉਂਕਿ ਇਹ ਪ੍ਰੋਗਰਾਮ ਬੜੇ ਲੰਬੇਰੇ ਚੱਲਣੇ ਚਾਹੀਦੇ ਸਨ। ਘੱਟੋ ਘੱਟ 4 ਦਿਨ ਚੱਲਣਾ ਚਾਹੀਦਾ ਸੀ ਇਹ ਪ੍ਰੋਗਰਾਮ, ਕਿਉਂਕਿ 20, 21, 22 ਤੇ 23 4 ਦਿਨ ਇਹ ਕੁਝ ਵਾਪਰਿਆ ਹੈ। ਬਸ ਮੈਂ ਇੱਕੋ ਬੇਨਤੀ ਕਰਾਂਗਾ, ਅੱਜ ਤੁਹਾਡੇ ਕੋਲ ਸਾਧਨ ਹੈ। ਸ਼੍ਰੋਮਣੀ ਕਮੇਟੀ ਕੋਲ ਬੜੇ ਸਾਧਨ ਨੇ, ਸਾਧਨਾਂ ਦੀ ਕਮੀ ਨਹੀਂ। ਜੇ ਕਿਤੇ ਕਮੀ ਖਲਦੀ ਹੈ ਤੇ ਭਾਵਨਾ ਦੀ ਹੈ। ਗੱਲ ਬੜੀ ਕੌੜੀ ਹੈ। ਸਾਧਨ ਤੁਹਾਡੇ ਕੋਲ ਬੜੇ ਆ, ਇਕੱਲੇ ਸਾਧਨਾਂ ਨਾਲ ਪ੍ਰਚਾਰ ਨਹੀਂ ਹੁੰਦਾ, ਪ੍ਰਚਾਰ ਭਾਵਨਾ ਨਾਲ ਹੁੰਦਾ ਹੈ। ਸਾਧਨਾ ਦੇ ਨਾਲ ਭਾਵਨਾ ਹੋਵੇਗੀ ਤੇ ਜੋ ਸਿੰਘ ਸਾਹਿਬ ਨੇ ਕਿਹਾ, ਸਾਰੀਆਂ ਸੰਗਤਾਂ, ਜਿੰਨੇ ਸ਼੍ਰੋਮਣੀ ਕਮੇਟੀ ਮੈਂਬਰ ਨੇ, ਜਿੰਨੇ ਵੀ ਜਿੱਤੇ ਹਨ, ਹਰ ਕੋਈ ਉਹਨਾਂ ਨੂੰ ਯਾਦ ਕਰੋ। ਇਹ ਸਾਕਾ ਬੜਾ ਹੌਲਨਾਕ ਹੈ, ਖੌਫਨਾਕ ਹੈ, ਪਰ ਕੱਲਾ ਇਹ ਨਹੀਂ ਉਹ ਸਾਨੂੰ ਕੋਈ ਜ਼ਿੰਮੇਵਾਰੀ ਦੇ ਗਏ। ਯਾਦ ਰੱਖਿਓ, ਜੇ ਅਸੀਂ ਵੀ ਮੈਂਬਰ ਬਣ ਕੇ ਸਿਆਸੀ ਕਲਾਬਾਜ਼ੀਆਂ ਖੇਡਦੇ ਰਹੇ, ਉਹ ਪਾਪ ਅੰਦਰ ਖਾਤੇ ਕਰਦੇ ਰਹੇ ਜੋ ਨਰੈਣੂ ਕਰਦਾ ਰਿਹਾ। ਅੰਦਰ ਖਾਤੇ ਮੈਂ ਕਿਹਾ, ਕਿਉਂਕਿ ਧਰਮ ਦਾ ਲਿਬਾਸ ਕਈ ਵਾਰੀ ਪ੍ਰਭਾਵਿਤ ਕਰ ਜਾਂਦਾ ਹੈ। ਉਹ ਤਾਂ ਭਗਵਿਆਂ ਕੱਪੜਾਂ ਵਾਲਾ ਸੀ, ਪਹਿਚਾਣ ਹੋ ਗਈ, ਤੇ ਜਿਹੜਾ ਕਿਰਪਾਨ ਪਾ ਕੇ ਪਾਪ ਕਰੇਗਾ ਉਹਦਾ ਕੀ ਬਣੂਗਾ। ਬਸ ਇੱਕੋ ਗੱਲ ਯਾਦ ਰੱਖਿਓ, ਸਿਆਣੇ ਮੇਰੇ ਸ਼ੇਰ ਤੋਂ ਸਮਝ ਜਾਣਗੇ। सितारे समझते हैं कि गगन बदला है, बुलबुल समझती है कि चमन बदला है, मगर कब्र की खामोशी कहती है यार लाश तो वही है पर खफन बदला है। मेरी गल तुसीं समझ गए, सियाणे मेरी गल पकड़नगे। सितारे समझते हैं कि गगन बदला है, बुलबुल समझती है कि चमन बदला है, मगर कब्र की खामोशी कहती है यार लाश तो वही है पर खफन बदला है। किते लाश महंत वाली ना होवे ते खफन नवा पै जाए। इस करके मैं बेनती करांगा कि आपां सारे उन्हां शहीदां नूं याद करिए, अपना अपना सहज पाठ जरूर करो। मैं ये नहीं, ये कोई संदेश नहीं, हुक्मनामा नहीं। सिंह साहब ने सानू कह दिता है, जे घर दे 5-7 जी ने ते इकट्ठे कर लो, ते घट्टो घट वो किताब जो श्रोमणी कमेटी कोल शहीदी जीवन है, मैं कमेटी भी सुन रहे होने सारे, वो वड्डी गिनती भी छापी जाए। तो संगत नूं बेनती भी अपने बच्चों नूं प्लीज़ जरूर पढ़ाओ। ये किताब सरदार गुरबख्श सिंह शमशेर झबालीए ने लिखी है, विच सारियां तस्वीरां ने सब कुछ दिता होया है। मेरे कोलों इन्ने क लफ्ज़ कहंदे मैं अज समा बहुत ज़्यादा ला गया। प्रबंधकां दा, भाई साहब जी, सिंह साहब जी का, ज्ञानी जगतार सिंह जी उन्हां दा, श्रोमणी कमेटी का और PTC का मैं धन्नवादी हाँ कि उन्होंने आप संगत की सेवा। तो मैं बड़े संखेप जी बेनती की है, सतगुरु कृपा करे, सानू सब नूं समत बख्शे। मेरे तो बड़ियां भुल्लां होईयां ने, बख्श देनियां। आओ इस अमृत शब्द दियां अंतलियां तुकां दा पाठ सरवण करिए जी। किस आगे प्रभ तुद सालाही, तुद बिन दूजा मैं को नाही, ज्यों तुद भावै त्यों राख रजाई, नानक सहज भाई गुण गाए। वाहिगुरु जी का खालसा, वाहिगुरु।